ਘੁੰਮਣ ਬ੍ਰਦਰਸ ਸਾਡੇ ਨਾਲ ਹੋਣਗੇ, ਕਿਉਂਕਿ ਵਕਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਵਕੀਲ ਦੇ ਤੌਰ ਤੇ ਬਹੁਤ ਸਾਰੇ ਕੇਸਾਂ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ। ਪਰ ਨਾਲ ਦੀ ਨਾਲ ਇਹ ਇਸ ਮੁਕਾਮ ਤੱਕ ਪਹੁੰਚੇ ਕਿਵੇਂ? ਕਠਿਨਾਈਆਂ ਵਿਅਕਤੀ ਜਿਹੜੇ ਮਰਦ ਨੇ ਉਹਨਾਂ ਦੇ ਉੱਪਰ ਹੀ ਆਉਂਦੀਆਂ ਨੇ। ਸਾਡਾ ਪਾਕਿਸਤਾਨ ਤੋਂ ਅਸੀਂ ਪਿੱਛੋਂ ਸਾਡੀ ਫੈਮਿਲੀ ਮਾਈਗ੍ਰੇਟ ਹੋਈ 1947 ਤੋਂ ਪਹਿਲਾਂ ਸਾਡੇ ਕੋਲ ਉੱਥੇ 10 ਮਰਬੇ ਜ਼ਮੀਨ ਸਾਡੀ ਉੱਥੇ ਲਗਭਗ 250 ਏਕੜ ਸਾਡੇ ਦਾਦਿਆਂ ਦੇ ਕੋਲ ਸੀ। ਜਦੋਂ ਇਸ ਚੀਜ਼ ਦਾ ਪਤਾ ਲੱਗਾ ਵੀ ਦੇਸ਼ ਵੰਡਣ ਲੱਗੇ ਨੇ, ਮੇਰੇ ਫਾਦਰ ਸਾਹਿਬ ਸੀਗੇ, ਦਾਦਾ ਜੀ ਉਦੋਂ ਦਾਦੀ ਜੀ ਪ੍ਰੈਗਨੈਂਟ ਸੀ, ਹੋਣ ਵਾਲੇ ਸੀ, ਤੇ ਭਾਜੀ ਲਾਸਟ ਮੰਥ ਸੀ। ਸੋ ਇੱਕੋ ਦਮ ਖਬਰ ਆਈ ਜੀ ਫਟਾਫਟ ਤੁਸੀਂ ਆਪਣਾ ਕੱਪੜੇ ਪਾ ਲਓ ਤੇ ਨਿਕਲਣਾ। ਸੋ ਉਸ ਸਮੇਂ ਦਾਦੀ ਜੀ ਦੱਸਦੇ ਨੇ ਕਿ ਇੱਕਦਮ ਜਿੱਦਾਂ ਹੁਣ ਇੱਥੇ ਵਸਿਆ ਘਰ ਏ, ਉਹ ਬੜਾ ਔਖਾ ਹੁੰਦਾ ਭਾਜੀ ਕਿਸੇ ਵੀ ਫੈਮਿਲੀ ਲਈ ਕਹਿ ਲਓ, ਕਿਸੇ ਵਿਅਕਤੀ ਲਈ ਕਹਿ ਲਓ। ਸੋ ਉਹ 4 ਕੱਪੜੇ ਲੈ ਕੇ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਇਹੀ ਸੀ ਵੀ ਅਸੀਂ ਸ਼ਾਇਦ ਵਾਪਸ ਆ ਜਾਈਏ। ਫਾਦਰ ਸਾਹਿਬ ਇੱਕ ਅਫਸਰ ਬਣ ਗਏ ਸੀਗੇ, ਤਾਂ ਉਸ ਤੋਂ ਬਾਅਦ ਤੁਹਾਡਾ ਵਕਾਲਤ ਵਾਲੇ ਪਾਸੇ ਕਿਸ ਤਰੀਕੇ ਨਾਲ ਜੁੜਨਾ ਹੋਇਆ? ਮੈਨੂੰ ਲੱਗਦਾ ਇੱਕ ਬੜੀ ਅਹਿਮ ਚੀਜ਼ ਆ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜੇ ਅਫਸਰ ਬਣ ਜਾਂਦੇ ਨੇ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਕਿ ਸਾਡੇ ਬੱਚੇ ਜਿਹੜੇ ਆ ਉਹ ਵੀ ਅਫਸਰ ਹੀ ਬਣਨ ਅੱਗੇ। ਬੜੇ 84 ਦੇ ਉਦੋਂ ਕੇਸ ਬਣੇ, 84 ਤੋਂ ਲੈ ਕੇ 90 92 ਤੱਕ ਜਿਹੜੇ ਸਾਡੇ ਇਰਦ ਗਿਰਦ ਹੋਏ, ਜਿੱਥੇ ਪਤਾ ਲੱਗਿਆ ਵੀ ਫਲਾਣੀ ਜਗ੍ਹਾ ਵੀ ਸ਼ਹਾਦਤ ਹੋ ਗਈ, ਫਲਾਣੀ ਜਗ੍ਹਾ ਸ਼ਹਾਦਤ ਹੋ ਗਈ, ਜਾਂ 84 ਜਿਹੜਾ ਆਪਣਾ ਦਿੱਲੀ ਵਾਲਾ ਵੀ ਸੀਗਾ ਉਹ ਵੀ ਕਿਤੇ ਨਾ ਕਿਤੇ ਚੱਲਦਾ ਸੀ। ਸੋ ਉੱਥੇ ਆ ਕੇ ਸਾਨੂੰ ਲੱਗਿਆ ਯਾਰ ਵੀ ਕਿਤੇ ਨਾ ਕਿਤੇ ਜਦੋਂ ਕਿਤੇ ਅਸੀਂ ਵੱਡੇ ਹੋਵਾਂਗੇ ਵੀ ਅਸੀਂ ਵੀ ਜੇ ਵਾਹਿਗੁਰੂ ਨੇ ਚਾਹਿਆ ਵੀ ਅਸੀਂ ਇਨਸਾਫ ਦਵਾਵਾਂਗੇ, ਖਾਸ ਤੌਰ ਤੇ ਕਹਿੰਦੇ ਨੇ ਵੀ ਪਹਿਲਾਂ ਆਪਣਾ ਸਿਰ ਗੁੰਦ ਲਾਂਗੇ। ਸੋ ਇਹ ਸੋਚ ਕੇ ਨਾਲ ਹੀ ਅਸੀਂ ਹਾਈ ਕੋਰਟ ਦੇ ਵਿੱਚ ਆਪਣੀ ਪ੍ਰੈਕਟਿਸ ਸਰਦਾਰ ਕਮਲਜੀਤ ਸਿੰਘ ਨੇ ਸੈਕਟਰ 11 14 ਉਹਨਾਂ ਦੀ ਕੋਠੀ ਸੀ, ਸਾਡਾ ਉਸਤਾਦ ਕਹਿ ਲਓ, ਸਾਡੇ ਬੌਸ ਕਹਿ ਲਓ, ਉਹਨਾਂ ਦੇ ਕੋਲ ਅਸੀਂ ਦੋਨਾਂ ਬ੍ਰਦਰਸ ਨੇ ਕੰਮ ਸ਼ੁਰੂ ਕੀਤਾ ਤੇ 1.5 ਸਾਲ ਭਾਜੀ ਪੂਰੀ ਡਟ ਕੇ ਮਿਹਨਤ ਕੀਤੀ। ਇਦਾਂ ਦਾ ਪਹਿਲਾ ਕਿਹੜਾ ਕੇਸ ਸੀਗਾ ਜਿਹੜਾ ਤੁਹਾਨੂੰ ਲੱਗਾ ਕਿ ਇਸ ਕੇਸ ਦੇ ਕਰਕੇ ਘੁੰਮਣ ਭਰਾਵਾਂ ਦੀ ਪਹਿਚਾਣ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਬਣੀ? 2011 ਦੇ ਵਿੱਚ ਪੀਸੀਐਸ ਅਫਸਰਾਂ ਦਾ ਕੇਸ ਆਇਆ, ਰਿਟ ਪਾਈ ਸੀ, ਬਹੁਤ ਵੱਡਾ ਕੇਸ ਸੀ, ਉਹ ਅਸੀਂ ਅਲਟੀਮੇਟਲੀ ਜਿੱਤਿਆ। ਫਿਰ 2012-13 ਚ ਇੱਕ ਵੱਡਾ ਕੇਸ ਐਨਆਰਆਈ ਡਾਕਟਰ ਦਾ ਆਇਆ, ਉਹ ਜਿੱਤਿਆ। ਪਰ ਕ੍ਰਿਮੀਨਲ ਦੇ ਵਿੱਚ ਭਾਜੀ 2000 ਇੱਕ ਬਕੂਆ ਹੈਗਾ 16 ਦਾ, ਮੇਰੀ ਪ੍ਰੈਕਟਿਸ ਸਾਰੀ 7-8 ਸਾਲ। ਇੱਕ ਵੱਡਾ ਕੇਸ ਪੰਜਾਬ ਦਾ ਮਰਡਰ ਲੁਧਿਆਣੇ ਹੁੰਦਾ ਹੈ, ਮੈਂ ਅੱਜ ਨਾਮ ਨਹੀਂ ਲਵਾਂਗਾ ਕਿਉਂਕਿ ਉਹ ਬੜਾ ਕੰਟਰੋਵਰਸ਼ੀਅਲ। ਸੈਰ ਕਰਦੇ ਕਰਦੇ 7-7:30 ਦਾ ਟਾਈਮ ਹੋਏਗਾ ਜੀ, ਤੇ ਮੈਨੂੰ ਇਦਾਂ ਲੱਗਿਆ ਕਿ ਮੈਂ ਇੱਥੇ ਜਾ ਰਿਹਾ ਤੇ ਗੋਲੀ ਚੱਲੀ ਆ ਸਾਹਮਣੇ ਪਿੱਛੋਂ। ਮੈਂ ਇੱਕਦਮ ਜਦੋਂ ਗੋਲੀ ਚੱਲਦੀ ਹੈ ਭਾਜੀ, ਮੈਂ ਇੱਕਦਮ ਜਿੱਦਾਂ ਬੋਡੀ ਮੇਰੀ ਰਿਐਕਟ ਕਰਦੀ ਹੈ, ਮੈਂ ਇੱਕਦਮ ਥੱਲੇ ਡਿੱਗ ਗਿਆ। ਮਦਰ ਨੂੰ ਮੈਂ ਕਿਹਾ ਮੈਂ ਅੰਦਰ ਵੜ। ਜਿੱਦਾਂ ਇੱਕ ਵਕੀਲ ਨੂੰ ਆਪਾਂ ਫਿਲਮਾਂ 'ਚ ਦੇਖਦੇ ਹਾਂ ਵੀ ਉਹਦੇ ਤੇ ਯਾਰ ਜਿੱਦਾਂ ਅਟੈਕ ਹੋ ਗਿਆ, ਪਾਰਟੀ ਉਹਨੂੰ ਡਰਾਉਂਦੀ ਏ, ਉਹਨੂੰ ਧਮਕਾਉਂਦੀ ਹੈ, ਇਹ ਰਿਐਲਿਟੀ ਹੈ ਬ੍ਰਦਰ, ਮੈਂ ਦੇਖਿਆ। ਤੁਹਾਡੇ ਵੀ ਯਾਦ ਹੋਣਾ ਇੱਕ ਸਿੰਗਰ ਆਏ ਬਾਹਰੋਂ, ਐਲੀ ਮੰਗਲ, ਤੁਸੀਂ ਇਹ ਦੇਖੋ ਕਿ ਸਿੰਗਰ ਆਏ, ਚਲੋ ਉਹ ਨੋ ਡਾਊਟ ਉਹਨਾਂ ਦੇ ਉੱਪਰ ਇੱਕ FIR ਵੀ ਦਰਜ ਹੋਇਆ। ਅਸੀਂ ਐਵੀਡੈਂਸ ਇਸ ਤਰੀਕੇ ਦਾ ਭੋਗਲ ਸਾਹਿਬ ਕ੍ਰੀਏਟ ਕਰ ਲਿਆ ਕਿ ਪੁਲਿਸ ਨੂੰ ਵੀ ਉੱਪਰਲੀ ਜਿਹੜੀ ਸੀ ਹਾਇਰਾਰਕੀ, ਜਿਹੜੀ ਪੁਲਿਸ ਦੀ ਉੱਪਰਲੀ ਹਾਇਰਾਰਕੀ ਮੈਂ ਕਹਾਂਗਾ, ਉੱਥੇ ਤੱਕ ਇਹ ਖਬਰ ਗਈ ਕਿ ਲਾਇਰਸ ਨੇ ਜਿਹੜਾ ਮੈਟਰ ਉਹ ਇਸ ਤਰੀਕੇ ਦਾ ਮੈਡੀਕਲ ਜਾਂ ਨੂੰ ਇਸ ਤਰੀਕੇ ਦਾ ਸਾਰਾ ਨੂੰ ਮਤਲਬ ਉਹਨੂੰ ਬੰਨ ਲਿਆ ਵੀ ਕੱਲ ਨੂੰ ਕਿਤੇ ਨਾ ਕਿਤੇ ਅਸੀਂ ਸਾਰੇ ਇਹਦੇ 'ਚ ਸਫੋਕੇਟ ਹੋਵਾਂਗੇ। ਕਿ ਜਿਹੜੇ ਪ੍ਰੋਟੈਕਟੀ ਦੇ ਕੋਲ ਸਿਕਿਉਰਿਟੀ ਹੋਏਗੀ, ਜਿਸ ਦਿਨ ਆਪਾਂ ਉਹਨੂੰ ਵਿਡਰਾਅ ਕਰਨਾ ਹੈ, ਉਹ ਐਟਲੀਸਟ ਇੱਕ ਕਟਸੀ ਹੁੰਦੀ ਹੈ ਕਿ ਤੁਸੀਂ ਉਹਨੂੰ ਉਹਦੇ ਘਰ ਤੱਕ ਬਚਾ ਕੇ ਫਿਰ ਤੁਸੀਂ ਵਾਪਸ ਆਉਣਾ ਹੈ। ਪਰ ਸਾਡੇ ਵਾਲੇ ਕੇਸ ਦੇ ਵਿੱਚ ਇਹ ਫੋਨ ਆਇਆ ਹੈ ਕਿ ਜਿੱਥੇ ਬੈਠੇ ਨੇ ਇਹਨਾਂ ਨੂੰ ਉੱਥੇ ਛੱਡ ਕੇ ਤੁਸੀਂ ਇਮੀਡੀਏਟਲੀ ਆਪਣੀਆਂ ਵਾਪਸੀਆਂ ਪਾਓ। ਪਰ ਮੈਨੂੰ ਵੀ ਲੱਗਦਾ ਸੀ ਵੀ ਯਾਰ ਕਿਤੇ ਨਾ ਕਿਤੇ ਇਹੋ ਜਿਹੇ ਮੈਟਰ ਤੇ ਸਾਡੇ ਕੋਲ ਆ ਗਏ ਨੇ ਵੀ ਜਿੱਥੇ ਮੈਨੂੰ ਲੱਗਦਾ ਸੀ ਵੀ ਜੇ ਅਸੀਂ ਦੋਵੇਂ ਭਰਾ ਜਾਂਦੇ ਹਾਂ ਤਾਂ ਕੁਛ ਨਾ ਕੁਛ ਸਾਡਾ ਦੋਵਾਂ ਭਰਾਵਾਂ 'ਚੋਂ ਜੇ ਇੱਕ ਭਰਾ ਦਾ ਵੀ ਨੁਕਸਾਨ ਹੋ ਗਿਆ ਤਾਂ ਦੂਜਾ ਬ੍ਰਦਰ ਜਿਹੜਾ ਉਹ ਆਪਣੇ ਆਪ ਹੀ ਪਿੱਛੇ ਹੋ ਜਾਏਗਾ। ਮੈਂ ਨਾਮ ਨਹੀਂ ਲਵਾਂਗਾ, ਬੜੇ ਵੱਡੇ ਨਾਮੀ ਪੋਲੀਟੀਕਲ ਬੰਦੇ ਨੇ ਜਿਨ੍ਹਾਂ ਨੇ ਕਈ ਵਾਰੀ ਮੈਨੂੰ ਤੇ ਬ੍ਰਦਰ ਨੂੰ ਫੋਨ ਕਰਕੇ ਸਿੱਧੇ ਤੌਰ ਤੇ ਇੱਥੋਂ ਤੱਕ ਕਿਹਾ ਯਾਰ ਫਾਈਲ ਛੱਡ ਦਿਓ। ਘੁੰਮਣ ਭਰਾਵਾਂ ਨੂੰ ਸ਼ੌਂਕ ਕੀ ਹੈਗੇ ਨੇ? ਫਾਰਮਿੰਗ ਜਿਹੜੀ ਖੂਨ 'ਚ ਹੈ। ਅਸੀਂ ਟਰੈਕਟਰ ਅੱਜ ਕੱਲ੍ਹ ਵੀ ਬ੍ਰਦਰ ਨੇ ਚਲਾਇਆ, ਮੈਂ ਕਿਹਾ 5-7 ਕਿੱਲੇ ਵਾਏ ਨੇ, ਜਦੋਂ ਟਾਈਮ ਮਿਲ ਜਾਵੇ ਅਸੀਂ ਆਪਣੇ ਖੇਤਾਂ ਚਲੇ ਜਾਣਾ। ਸਭ ਤੋਂ ਵੱਡਾ ਮਨ 'ਚ ਇਹ ਹੈ ਕਿ ਸੰਦੇ ਚੰਗੇ ਹੋਣ, ਟਰੈਕਟਰ ਅਸੀਂ ਨਵੇਂ ਤੋਂ ਨਵੇਂ ਰੱਖਣੇ ਨੇ। ਮੈਨੂੰ ਸ਼ੌਂਕ ਹੈਗਾ ਕਾਰਾਂ ਦਾ,
ਜਾਂ ਤੁਸੀਂ ਕਹ ਲਓ ਵੀ ਜਿਵੇਂ ਜਿਹੜੀਆਂ XUV ਵੱਡੀਆਂ ਗੱਡੀਆਂ ਨੇ, ਜਿਵੇਂ ਫੋਰਚੂਨਰਸ ਕਹਿ ਲਈ ਆਪਾਂ। ਫਿਰ ਉਸ ਤੋਂ ਬਾਅਦ ਬੰਦੇ ਨੂੰ ਆਫ ਰੋਡਿੰਗ ਦਾ ਵੀ ਸ਼ੌਂਕ ਹੁੰਦਾ ਥੋੜਾ ਜਿਹਾ। ਸਾਡੇ ਯਾਰ ਦੋਸਤ ਅੱਜ ਉਸ ਚੀਜ਼ ਦੇ ਗਵਾਹ ਨੇ ਵੀ ਘੁੰਮਣਾਂ ਦੇ ਕੋਲ ਪਰਸ ਇੱਕੋ ਹੀ ਹੈ ਭਾਜੀ, ਅਸੀਂ ਦੂਜਾ ਪਰਸ ਅੱਜ ਤੱਕ ਨਹੀਂ ਲਾਇਆ। ਤੇ ਅੱਜ ਯੂਨੀਵਰਸਿਟੀ ਛੱਡੀ ਨੂੰ 15 ਸਾਲ 16 ਸਾਲ ਹੋ ਗਏ ਨੇ, ਅੱਜ ਤੱਕ ਸੈਕਿੰਡ ਪਰਸ ਨਹੀਂ ਲੱਗਿਆ। ਸਾਡੇ ਵਿਆਹ ਵੀ ਹੋ ਗਏ, ਬੱਚੇ ਵੀ ਹੋ ਗਏ। ਸੋ ਇੱਥੋਂ ਇੱਕ ਐਗਜ਼ਾਮਪਲ ਆਉਂਦੀ ਹੈ ਇਕੱਠ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਫਰੇ ਜ਼ਿੰਦਗੀ ਲੈ ਕੇ ਹਾਜ਼ਰ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਕਸਰ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇੱਕ ਅਜਿਹੀ ਸ਼ਖਸੀਅਤ ਤੁਹਾਡੇ ਰੂਬਰੂ ਕਰਵਾਈਏ ਜਿਹੜੀ ਇੱਕ ਸਫ਼ਰ ਦੇ ਵਿੱਚੋਂ ਲੰਘੀ ਹੈ। ਅੱਜ ਸਾਡੇ ਨਾਲ ਦੋ ਭਰਾ ਜਿਨ੍ਹਾਂ ਦੀ ਚਰਚਾ ਕਾਫੀ ਸਮੇਂ ਤੋਂ ਤੁਸੀਂ ਵੀ ਦੇਖੀ ਹੋਣੀ ਹੈ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਹਾਈ ਪ੍ਰੋਫਾਈਲ ਕੇਸਿਸ ਜਿਹੜੇ ਨੇ ਇਹਨਾਂ ਨੇ ਡੀਲ ਕੀਤੇ ਨੇ। ਘੁੰਮਣ ਬ੍ਰਦਰਸ ਸਾਡੇ ਨਾਲ ਹੋਣਗੇ ਕਿਉਂਕਿ ਵਕਾਲਤ ਦੇ ਵਿੱਚ, ਹਾਈ ਕੋਰਟ ਦੇ ਵਿੱਚ ਵਕੀਲ ਦੇ ਤੌਰ ਤੇ ਬਹੁਤ ਸਾਰੇ ਕੇਸਾਂ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ। ਪਰ ਨਾਲ ਦੀ ਨਾਲ ਇਹ ਇਸ ਮੁਕਾਮ ਤੱਕ ਪਹੁੰਚੇ ਕਿਵੇਂ, ਇਹ ਬੜੀ ਅਹਿਮ ਚੀਜ਼ ਰਹਿਣ ਵਾਲੀ ਹੈ। ਇਹਨਾਂ ਦੀ ਜ਼ਿੰਦਗੀ ਪਿੱਛੋਂ ਕਿੱਥੋਂ ਜੁੜੀ ਹੈ, ਅੱਜ ਇਸ ਮੁਕਾਮ ਤੇ ਕਿਸ ਤਰੀਕੇ ਨਾਲ ਪਹੁੰਚੇ ਤੇ ਇਸ ਮੁਕਾਮ ਦੇ ਦੌਰਾਨ ਕਿਹੜੀਆਂ ਔਕੜਾਂ ਦਾ ਸਾਹਮਣਾ ਕੀਤਾ ਜਾਂ ਕਿਸ ਤਰੀਕੇ ਦੇ ਕੇਸ ਜਦੋਂ ਹੈਂਡਲ ਕੀਤੇ ਤਾਂ ਕੀ ਕੁਝ ਝੱਲਣਾ ਪਿਆ। ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਨੇ। ਅੱਜ ਉਹ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਭਾਜੀ ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਬਹੁਤ ਧੰਨਵਾਦ ਵੀਰ ਜੀ। ਭਾਜੀ, ਜਦੋਂ ਸਫ਼ਰ ਜ਼ਿੰਦਗੀ ਇਸ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਤਾਂ ਅਸੀਂ ਅਕਸਰ ਇਹ ਸਵਾਲ ਕਰਦੇ ਹਾਂ ਕਿ ਇਹ ਜਿਹੜਾ ਸਫ਼ਰ ਹੈ ਤੁਹਾਡਾ, ਕਿਉਂਕਿ ਅੱਜ ਤਾਂ ਲੋਕਾਂ ਨੂੰ ਪਤਾ ਹੈਗਾ ਕਿ ਦੋ ਘੁੰਮਣ ਬ੍ਰਦਰਸ ਹੈਗੇ ਨੇ, ਲੋਕਾਂ ਦੇ ਵਿੱਚ ਵਿਚਰਦੇ ਨੇ, ਬਹੁਤ ਸਾਰੇ ਹਾਈ ਪ੍ਰੋਫਾਈਲ ਤੁਸੀਂ ਕੇਸ ਜਿਹੜੇ ਨੇ ਉਹ ਦੇਖ ਰਹੇ ਹੋ। ਪਰ ਇਹ ਸਫ਼ਰ ਤੱਕ ਪਹੁੰਚਣ ਦਾ ਇੱਕ ਪੂਰੀ ਇੱਕ ਕਹਾਣੀ ਹੁੰਦੀ ਹੈ। ਇਹ ਕੁਝ ਸ਼ਬਦਾਂ ਦੇ ਵਿੱਚ ਉਸ ਚੀਜ਼ ਨੂੰ ਪਰੋਣਾ ਹੋਵੇ, ਇਹ ਹੁਣ ਤੱਕ ਦਾ ਸਫ਼ਰ ਕਿਹੋ ਜਿਹਾ ਰਿਹਾ ਤੁਹਾਡਾ? ਦੇਖੋ, ਸਫ਼ਰ ਹਮੇਸ਼ਾ ਹੀ ਕਿਸੇ ਵੀ ਵਿਅਕਤੀ ਦਾ, ਮਤਲਬ ਮੈਂ ਇਹ ਨਹੀਂ ਕਹਿ ਸਕਦਾ ਵੀ ਬੜਾ ਸੌਖਾ ਹੈ। ਕਠਿਨਾਈਆਂ ਵਿਅਕਤੀ ਜਿਹੜੇ ਮਰਦ ਨੇ ਉਹਨਾਂ ਦੇ ਉੱਪਰ ਹੀ ਆਉਂਦੀਆਂ ਨੇ। ਸੋ ਸਟਾਰਟਿੰਗ ਮੈਂ ਇੱਥੇ ਕਰਾਂਗਾ ਕਿ ਸਾਡਾ ਜਿਹੜਾ ਪਿਛੋਕੜ ਸੀ ਜੀ, ਸਾਡਾ ਪਾਕਿਸਤਾਨ ਤੋਂ ਅਸੀਂ ਪਿੱਛੋਂ ਸਾਡੀ ਫੈਮਿਲੀ ਮਾਈਗ੍ਰੇਟ ਹੋਈ। 1947 ਤੋਂ ਪਹਿਲਾਂ ਸਾਡੇ ਕੋਲ ਉੱਥੇ 10 ਮਰਬੇ ਜ਼ਮੀਨ ਸਾਡੀ ਉੱਥੇ ਲਗਭਗ 250 ਏਕੜ ਸਾਡੇ ਦਾਦੇਰਾਂ ਦੇ ਕੋਲ ਸੀ ਜੀ। ਉੱਥੇ ਭਾਜੀ ਤਹਿਸੀਲ ਡਸਕਾ ਸੀ ਤੇ ਜ਼ਿਲ੍ਹਾ ਸੀ ਸਾਡਾ ਸਿਆਲਕੋਟ, ਤੇ ਉਹਦੇ 'ਚ ਸਾਡਾ ਇੱਕ ਛੋਟਾ ਜਿਹਾ ਪਿੰਡ ਸੀ ਮੂਸੇਵਾਲਾ। ਇਟਸ ਜਸਟ ਅਰਾਊਂਡ 1 ਕਿਲੋਮੀਟਰ ਫਰੋਮ ਡਸਕਾ। ਉੱਥੇ ਸਾਡੇ ਦਾਦਿਆਂ ਦੇ ਕਹਿੰਦੇ ਨੇ ਵੀ 10 ਸਾਡੇ ਖੂਹ ਸੀ ਜੀ। ਲਗਭਗ ਮਰਬੇ 10 ਤੁਹਾਨੂੰ ਮੈਂ ਦੱਸ ਹੀ ਬੈਠਾ। ਤੇ ਉਦੋਂ ਇਹ ਵੀ ਸੀ ਕਿ ਸਾਰੀ ਜ਼ਮੀਨ ਸਾਡੀ ਵਗਦੀ ਨਹੀਂ ਸੀ। ਹੁਣ ਜਦੋਂ 1947 ਦਾ ਸਮਾਂ ਆਇਆ, ਸਾਡੇ ਦਾਦਾ ਜੀ ਹਰੀ ਖਾਲਸਾ ਕਾਲਜ ਲਾਹੌਰ ਗ੍ਰੈਜੂਏਸ਼ਨ ਕੀਤੀ ਉਹਨਾਂ ਨੇ। ਉੱਥੇ ਸਰਦਾਰ ਭਗਤ ਸਿੰਘ ਹਰੀ ਉਹਨਾਂ ਤੋਂ ਕੋਈ 2 ਸਾਲ ਸੀਨੀਅਰ ਸੀਗੇ ਜੀ। ਹੁਣ ਜਦੋਂ ਗ੍ਰੈਜੂਏਸ਼ਨ ਤੋਂ ਬਾਅਦ ਬਾਪੂ ਜੀ ਹਰੀ ਸਾਡੇ ਆਰਮੀ 'ਚ ਭਰਤੀ ਹੋ ਗਏ, ਇੰਡੀਅਨ ਆਰਮੀ 'ਚ। ਉਸ ਤੋਂ ਬਾਅਦ ਭਾਜੀ ਜਦੋਂ ਦੇਸ਼ ਦੀ ਵੰਡ ਹੁੰਦੀ ਹੈ, ਦਾਦੀ ਹਰੀ ਸੀਗੇ। ਸੋ ਜਦੋਂ ਇਸ ਚੀਜ਼ ਦਾ ਪਤਾ ਲੱਗਾ ਵੀ ਦੇਸ਼ ਵੰਡਣ ਲੱਗੇ ਨੇ, ਮੇਰੇ ਫਾਦਰ ਸਾਹਿਬ ਸੀਗੇ, ਦਾਦਾ ਜੀ ਉਦੋਂ, ਦਾਦੀ ਜੀ ਪ੍ਰੈਗਨੈਂਟ ਸੀ, ਹੋਣ ਵਾਲੇ ਸੀ। ਤੇ ਭਾਜੀ ਲਾਸਟ ਮੰਥ ਸੀ। ਸੋ ਇੱਕੋ ਦਮ ਖਬਰ ਆਈ ਜੀ, ਫਟਾਫਟ ਤੁਸੀਂ ਆਪਣਾ ਕੱਪੜੇ ਪਾ ਲਓ ਤੇ ਨਿਕਲਣਾ। ਸੋ ਉਸ ਸਮੇਂ ਦਾਦੀ ਜੀ ਦੱਸਦੇ ਨੇ ਕਿ ਇੱਕਦਮ ਜਿੱਦਾਂ ਹੁਣ ਇੱਥੇ ਵਸਿਆ ਘਰ ਏ, ਉਹ ਬੜਾ ਔਖਾ ਹੁੰਦਾ ਭਾਜੀ ਕਿਸੇ ਵੀ ਫੈਮਿਲੀ ਲਈ ਕਹਿ ਲਓ, ਕਿਸੇ ਵਿਅਕਤੀ ਲਈ ਕਹਿ ਲਓ। ਸੋ ਉਹ 4 ਕੱਪੜੇ ਲੈ ਕੇ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਇਹੀ ਸੀ ਵੀ ਅਸੀਂ ਸ਼ਾਇਦ ਵਾਪਸ ਆ ਜਾਵਾਂਗੇ। ਤੇ ਬੀਬੀ ਜਿਹੜੀ ਦੱਸਦੇ ਹੁੰਦੇ ਨੇ ਕਿ ਜਿਹੜਾ ਗਹਿਣੇ ਜੇਵਰਾਤ ਸੀਗੇ ਫੈਮਿਲੀ ਦੇ, ਉਹ ਵੀ ਕੋਈ ਸਾਡੇ ਘਰ ਦੇ ਪਿੱਛੇ ਕੋਈ ਪਿਲਖਣੀ ਹੈ, ਉੱਥੇ ਹੀ ਦੱਬ ਦਿੱਤੇ ਗਏ ਵੀ ਇਹ ਸੋਚ ਕੇ ਵੀ ਕਿਤੇ ਨਾਲ ਕੈਰੀ ਕਰ ਲਏ ਤੇ ਕੋਈ ਖੋਣ ਦੀ ਖਾਤਰ ਸਾਨੂੰ ਮਾਰਨਾ ਦੇਵੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਉੱਥੋਂ ਭਾਜੀ ਨਿਕਲਿਆ, ਸਾਡੇ ਘਰ ਦੀਆਂ ਉਦੋਂ 4 ਘੋੜੀਆਂ ਸੀ, ਉਹ ਪਿੱਛੋਂ ਨਾਲ ਲੈ ਕੇ ਚੱਲੇ। ਤੇ ਜਦੋਂ ਕਹਿੰਦੇ ਟ੍ਰੇਨ ਤੇ ਚੜ੍ਹੇ ਨੇ, ਅਖੀਰ ਨੂੰ ਘੋੜੀਆਂ ਲਗਭਗ 3-4 ਕਿਲੋਮੀਟਰ ਟ੍ਰੇਨ ਦੇ ਪਿੱਛੇ ਭੱਜਦੀਆਂ ਆਈਆਂ। ਬਟ ਉਹ ਫਿਰ ਪਿੱਛੇ ਹੀ, ਕਿਉਂਕਿ ਪਾਕਿਸਤਾਨ ਵੰਡਿਆ ਗਿਆ, ਉਹ ਦੇਸ਼ ਜਿਹੜਾ ਸੀ ਉੱਥੇ ਦਾ ਉੱਥੇ ਹੀ ਉਹ ਰਹਿ ਗਿਆ। ਸੋ ਇਹਨਾਂ ਕਠਿਨਾਈਆਂ ਦੇ ਚੱਲਦੇ ਹੋਏ ਸਾਡੇ ਜਿੱਦਾਂ ਸਾਡਾ ਭਾਈਚਾਰਾ, ਸਾਡੇ ਚਾਚੇ ਤਾਏ ਅੱਗੇ ਉਹ ਵੀ ਨਾਲ ਸੀ। ਸੋ ਚਾਚਾ ਜੀਰਾਂ ਦਾ ਜਨਮ ਉਸ ਟ੍ਰੇਨ 'ਚ ਨਿਕਲਦਿਆਂ ਸਾਰ ਹੀ ਡੇਰਾ ਬਾਬਾ ਨਾਨਕ ਹੁੰਦਾ ਹੈ।
ਤੇ ਪਾਰਟੀਸ਼ਨ ਦੇ ਵਿੱਚ ਹੀ ਉਹਨਾਂ ਦਾ ਨਾਮ ਫਿਰ ਇਨਕਲਾਬ ਰੱਖਿਆ ਦਾਦਾ ਜੀਰਾਂ ਨੇ, ਕਿਉਂਕਿ ਇੱਕ ਨਵਾਂ ਇਨਕਲਾਬ ਲੈ ਕੇ ਆਏ। ਸੋ ਹੁਣ ਮੈਂ ਇਹ ਸੋਚਦਾ ਕਿ ਅੱਜ ਦੀਆਂ ਜਿਹੜੀਆਂ ਸਾਡੀਆਂ ਲੇਡੀਜ਼ ਨੇ, ਪ੍ਰੈਗਨੈਂਟ ਹੁੰਦਿਆਂ ਸਾਰੀ ਜਿੱਦਾਂ ਕੰਮ ਮੋਸਟਲੀ ਅਸੀਂ ਦੇਖਿਆ ਕਿ ਅਸੀਂ ਇਹ ਸੋਚਦੇ ਹਾਂ ਕਿ ਜਿੱਦਾਂ ਕੋਈ ਡਿਜ਼ੀਜ਼ ਹੋ ਗਈ, ਉਸ ਲੇਡੀ ਦਾ ਦੇਖੋ ਜਿਹਦੇ 9 ਮਹੀਨਿਆਂ ਦੀ ਗਰਭ ਦੇ ਵਿੱਚ ਬੱਚਾ ਲੈ ਕੇ ਉਹ ਨਿਕਲੀ। ਸੋ ਇੱਥੇ ਇੰਡੀਆ 'ਚ ਆਏ ਆ, ਚਲੋ ਸਾਨੂੰ ਪਹਿਲਾਂ ਕਪੂਰਥਲੇ ਜ਼ਮੀਨ ਅਲਾਟ ਕੀਤੀ ਜੀ, ਲਗਭਗ ਅੱਧੀ ਜ਼ਮੀਨ 125 ਕਿੱਲਾ ਸਾਨੂੰ ਅਲਾਟ ਕੀਤੀ ਸੁਲਤਾਨਪੁਰ ਜੀ। ਫਿਰ ਸਾਡੇ ਬਜ਼ੁਰਗਾਂ ਨੇ ਸੋਚਿਆ ਕਿ ਉੱਥੇ ਥੋੜ੍ਹਾ ਜਿਹਾ ਨਾ ਮਾਰੂ ਏਰੀਆ ਸੀ, ਫਿਰ ਕਿਉਂਕਿ ਇਹ ਪਟਿਆਲਾ ਸੀਗਾ ਜੀ ਡਿਸਟ੍ਰਿਕਟ, ਤਾਂ ਸਾਡਾ ਹੁਣ ਫਤਿਹਗੜ੍ਹ ਸਾਹਿਬ ਤਾਂ ਬਾਅਦ 'ਚ ਬਣਿਆ ਬੜਾ ਲੇਟਰ ਔਨ। ਫਿਰ ਇੱਥੇ ਆ ਕੇ ਸਾਡੇ ਬਜ਼ੁਰਗਾਂ ਨੂੰ ਇਸ ਜਗ੍ਹਾ 'ਤੇ 125 ਕਿੱਲਾ ਜ਼ਮੀਨ ਅਲਾਟ ਕੀਤੀ ਗਈ। ਸੋ ਇੱਥੇ ਆ ਕੇ ਵੀ ਦਾਦਾ ਜੀ ਹਰੀ ਜਿਹੜੇ ਸੀਗੇ ਉਹ ਨਾਲ ਨਹੀਂ ਆਏ। ਦਾਦਾ ਜੀ ਹਰੀ 1951 'ਚ 47 'ਚ ਵੰਡ ਹੁੰਦੀ ਹੈ ਭਾਜੀ, ਤੇ 51 ਦੇ ਵਿੱਚ ਬਾਪੂ ਜੀ ਹਰੀ ਵਾਪਸ ਆਏ ਨੇ। ਤੇ ਉਹਨਾਂ ਦੀ ਕਹਾਣੀ ਦੇ ਵਿੱਚ ਵੀ ਇੱਕ ਵੱਡੀ ਕਹਾਣੀ ਜੁੜੀ, ਉਹ ਬ੍ਰਦਰ ਤੁਹਾਨੂੰ ਦੱਸਦੇ ਨੇ ਸਟੈਪ ਬਾਏ ਸਟੈਪ ਕਰਕੇ। ਤੇ ਬੜਾ ਸਫ਼ਰ ਭਾਜੀ ਲੰਮਾ ਸੀ। ਉਹ ਜਦੋਂ ਆਉਂਦੇ ਨੇ ਉਹ ਬ੍ਰਦਰ ਦੱਸਣਗੇ ਰਸਤੇ ਦੇ ਵਿੱਚ ਵੀ ਉਹਨਾਂ ਨੂੰ ਕੀ ਕੀ ਪ੍ਰੋਬਲਮਾਂ ਆਈਆਂ, ਕਿਉਂਕਿ ਇੰਡੀਅਨ ਆਰਮੀ ਸੀ, ਜੋਬ ਨਹੀਂ ਛੱਡੀ, ਫੈਮਿਲੀ ਦਾ ਨਹੀਂ ਸੀ ਪਤਾ ਕਿੱਥੇ ਚਲੇਗੀ। ਸੋ ਉਦੋਂ ਫੋਨ ਨਹੀਂ ਸੀਗੇ, ਕੋਈ ਟੈਲੀਗ੍ਰਾਮ ਨਹੀਂ ਸੀ, ਕੋਈ ਐਡਰੈਸ ਨਹੀਂ ਸੀਗਾ। ਸੋ ਇਹ ਬੜੀਆਂ ਘਟਨਾਵਾਂ ਸੀਗੀਆਂ ਭਾਜੀ ਸਟਾਰਟਿੰਗ 'ਚ। ਜਦੋਂ ਅਸੀਂ ਤੁਹਾਡੀ ਗੱਲ ਕਰਦੇ, ਸਾਨੂੰ ਤਾਂ ਪਤਾ ਹੈਗਾ ਕਿ ਘੁੰਮਣ ਬ੍ਰਦਰਜ਼ ਹੈਗੇ ਨੇ, ਪਰ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੇ ਲਈ ਅਸੀਂ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗੇ, ਤੁਹਾਡਾ ਪੂਰਾ ਨਾਮ ਤੇ ਵੱਡਾ ਛੋਟਾ ਕੌਣ ਹੈਗਾ, ਕਿਉਂਕਿ ਦਰਸ਼ਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਵੀ ਹਾਂ ਉਹ ਇਕੱਲੇ ਇਸੇ ਨਾਮ ਤੋਂ ਜਾਣਦੇ, ਘੁੰਮਣ ਬ੍ਰਦਰਜ਼ ਦੇ ਨਾਮ ਤੋਂ। ਮੇਰਾ ਗੁਰਸਾਹਿਬ ਸਿੰਘ ਘੁੰਮਣ ਹੈ ਜੀ। ਮੈਂ ਗੁਰੂਆਂ ਦੀ ਦੇਖੋ ਅਸੀਂ ਪ੍ਰਣਾਮ ਕਰਦੇ ਹਾਂ, ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਾਡਾ ਜਨਮ ਹੁੰਦਾ ਜੀ। ਪਟਿਆਲੇ ਰਜਿੰਦਰਾ ਹਸਪੀਟਲ ਸਾਡਾ ਜਨਮ ਹੋਇਆ। ਸਾਡੇ ਤੋਂ ਵੱਡੀਆਂ ਸਾਡੀਆਂ 3 ਸਿਸਟਰਸ ਨੇ ਜੀ। ਵੱਡੀ ਸਿਸਟਰ ਕਾਲੋਂ ਪਰਿਵਾਰ ਹੈ, ਅਮਰੀਕਾ ਵੈਲ ਸੈਟਲ ਨੇ। ਛੋਟਾ ਮਾਨ ਫੈਮਿਲੀ ਇੱਥੇ ਤਲਾਣੀਆਂ ਸਾਡੇ ਮਾਨ ਸਾਬਰਾਂ ਦੇ ਘਰਾਂ ਦੇ ਵਿੱਚ ਹੀ ਨੇ ਜੀ ਉਹ, ਤੇ ਉਹ ਹੁਣ ਕੈਨੇਡਾ ਸੈਟਲ ਨੇ ਜੀ। 3rd ਸਾਡੀ ਸਿਸਟਰ ਸੀ ਭਾਜੀ, ਉਹ ਹੁਸ਼ਿਆਰਪੁਰ ਨੇ, ਬੜੇ ਵੈਲ ਸੈਟਲ ਨੇ, ਉਹ ਸੰਦਰ ਫੈਮਿਲੀ ਹੈ ਜੀ। ਸੋ ਅਸੀਂ ਗੁਰਸਾਹਿਬ ਸਿੰਘ ਘੁੰਮਣ ਮੇਰਾ ਤੇ ਬ੍ਰਦਰ ਮੇਰਾ ਗੁਰੂ ਅੰਮ੍ਰਿਤਪਾਲ ਹਾਂਜੀ। ਸਿੰਘ ਘੁੰਮਣ ਹੈ ਜੀ। ਤੇ ਤੁਸੀਂ ਕਹ ਲਓ ਵੀ ਮੈਨੂੰ ਇਹ ਲੱਗਦਾ ਵੀ ਜਿਵੇਂ ਮੁੱਢਲੀ ਸਿੱਖਿਆ ਦੀ ਜੇਕਰ ਗੱਲ ਕਰ ਲਈ ਆਪਾਂ, ਤੇ ਇੱਥੇ ਸਾਡੇ ਫਤਿਹਗੜ੍ਹ ਸਾਹਿਬ ਜਿਹੜੇ ਨੂੰ ਬਿਲੋਂਗ ਕਰਦੇ ਆ, ਛੋਟੇ ਸਾਹਿਬਜ਼ਾਦੇ, ਪਹਿਲਾਂ ਤਾਂ ਮੈਂ ਸਮਝਦਾ ਵੀ ਲੱਖ ਲੱਖ ਪ੍ਰਣਾਮ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ। ਸੋ ਉਹਨਾਂ ਦੀ ਧਰਤੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਇੱਕ ਕਰਮਾਂ ਵਾਲਾ ਸਮਝਦੇ ਹਾਂ ਵੀ ਉੱਥੋਂ ਪਾਕਿਸਤਾਨ ਤੋਂ ਆ ਕੇ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ 'ਚ ਆਉਂਦੇ ਆ। ਫਿਰ ਸਾਡੇ ਫਾਦਰ ਸਾਹਿਬ ਸਰਦਾਰ ਜੋਗਿੰਦਰ ਸਿੰਘ ਘੁੰਮਣ, ਤੁਸੀਂ ਕਹ ਲਓ ਵੀ PPSC ਥਰੂ ਸਿਲੈਕਟ ਹੁੰਦੇ ਨੇ, ਤੇ ਉਹ ਮੈਨੂੰ ਲੱਗਦਾ 1974 ਦੇ ਵਿੱਚ 2 ਵਾਰੀ ਉਹਨਾਂ ਨੇ PPSC ਦੇ ਵਿੱਚ ਅਪੀਅਰ ਹੋਏ, ਦੋਵੇਂ ਵਾਰੀ PPSC ਐਗਜ਼ਾਮ ਉਹਨਾਂ ਨੇ ਕਲੀਅਰ ਕੀਤਾ। ਤੇ ਉਸ ਤੋਂ ਬਾਅਦ ਤੁਸੀਂ ਕਹ ਲਓ ਵੀ ਜਿਹੜੀ ਮੁੱਢਲੀ ਸਿੱਖਿਆ ਦੀ ਗੱਲ ਭੋਗਲ ਸਾਹਿਬ ਕਰ ਲਈਏ, ਤਾਂ ਮੁੱਢਲੀ ਸਿੱਖਿਆ ਜਿਹੜੀ ਸੀ ਸਾਡੀ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਦੇ ਨਾਮ ਦਾ ਸਾਡੇ ਫਤਿਹਗੜ੍ਹ ਸਾਹਿਬ ਸਕੂਲ ਸੀ। ਸੋ ਉੱਥੋਂ ਅਸੀਂ ਆਪਣੀ ਦੋਵਾਂ ਭਰਾਵਾਂ ਨੇ ਮੁੱਢਲੀ ਸਿੱਖਿਆ ਜਿਹੜੀ ਸੀ +2 ਤੱਕ, ਉਹ ਅਸੀਂ ਸਾਰਾ ਸਫ਼ਰ ਜਿਹੜਾ ਸੀ ਉਹ ਇੱਥੋਂ ਹੀ ਤੈਅ ਕੀਤਾ। ਇੱਕ ਗੱਲ ਮੈਨੂੰ ਲੱਗਦੀ ਹੈ ਵੀ ਜਿਵੇਂ ਸਾਡੀ ਜਿਹੜੀ ਜਨਰੇਸ਼ਨ ਹੈ ਭੋਗਲ ਸਾਹਿਬ, ਸਾਡੀ ਜਿਹੜੀ ਪੈਦਾਇਸ਼ ਹੈ, ਮੈਨੂੰ ਲੱਗਦਾ 80 ਦਹਾਕਾ ਜਿਹੜਾ 80 ਤੋਂ 85 ਵਾਲਾ ਸੀ ਜਾਂ 80 ਤੋਂ 90 ਵਾਲਾ ਦਹਾਕਾ, ਸਾਡੀ ਪੈਦਾਇਸ਼ ਉਦੋਂ ਹੋਈ 83 ਜੂਨ, ਜਿਨ੍ਹਾਂ ਦਿਨਾਂ ਦੇ ਵਿੱਚ ਆਪਣਾ ਜਿਹਨੂੰ ਆਪਾਂ ਸਾਕਾ ਬਲੂ ਸਟਾਰ ਕਹਿ ਲਈਏ, ਸਾਕਾ ਨੀਲਾ ਤਾਰਾ ਕਹਿ ਦਈਏ। ਸੋ ਉਦੋਂ ਸਾਡੀ ਪੈਦਾਇਸ਼ ਹੋਈ। ਔਰ ਸਾਡੀ ਮੈਨੂੰ ਲੱਗਦਾ ਵੀ ਭੋਗਲ ਸਾਹਿਬ ਜਿਹੜੀ ਸਾਡੀ ਜਨਰੇਸ਼ਨ ਹੈ ਉਸ ਦਹਾਕੇ ਦੀ, ਕਿਉਂਕਿ 83 'ਚ ਜਨਮ ਹੁੰਦਾ ਹੈ ਤੇ 90 92 94 95 ਤੱਕ ਪੰਜਾਬ ਨੇ ਬੜਾ ਵੱਡਾ ਸੰਤਾਪ ਝੱਲਿਆ, ਡਿਸਟਰਬ ਵੀ ਰਿਹਾ ਪੰਜਾਬੀ ਨਾਲ, ਪੰਜਾਬ ਬੜਾ ਵੱਡਾ ਡਿਸਟਰਬ ਰਿਹਾ। ਸੋ ਉਸ ਦੌਰਾਨ ਮੈਨੂੰ ਲੱਗਦਾ ਵੀ ਅਸੀਂ, ਕਿਉਂਕਿ 5-7 ਸਾਲ ਦਾ ਜਿਹੜਾ ਬੱਚਾ ਹੁੰਦਾ ਨਾ, ਜਦੋਂ ਤੱਕ ਤੁਸੀਂ 90 92 ਦੀ ਗੱਲ ਕਰੋ ਤਾਂ 7-8 ਸਾਲ ਦਾ ਬੱਚਾ ਸੋਝੀ ਰੱਖਣ ਲੱਗ ਜਾਂਦਾ। ਸੋ ਉਹਨੂੰ ਇਹ ਪਤਾ ਲੱਗਣ ਲੱਗ ਜਾਂਦਾ ਹੈ ਵੀ ਸਾਡੇ ਆਲੇ ਦੁਆਲੇ ਕੀ ਮਾਹੌਲ ਹੈ, ਕੀ ਕਿਵੇਂ ਚੱਲ ਰਿਹਾ। ਮਾਹੌਲ ਇਸ ਤਰੀਕੇ ਦਾ ਸੀਗਾ ਵੀ ਜਿਵੇਂ ਅਸੀਂ ਫਾਰਮ ਹਾਊਸ ਤੇ ਰਹਿੰਦੇ ਸੀ ਭੋਗਲ ਸਾਹਿਬ, ਤੇ ਤੁਸੀਂ ਕਹ ਲਓ ਵੀ ਸਾਡੇ ਸਿਸਟਰਸ, ਮੇਰੇ ਜਿਹੜੇ ਵੱਡੇ ਸਿਸਟਰ ਜਿਨ੍ਹਾਂ ਦਾ ਬ੍ਰਦਰ ਨੇ ਜ਼ਿਕਰ ਕੀਤਾ, ਉਹ ਸਾਡੇ ਤੋਂ ਲਗਭਗ 9-10 ਸਾਲ ਵੱਡੇ ਨੇ, ਜਿਹੜੇ ਹੁਣ ਅਮਰੀਕਾ 'ਚ ਸੈਟਲ ਸੀ। ਸੋ ਫਾਦਰ ਸਾਹਿਬ ਨੂੰ ਉਹਨਾਂ ਦਿਨਾਂ 'ਚ ਬੜੇ ਓਨੈਸਟ ਆਫੀਸਰ ਸੀਗੇ, ਇਮਾਨਦਾਰ ਸੀਗੇ। ਉਹਨਾਂ ਦਿਨਾਂ 'ਚ ਗੁਰਦਾਸਪੁਰ ਪੋਸਟਿੰਗ ਹੋ ਗਈ। ਮੈਂ ਇੱਕ ਬਿਲਕੁਲ ਸਵਾਲ ਤੁਹਾਡੇ ਤੋਂ ਨਾਲ ਦੀ ਨਾਲ ਕਰਦਾ ਚੱਲਾਂ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਫਾਦਰ ਸਾਹਿਬ ਇੱਕ ਅਫਸਰ ਬਣ ਗਏ ਸੀਗੇ, ਤਾਂ ਉਸ ਤੋਂ ਬਾਅਦ ਤੁਹਾਡਾ ਵਕਾਲਤ ਵਾਲੇ ਪਾਸੇ ਕਿਸ ਤਰੀਕੇ ਨਾਲ ਜੁੜਨਾ ਹੋਇਆ, ਮੈਨੂੰ ਲੱਗਦਾ ਇੱਕ ਬੜੀ ਅਹਿਮ ਚੀਜ਼ ਹੈ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜੇ
ਅਫਸਰ ਬਣ ਜਾਂਦੇ ਨੇ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਕਿ ਸਾਡੇ ਬੱਚੇ ਜਿਹੜੇ ਆ ਉਹ ਵੀ ਅਫਸਰ ਹੀ ਬਣਨ ਅੱਗੇ, ਪਰ ਤੁਸੀਂ ਵਕਾਲਤ ਵਾਲਾ ਪਾਸਾ ਇਧਰਲੇ ਪਾਸੇ ਕਿਸ ਤਰੀਕੇ ਨਾਲ ਸਬਬ ਬਣ ਗਿਆ ਤੁਹਾਡਾ? ਡਾਕਟਰ ਸਾਹਿਬ ਬਹੁਤ ਤੁਸੀਂ ਮੈਨੂੰ ਲੱਗਦਾ ਵੀ ਇੱਕ ਬੜਾ ਅਹਿਮ ਸਵਾਲ ਤੁਸੀਂ ਪੁੱਛਿਆ। ਮੈਂ ਗੱਲ ਨੂੰ ਜਾਰੀ ਕਰਦਿਆਂ ਵੀ ਤੁਹਾਡੇ ਜਵਾਬ ਦਾ ਮੈਂ ਮਤਲਬ ਸਵਾਲ ਦਾ ਵੀ ਜਵਾਬ ਉਸੇ ਗੱਲ ਦੇ ਵਿੱਚ ਹੀ ਸਾਰਾ ਦਿੰਦਾ। 90-92 ਦੇ ਵਿੱਚ ਤੁਸੀਂ ਕਹ ਲਓ ਵੀ ਜਦੋਂ ਫਾਦਰ ਸਾਹਿਬ ਦੀ ਪੋਸਟਿੰਗ ਗੁਰਦਾਸਪੁਰ ਹੋਈ ਤਾਂ ਤੁਹਾਨੂੰ ਪਤਾ ਵੀ ਜਿਹੜਾ ਸਾਡਾ ਮਾਝਾ ਬੈਲਟ ਹੈ, ਭਾਵੇਂ ਆਪਾਂ ਜਿਹੜਾ ਅੰਮ੍ਰਿਤਸਰ ਦੀ ਗੱਲ ਕਰਦੀ ਹੈ, ਗੁਰਦਾਸਪੁਰ, ਤਰਨਤਾਰਨ ਵਗੈਰਾ ਇਹ ਸਾਰੇ ਜਿਹੜੇ ਬਾਅਦ 'ਚ ਬਣੇ ਨੇ। ਤੇ ਗੁਰਦਾਸਪੁਰ ਜਦੋਂ ਪੋਸਟਿੰਗ ਹੋਈ, ਸਿਸਟਰ ਵੱਡੇ ਸੀਗੇ, ਤੁਸੀਂ ਇਹ ਦੇਖੋ ਵੀ ਅਸੀਂ ਮੈਨੂੰ ਲੱਗਦਾ ਉਦੋਂ ਸਾਡੀ ਦੋਵਾਂ ਭਰਾਵਾਂ ਦੀ ਏਜ 8 ਤੋਂ 9 ਸਾਲ ਸੀ। ਸੋ ਵੱਡੇ ਸਿਸਟਰ ਵੀ ਮੈਨੂੰ ਲੱਗਦਾ 17 ਸਾਲ ਦੇ ਹੋਣਗੇ। ਸੋ ਫਾਦਰ ਸਾਹਿਬ ਨੇ 18 ਸਾਲ ਦੇ ਹੋਣਗੇ। ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਵੱਡੇ ਮੇਰੀ ਭੈਣ ਨੂੰ ਉਹਨਾਂ ਨੇ ਸਕੂਟਰ ਸਿਖਾਇਆ। ਸੋ ਸਵੇਰੇ 5 ਵਜੇ ਧੁੰਦ ਦੇ ਦਿਨਾਂ 'ਚ ਉਹ ਮੇਰੇ ਸਿਸਟਰ ਛੱਡ ਕੇ ਆਉਂਦੇ ਸੀ। ਤੇ ਉਸ ਤੋਂ ਬਾਅਦ ਜਿਹੜੀ ਸਾਡੇ ਸਿਸਟਰ ਸੀ, ਮਤਲਬ ਘਰ ਦੇ ਵਿੱਚ ਦਾਦਾ ਜੀ ਦਾਦੀ ਜਿਹੜੀ ਵੀ ਸੀਗੇ ਉਹ ਵੱਡੇ ਸੀ, ਪਰ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਸਕੂਟਰ ਵਗੈਰਾ ਨਹੀਂ ਸੀ ਚਲਾਉਂਦੇ ਹੁੰਦੇ। ਸੋ ਘਰ ਦੇ ਵਿੱਚ ਜਿਹੜਾ ਮਾਹੌਲ ਬਣਿਆ, ਮਤਲਬ ਤੁਸੀਂ ਇਹ ਕਹ ਲਓ ਵੀ ਜਿਵੇਂ ਰਾਤ ਨੂੰ ਅਸੀਂ ਦੇਖਿਆ ਵੀ ਜਿਵੇਂ ਫਾਰਮ ਹਾਊਸ ਦੇ ਉੱਪਰ ਰਹਿਣਾ, ਸੋ ਭੈਣਾਂ ਨਾਲ ਹੋਣੀਆਂ, ਅਸੀਂ ਦੋਵੇਂ ਭਰਾ ਸੀਗੇ, ਮਦਰ ਸੀਗੇ। ਸੋ ਹਾਲਾਤ ਇਹੋ ਜਿਹੇ ਬਣਦੇ ਸੀ ਵੀ ਰਾਤ ਨੂੰ 11-12 ਵਜੇ ਜਿਵੇਂ ਅਸੀਂ ਸਾਰੇ, ਮੈਨੂੰ ਯਾਦ ਆਉਂਦੇ ਨੇ ਅੱਜ ਵੀ ਉਹ ਦਿਨ, ਮਤਲਬ ਤੁਸੀਂ ਕਹ ਲਓ ਵੀ ਰੂਹ ਕੰਬ ਜਾਂਦੀ ਏ ਵੀ ਜਦੋਂ ਆਰਮੀ ਜਿਹੜੀ ਸੀ ਉਹ ਐ ਮਤਲਬ ਦਗੜ ਕਰਦੇ ਉਤਰਦੀ ਸੀ, ਫਿਰ ਉਹ ਐਂ ਲੱਗਦਾ ਸੀ ਯਾਰ ਵੀ ਕਿਤੇ ਸਾਡੇ ਘਰੇ ਨਾ ਆ ਜਾਣ। ਇਹ ਦਰਦ ਮੈਨੂੰ ਲੱਗਦਾ ਕਿ ਸਿਰਫ ਜਿਹੜੇ ਕੰਢੀ ਏਰੀਏ 'ਚ ਰਹਿੰਦੇ ਸੀ ਲੋਕ ਉਹੀ ਮਹਿਸੂਸ ਕਰ ਸਕਦੇ ਵੀ ਉਸ ਵੇਲੇ ਕਿੰਨਾ ਖੌਫ ਸੀਗਾ ਉਸ ਚੀਜ਼ ਦਾ। ਬਿਲਕੁਲ। ਤੇ ਭੋਗਲ ਸਾਹਿਬ ਉਹ ਦਿਨ ਫਿਰ ਸਾਰੀ ਰਾਤ ਜਿਹਨੂੰ ਕਹ ਲਓ ਵੀ ਮਤਲਬ ਵਾਹਿਗੁਰੂ ਦਾ ਜਾਪ ਜਪਦੇ ਰਹਿਣਾ, ਜਾਂ ਇਹ ਲੱਗਣਾ ਜਿਵੇਂ ਹੁਣ ਸਾਡੇ ਪਿੰਡ ਸਾਡੇ ਕੋਈ ਬਰਾਦਰੀ ਸੀਗੀ, ਉਹਨਾਂ ਨੇ ਕਹਿਣਾ ਜੀ ਅਸੀਂ ਸਵੇਰੇ ਉੱਠ ਕੇ ਦੇਖਦੇ ਹਾਂ ਵੀ ਰਾਤ ਸੁੱਖ ਸ਼ਾਂਤ ਦੇ ਨਾਲ ਨਿਕਲ ਗਈ, ਵੀ ਸਵੇਰੇ ਤੁਸੀਂ ਸਾਰੇ ਚੰਗੇ ਭਲੇ ਤੁਰੇ ਫਿਰਦੇ ਹੋ। ਇਹਦੇ 'ਚ ਹੀ ਇੱਕ ਤੁਹਾਡੀ ਗੱਲ ਦਾ ਮੈਂ ਜਵਾਬ ਦਿੰਦਾ ਵੀ ਜਿਵੇਂ +2 ਤੱਕ ਪੜ੍ਹੇ ਤੇ ਮੈਨੂੰ ਯਾਦ ਹੈ ਵੀ ਸਾਡੇ ਮੇਰਾ ਜਿਹੜਾ ਨਾਨਕਾ ਪਰਿਵਾਰ ਹੈ ਜੀ, ਉਹ ਵੈਸੇ ਇੱਥੇ ਨਾਲ ਹੀ ਸਾਡੇ ਪਿੰਡ ਬਦੋਚੀ ਕਲਾਂ ਪਿੰਡ ਹੈ, ਪਟਿਆਲਾ ਬਾਰਡਰ ਤੇ ਕਲੀ ਨਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ। ਸੋ ਨਾਨਕਾ ਪਰਿਵਾਰ ਤੁਸੀਂ ਕਹ ਲਓ ਵੀ ਸਾਡੇ ਮਾਮਾ ਜੀ ਪ੍ਰਿੰਸੀਪਲ ਸੀਗੇ ਜੀ। ਤੇ ਅੱਗੋਂ ਜੇ ਅੱਜ ਮੈਂ ਗੱਲ ਕਰ ਲਵਾਂ ਤਾਂ ਮੈਨੂੰ ਲੱਗਦਾ ਵੀ ਸਾਡਾ ਨਾਨਕਾ ਪਰਿਵਾਰ ਉਹ ਜਿਹੜਾ ਉਦੋਂ 84 ਦਾ ਬਣਿਆ, ਸਾਰਾ ਜੋ ਹੋਲ ਸਿਨੈਰੀਓ ਬਣਿਆ ਉਹਦੀ ਭੇਟ ਚੜ ਗਿਆ। ਤੇ ਤੁਸੀਂ ਕਹ ਲਓ ਵੀ ਸਾਡੇ ਅੱਗੋਂ ਮਾਮਾ ਜੀ ਦੇ ਇੱਕੋ ਹੀ ਸਾਡੇ ਬੇਟੇ ਸੀਗੇ, ਸਰਦਾਰ ਦਵਿੰਦਰਪਾਲ ਸਿੰਘ, ਸ਼ਹੀਦ ਕਹਿ ਦਈਏ ਤੇ ਕਹਿਣਾ ਬਣਦਾ ਸਾਡਾ, ਠੀਕ ਹੈ ਜੀ। ਸੋ ਤੁਸੀਂ ਕਹ ਲਓ ਵੀ ਉਹ ਸਾਡੇ ਨਾਲ ਬੜੇ ਜੁੜੇ ਸੀ। ਤੇ ਤੁਸੀਂ ਕਹ ਲਓ ਵੀ ਅਸੀਂ ਛੋਟੇ ਸੀਗੇ ਦੋਵੇਂ ਭਰਾ, ਸਾਡੇ ਸਿਸਟਰ, ਮੈਨੂੰ ਅੱਜ ਵੀ ਉਹ ਦਿਨ ਯਾਦ ਨੇ ਜਦੋਂ 92-93 ਦੇ ਵਿੱਚ 90 'ਚ ਉਹ ਸਾਡੇ ਕੋਲ ਆਏ। ਸੋ ਅਸੀਂ ਇੱਥੇ ਫਤਿਹਗੜ੍ਹ ਸਾਹਿਬ ਸਾਨੂੰ ਕਹਿੰਦੇ ਵੀ ਆਪਾਂ ਮੱਥਾ ਟੇਕਣਾ, ਤੇ ਮੈਨੂੰ ਅੱਜ ਵੀ ਯਾਦ ਹੈ ਵੀ ਉਹਨਾਂ ਦਿਨਾਂ 'ਚ ਇੱਕ 800 ਸੀਸੀ ਇੱਕ ਮਰੂਤੀ ਹੁੰਦੀ ਸੀ। ਸੋ ਉੱਥੇ ਅਸੀਂ ਗਏ, ਉੱਥੇ ਇੱਥੇ ਪਿੰਡ ਦਾਊ ਮਾਜਰਾ ਪਾਇਲ ਦੇ ਨਾਲ ਪੈਂਦਾ ਜੀ, ਉੱਥੇ ਹੀ ਭਾਈ ਅਵਤਾਰ ਜਿਹੜੇ ਬਾਅਦ ਸ਼ਹੀਦ ਉਹ ਵੀ ਹੋ ਗਏ ਜੀ। ਸੋ ਦੋਵੇਂ ਆਪਸ 'ਚ ਮੀਟਿੰਗ ਕਰਦੇ ਰਹੇ। ਉੱਥੇ ਇੱਕ ਛੋਟਾ ਜਿਹਾ ਵੇਰਕਾ ਬੂਥ ਸੀ, ਅਸੀਂ ਤਿੰਨੇ ਭੈਣ ਭਰਾ, ਅਸੀਂ ਉਹ ਸਾਨੂੰ ਦੁੱਧ ਦੀਆਂ ਬੋਟਲਸ ਦਾ ਬੱਚਿਆਂ ਨੂੰ ਕਰੇਜ਼ ਹੁੰਦਾ ਵੀ ਅਸੀਂ ਉਹੀ ਪੀਂਦੇ ਰਹੇ। ਸੋ ਜਵਾਬ ਮੈਂ ਇਸ ਗੱਲ ਦਾ ਦੇਣਾ ਚਾਹੁੰਦਾ ਵੀ ਉਸ ਮੂਵਮੈਂਟ ਦੇ ਵਿੱਚ ਫਿਰ ਜਿਹੜੇ ਸਾਡੇ ਮਾਮਾ ਜੀ ਦਾ ਬੇਟਾ ਸੀ ਉਹਨੇ ਵੀ ਵੱਡੀ ਸ਼ਹਾਦਤ ਉਹਦੇ ਵਿੱਚ ਪਾਈ ਉਹਨਾਂ ਨੇ। ਹੁਣ ਜਦੋਂ ਦੇਖੋ ਅਸੀਂ ਛੋਟੇ ਸੀਗੇ, ਸਾਡੀ ਭੈਣ ਸੀ ਜਾਂ ਸਾਡੇ ਭੈਣ ਭਰਾ ਸੀ, ਛੋਟੇ ਬੱਚਿਆਂ ਲਈ ਭੋਗਲ ਸਾਹਿਬ ਜਿਹੜੇ ਵੱਡੇ ਭੈਣ ਭਰਾ ਨੇ ਉਹ ਹਮੇਸ਼ਾ ਰੋਲ ਮਾਡਲ ਹੁੰਦੇ ਨੇ। ਬੱਚਿਆਂ ਨੂੰ ਨਹੀਂ ਪਤਾ ਵੀ ਮੇਰਾ ਭੈਣ ਭਰਾ ਜਿਹੜਾ ਉਹ ਕਿਸ ਮੂਵਮੈਂਟ 'ਚ ਚਲੇ ਗਿਆ। ਛੋਟੇ ਬੱਚੇ ਨੇ ਤਾਂ ਸਿਰਫ ਆਪਣਾ ਵੱਡਾ ਭੈਣ ਭਰਾ ਨੂੰ ਹੀ ਦੇਖਣਾ ਹੈ। ਸੋ ਇਹ ਸੀਗਾ ਵੀ ਜਦੋਂ ਉਹਨਾਂ ਦੀ ਸ਼ਹਾਦਤ ਪਈ ਔਰ ਇੰਨਾ ਸਾਡਾ ਉਹਨਾਂ ਦੇ ਨਾਲ ਆਪਸ 'ਚ ਸਾਡਾ ਪਿਆਰ ਸੀ, ਮਾਮੇ ਭੂਆ ਦੇ ਬੱਚਿਆਂ ਤੋਂ ਵੱਧ ਹੋਰ ਭੋਗਲ ਸਾਹਿਬ ਰਿਸ਼ਤਾ ਵੀ ਕਿਹੜਾ ਹੈ। ਸੋ ਸ਼ਹਾਦਤ ਪਈ ਤੇ ਮੈਨੂੰ ਯਾਦ ਹੈ ਅੱਜ ਵੀ, ਮੈਂ ਬ੍ਰਦਰ ਇਸ ਗੱਲ ਦਾ ਗਵਾਹੀ ਬਿਲਕੁਲ ਭਰਨਗੇ ਵੀ ਮੈਨੂੰ ਯਾਦ ਹੈ ਵੀ ਸਾਡੇ ਘਰੇ ਮਤਲਬ ਬੜਾ ਲੰਮਾ ਸਮਾਂ, ਮਤਲਬ ਇੱਕ ਤੁਸੀਂ ਕਹ ਲਓ ਵੀ ਇੱਕ ਬੜਾ ਸੋਗਮਈ ਜਿਹੜਾ ਮਾਹੌਲ ਸੀ ਉਹ ਘਰ ਦੇ ਵਿੱਚ ਰਿਹਾ। ਤੇ ਅਸੀਂ ਉਹਨਾਂ ਦਿਨਾਂ 'ਚ, ਚਲੋ ਇਹ ਤਾਂ ਸਾਡੀ ਇੱਕ ਪਰਸਨਲ ਸਟੋਰੀ ਹੈ, ਬੜੇ 84 ਦੇ ਉਦੋਂ ਕੇਸ ਬਣੇ, 84 ਤੋਂ ਲੈ ਕੇ 90-92 ਤੱਕ ਜਿਹੜੇ ਸਾਡੇ ਇਰਦ ਗਿਰਦ ਹੋਏ, ਜਿੱਥੇ ਪਤਾ ਲੱਗਿਆ ਵੀ ਫਲਾਣੀ ਜਗ੍ਹਾ ਵੀ ਸ਼ਹਾਦਤ ਹੋ ਗਈ, ਫਲਾਣੀ ਜਗ੍ਹਾ ਸ਼ਹਾਦਤ ਹੋ ਗਈ, ਜਾਂ 84 ਜਿਹੜਾ ਆਪਣਾ ਦਿੱਲੀ ਵਾਲਾ ਵੀ ਸੀਗਾ ਉਹ ਵੀ ਕਿਤੇ ਨਾ ਕਿਤੇ ਚੱਲਦਾ ਸੀ। ਸੋ ਉੱਥੇ ਆ ਕੇ ਸਾਨੂੰ ਲੱਗਿਆ ਯਾਰ ਵੀ ਕਿਤੇ ਨਾ ਕਿਤੇ ਜਦੋਂ ਕਿਤੇ ਅਸੀਂ ਵੱਡੇ ਹੋਵਾਂਗੇ ਵੀ ਅਸੀਂ ਵੀ, ਜੇ ਵਾਹਿਗੁਰੂ ਨੇ ਚਾਹਿਆ ਵੀ ਅਸੀਂ ਇਨਸਾਫ ਦਵਾਵਾਂਗੇ, ਖਾਸ ਤੌਰ ਤੇ ਕਹਿੰਦੇ ਨਹੀਂ ਵੀ ਪਹਿਲਾਂ ਆਪਣਾ ਸਿਰ ਗੁੰਦ ਲਾਂਗੇ। ਸੋ ਇਹ ਸੋਚ ਕੇ ਸੋ ਚਲੋ ਮੈਂ ਗੱਲ ਨੂੰ ਕੰਟੀਨਿਊ ਕਰਦਾ, ਕਿਉਂਕਿ ਭਾਜੀ ਅੱਜ ਵੀ ਜਿਹੜੇ ਉਹ ਜ਼ਖਮ ਨੇ ਉਹ ਅੱਲੇ ਨੇ। ਇਹ ਜ਼ਖਮ ਜਿਹੜੇ ਨੇ ਕਈ ਸਾਲ ਬੀਤ ਗਏ, ਐਜ਼ ਏ ਐਡਵੋਕੇਟ ਵੀ ਆਪਾਂ ਚਲੋ ਅੱਗੇ ਆਏ ਆ। ਦੇਖੋ ਇਨਸਾਫ ਫੈਮਲੀਜ਼ ਨੂੰ ਅੱਜ ਵੀ ਨਹੀਂ ਮਿਲਿਆ, ਜੋ ਜਸਟਿਸ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਸੋ ਅਸੀਂ ਜਦੋਂ ਵੱਡੇ ਹੋਏ, +2 ਕੀਤੀ, ਮੈਂ ਨੋਨ ਮੈਡੀਕਲ ਕੀਤੀ। ਨੋਨ ਮੈਡੀਕਲ ਕਰਦਿਆਂ ਮੈਂ ਫਾਦਰ ਸਾਹਿਬ ਨਾਲ ਗੱਲ ਕੀਤੀ, ਕਿਉਂਕਿ ਉਸ ਟਾਈਮ ਪਾਪਾ ਮੇਰੇ ਸੀਨੀਅਰ ਕਲਾਸ 1 ਆਫਿਸਰ ਗਵਰਨਮੈਂਟ ਆਫ ਪੰਜਾਬ ਬਣ ਚੁੱਕੇ ਸੀ, ਐਡੀਸ਼ਨਲ ਸੈਕਟਰੀ ਟੂ ਗਵਰਨਮੈਂਟ ਆਫ ਪੰਜਾਬ। ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਪਾਪਾ ਵੀ ਮਨ ਹੈ ਵੀ ਵਕਾਲਤ ਕਰੀਏ।
ਕਿਉਂਕਿ ਉਹਨਾਂ ਦਾ ਇਹ ਸੀ ਵੀ ਸ਼ਾਇਦ ਪਲੱਸ 2 ਤੋਂ ਬਾਅਦ ਇੰਜੀਨੀਅਰਿੰਗ ਕਰਨਗੇ। ਕਹਿੰਦੇ ਬੇਟੇ ਵੀ ਕਰੋ। ਅਸੀਂ ਸਰ ਪਲੱਸ 2 ਦੇ ਵਿੱਚ ਨਾਨ ਮੈਡੀਕਲ ਤੋਂ ਬਾਅਦ ਇੱਕਦਮ ਕਨਵਰਟ ਕੀਤਾ। ਅਸੀਂ ਆਪਣਾ ਪ੍ਰੋਫੈਸ਼ਨ LLB 5 ਈਅਰ ਸਿਰਫ ਤੇ ਸਿਰਫ GNDU ਕਰਾਉਂਦੀ ਸੀ। ਤੇ ਮੈਨੂੰ ਅੱਜ ਯਾਦ ਹੈ ਵੀ ਅਸੀਂ ਪੇਪਰ ਦਿੱਤਾ ਤੇ ਦੇਖੋ ਪੰਜਾਬ ਦੇ ਵਿੱਚ ਇੱਕੋ ਇੰਸਟੀਚਿਊਟ ਲਾਅ ਦਾ ਸੀ ਉਦੋਂ, ਹੁਣ ਤਾਂ ਚਲੋ ਬਹੁਤ ਬਣ ਗਏ ਨੇ ਭਾਜੀ। ਸੁੱਖ ਨਾਲ ਚੰਗਾ ਰੈਂਕ ਸਾਡਾ ਪੰਜਾਬ 'ਚ ਆਇਆ, ਸਾਨੂੰ ਉੱਥੇ ਐਡਮਿਸ਼ਨਸ ਇਕੱਠਿਆਂ ਨੂੰ ਮਿਲ ਗਈ। 5 ਸਾਲ ਅਸੀਂ ਭਾਜੀ ਯੂਨੀਵਰਸਿਟੀ ਦੇ ਵਿੱਚ, ਮੈਨੂੰ ਯਾਦ ਹੈ, ਦੇਖੋ ਇਹ ਸਫ਼ਰ ਹੈ ਇੱਕ ਤੁਹਾਡਾ। ਸਵੇਰੇ 3-3:30 ਵਜੇ ਉੱਠਣਾ, 4 ਵਜੇ ਅਸੀਂ ਜਾ ਕੇ ਬੱਸ ਲੈਣੀ, ਪਟਿਆਲੇ ਤੋਂ ਚੱਲਦੀ ਹੁੰਦੀ ਸੀ, ਮੈਨੂੰ ਅੱਜ ਵੀ ਯਾਦ ਹੈ, ਉਦੋਂ PRTC ਉਹ ਨਹੀਂ ਮਿਲੀ ਤਾਂ ਦਿੱਲੀ ਵਾਲੀ ਆਉਣੀ। ਸੋ ਉਹ ਸਫ਼ਰ ਕਰਦੇ ਯੂਨੀਵਰਸਿਟੀ ਪਹੁੰਚਣਾ, ਔਰ 5 ਸਾਲ ਮਾਝੇ 'ਚ ਪੜ੍ਹੇ ਆ ਭਾਜੀ। ਬਹੁਤ ਪਿਆਰ ਮਿਲਿਆ ਉਸ ਏਰੀਏ ਦੇ ਵਿੱਚ, ਸਾਡਾ ਬੜਾ ਸਰਕਲ ਸੀਗਾ ਭਾਜੀ। ਮਾਝੇ ਦਾ ਜੋ ਅੱਜ ਦਾ ਮੈਂ ਫੀਲ ਕਰਦਾ ਵੀ ਜੋ ਸਾਡੇ ਮਾਲਵੇ 'ਚ ਇੱਕ ਇਹ ਹੈ ਕਿ ਕਿਸੇ ਦੇ ਘਰੇ ਜਾਈਏ ਨਾ, ਥੋੜ੍ਹਾ ਜਿਹਾ ਖੁਸ਼ਕ ਮਾਹੌਲ ਹੁੰਦਾ ਹੈ, ਬਿਸਕੁਟ ਨਾਲ ਜਿਵੇਂ ਚਾਹ ਪਿਆਤੀ, ਉੱਥੇ ਕੀ ਹੈ ਪਕੌੜੇ ਕੱਢ ਲਓ, ਜੋ ਮਹਿਮਾਨਬਾਜੀ ਮਾਝੇ ਦੀ ਹੈ ਉਹ ਕਾਬਲੇ ਤਾਰੀਫ ਹੈ। ਯੂਨੀਵਰਸਿਟੀ 'ਚ 5 ਸਾਲ ਡਟ ਕੇ ਪੜ੍ਹੇ। ਬ੍ਰਦਰ ਮੈਂ ਤੁਹਾਨੂੰ ਅੱਜ ਇੱਕ ਆਪਣੇ ਦਿਲ ਦੀ ਗੱਲ ਵੀ ਦੱਸਣੀ ਬਣਦੀ ਹੈ। 5 ਸਾਲ ਭਾਜੀ ਯੂਨੀਵਰਸਿਟੀ 'ਚ, ਸਾਰੀ ਯੂਨੀਵਰਸਿਟੀ ਨੂੰ ਪਤਾ ਹੁੰਦਾ ਸੀ, ਸਾਡੇ ਯਾਰ ਦੋਸਤ ਅੱਜ ਉਸ ਚੀਜ਼ ਦੇ ਗਵਾਹ ਨੇ ਵੀ ਘੁੰਮਣਾਂ ਦੇ ਕੋਲ ਪਰਸ ਇੱਕੋ ਹੀ ਹੈ ਭਾਜੀ। ਅਸੀਂ ਦੂਜਾ ਪਰਸ ਅੱਜ ਤੱਕ ਨਹੀਂ ਲਾਇਆ। ਤੇ ਅੱਜ ਯੂਨੀਵਰਸਿਟੀ ਛੱਡੀ ਨੂੰ 15 ਸਾਲ 16 ਸਾਲ ਹੋ ਗਏ ਨੇ, ਅੱਜ ਤੱਕ ਸੈਕਿੰਡ ਪਰਸ ਨਹੀਂ ਲੱਗਿਆ। ਸਾਡੇ ਵਿਆਹ ਵੀ ਹੋ ਗਏ, ਬੱਚੇ ਵੀ ਹੋ ਗਏ। ਸੋ ਇੱਥੋਂ ਇੱਕ ਐਗਜ਼ਾਮਪਲ ਆਉਂਦੀ ਹੈ ਇਕੱਠ ਦੀ, ਯੂਨਿਟੀ ਜਿਹੜੀ ਹੈ ਜੇ ਅਸੀਂ ਰੱਖੀਏ, ਪ੍ਰਮਾਤਮਾ ਨੇ ਸਾਡੇ ਤੇ ਰਹਿਮਤ ਕੀਤੀ ਹੈ, ਠੀਕ ਹੈ ਜੀ। ਸੋ ਮੈਂ ਜਦੋਂ ਅਸੀਂ ਸਰ ਉੱਥੋਂ ਪਾਸ ਆਊਟ ਕੀਤਾ, ਮਨ 'ਚ ਕਿਤੇ ਨਾ ਕਿਤੇ ਸੀ ਵੀ ਯਾਰ ਭੈਣਾਂ ਦੇ ਕੋਲ ਅਮਰੀਕਾ ਕੈਨੇਡਾ ਚਲੇ ਜਾਵਾਂਗੇ। ਵੀ LLB ਕੀਤੀ ਹੈ, LLB ਕਰਦਿਆਂ ਭਾਜੀ ਇਹ ਲੱਗਦਾ ਹੈ ਕਿ ਪਿਓ ਦਾਦਾ ਕੋਈ ਹੈ ਨਹੀਂ, ਕਿਉਂਕਿ ਉੱਥੇ ਨਾ ਇੱਕ ਸਾਡੇ ਸਾਰੇ ਮਾਹੌਲ ਇੱਦਾਂ ਦਾ ਹੁੰਦਾ ਹੈ ਕਿ ਯਾਰ ਹਰੇਕ ਨੂੰ ਪਤਾ ਕੀ ਪੁੱਛਦੇ ਨੇ LLB, ਯਾਰ ਤੇਰੇ ਫਾਦਰ ਸਾਹਿਬ? ਮੈਂ ਕਿਹਾ ਮੇਰੇ ਫਾਦਰ ਸਾਹਿਬ ਸੀਨੀਅਰ ਕਲਾਸ 1 ਆਫਿਸਰ ਨੇ। ਉੱਥੇ ਇੱਕ ਮਾਹੌਲ ਹੁੰਦਾ ਯਾਰ ਇਹ ਬੰਦਾ ਉਹੀ ਪ੍ਰੋਫੈਸ਼ਨ ਜਾਏਗਾ ਜਿਹਦੇ ਪਹਿਲਾਂ ਪਿਓ ਦਾ। ਬਿਲਕੁਲ। ਸੋ ਮੈਂ ਐਵੇਂ ਕਹਾਂ ਵੀ ਸਾਨੂੰ ਵੀ ਕਿਤੇ ਨਾ ਕਿਤੇ ਲੱਗਿਆ ਯਾਰ ਨਹੀਂ ਵੀ ਅਸੀਂ ਕੈਨੇਡਾ ਅਮਰੀਕਾ ਚਲੇ ਜਾਵਾਂਗੇ ਭਾਜੀ। ਫਿਰ ਇੱਕ ਸਾਡੀ ਲਾਈਫ 'ਚ ਇੱਕ ਵੱਡਾ ਚੈਪਟਰ ਮੁੜਦਾ ਹੈ। ਬ੍ਰਦਰ ਬੈਠੇ ਨੇ, ਅਸੀਂ ਜਦੋਂ ਉੱਥੋਂ ਡਿਗਰੀ ਕਰਕੇ ਆਏ, ਮੈਂ ਲੰਡਨ ਜਾਣਾ ਸੀ ਪੜ੍ਹਨ ਲਈ, ਸਭ ਕੁਝ ਕਲੀਅਰ ਹੋ ਗਿਆ, ਬਟ ਚਲੋ ਡਿਊ ਟੂ ਸਮ ਰੀਜ਼ਨ, ਕਿਉਂਕਿ ਯੂਨੀਵਰਸਿਟੀ ਉੱਥੇ ਇੱਕ ਸੈਸ਼ਨ ਲੇਟ ਹੋ ਗਿਆ। ਉਹ ਸੈਸ਼ਨ ਲੇਟ ਹੋ ਗਿਆ। ਮੈਂ ਪਾਪਾ ਨਾਲ ਗੱਲ ਕੀਤੀ, ਮੈਂ ਪਾਪਾ ਵੀ ਅਸੀਂ ਚਾਹੁੰਦੇ ਹਾਂ ਵੀ ਅਸੀਂ ਖੇਤੀ ਕਰਵਾਈਏ। ਉਹ ਕਹਿੰਦੇ ਯਾਰ ਤੁਸੀਂ ਲੰਡਨ ਜਾ ਰਹੇ ਹੋ, ਉੱਧਰੋਂ ਪੜ੍ਹ ਕੇ ਆਏ ਹੋ ਯੂਨੀਵਰਸਿਟੀ ਤੋਂ, ਵੀ ਇਹ ਕੀ ਮਾਹੌਲ? ਮੈਂ ਕਿਹਾ ਚਲੋ ਪਾਪਾ ਜੇ ਤੁਸੀਂ ਕਹਿੰਦੇ ਹੋ, ਮਨ ਕਰਦਾ ਹੈ। ਸੋ ਭਾਜੀ ਪਹਿਲੀ ਵਾਰੀ ਅਸੀਂ ਟਰੈਕਟਰ ਕਢਾਏ ਨਵੇਂ, ਅਰਜਨ ਵਗੈਰਾ ਸੰਦੇ ਲਏ ਭਾਜੀ, ਰੀਝ ਨਾਲ ਖੇਤੀ ਸ਼ੁਰੂ ਕੀਤੀ। ਨਾਲ ਹੀ ਅਸੀਂ ਹਾਈ ਕੋਰਟ ਦੇ ਵਿੱਚ ਆਪਣੀ ਪ੍ਰੈਕਟਿਸ, ਸਰਦਾਰ ਕਮਲਜੀਤ ਸਿੰਘ ਨੇ ਸੈਕਟਰ 11 ਚ ਉਦੋਂ ਉਹਨਾਂ ਦੀ ਕੋਠੀ ਸੀ, ਸਾਡਾ ਉਸਤਾਦ ਕਹਿ ਲਓ, ਸਾਡੇ ਬੌਸ ਕਹਿ ਲਓ, ਉਹਨਾਂ ਦੇ ਕੋਲ ਅਸੀਂ ਦੋਨਾਂ ਬ੍ਰਦਰਸ ਨੇ ਕੰਮ ਸ਼ੁਰੂ ਕੀਤਾ। ਤੇ 1.5 ਸਾਲ ਭਾਜੀ ਪੂਰੀ ਡਟ ਕੇ ਮਿਹਨਤ ਕੀਤੀ। ਤੇ 1.5 ਸਾਲ ਬਾਅਦ ਇੱਕ ਟਾਈਮ ਇੱਦਾਂ ਦਾ ਆਇਆ ਕਿ ਮੈਨੂੰ ਤੇ ਬ੍ਰਦਰ ਨੂੰ ਲੱਗਿਆ 2010 ਦੀ ਗੱਲ ਹੈ, 8 ਚ ਅਸੀਂ ਪ੍ਰੈਕਟਿਸ ਸ਼ੁਰੂ ਕਰਦੇ ਹਾਂ। ਮੈਂ ਬ੍ਰਦਰ ਤੇ ਬੈਠੇ, ਮੈਂ ਕਿਹਾ ਯਾਰ ਇੰਡੀਪੈਂਡੈਂਟ ਹੋ ਜੀ। ਮੈਨੂੰ ਉਦੋਂ ਆਪਣੇ ਕੋਲ ਸਿਰਫ 2-3 ਕੇਸ ਸੀ, ਤੇ ਬ੍ਰਦਰ ਕਹਿੰਦਾ ਆਪਾਂ ਹੋ ਜਾਂਦੇ ਹਾਂ। ਭਾਜੀ ਹੋ ਗਏ। ਕੁਝ ਦਿਨਾਂ ਬਾਅਦ ਮੈਨੂੰ ਲੱਗਿਆ ਯਾਰ ਫੈਸਲਾ ਛੇਤੀ ਲੈ ਲਿਆ, ਹਜੇ ਥੋੜਾ ਜਿਹਾ ਹੋਰ ਸਿੱਖਣਾ ਚਾਹੀਦਾ ਸੀ। ਇੱਕ ਦਿਨ ਅਸੀਂ ਲਾਇਬ੍ਰੇਰੀ 'ਚ ਬੈਠੇ, ਤੇ ਮੈਂ ਬ੍ਰਦਰ ਨੂੰ ਕਿਹਾ, ਮੈਂ ਕਿਹਾ ਯਾਰ ਆਪਾਂ ਨੂੰ ਥੋੜਾ ਟਾਈਮ ਹੋਰ ਲਾ ਲੈਣਾ ਚਾਹੀਦਾ ਸੀ। ਇਹ ਕਹਿੰਦਾ ਯਾਰ ਛਾਲ ਮਾਰਨੀ ਸੀ, ਇੱਕ ਦਿਨ ਤਾਂ ਮਾਰਨੀ ਸੀ। ਸੋ ਛਾਲ ਐਦਾਂ ਦੀ ਵੱਜੀ ਵੀ ਪਰਮਾਤਮਾ ਨੇ ਭਾਜੀ ਬਾਂਹ ਫੜੀ। ਫਿਰ ਅਸੀਂ ਸਾਡੇ ਵਕੀਲਾਂ 'ਚ ਆਮ ਕਰਕੇ ਹੁੰਦਾ ਵੀ ਅਸੀਂ ਡਿਸਟ੍ਰਿਕਟ 'ਚ ਸ਼ਨੀਵਾਰ ਨੂੰ ਜਾਂਦੇ ਹਾਂ, ਸੋਮਵਾਰ ਚੜ੍ਹਨਾ ਤੇ ਮਨ 'ਚ ਆਉਣਾ ਯਾਰ ਸ਼ਨੀਵਾਰ ਜਾਵਾਂਗੇ, ਐਕਤੀ ਲੁਧਿਆਣੇ ਜਾਵਾਂਗੇ ਜਾਂ ਪਟਿਆਲੇ ਜਾਵਾਂਗੇ ਜਾਂ ਅੰਮ੍ਰਿਤਸਰ ਜਾਵਾਂਗੇ। ਭਾਜੀ ਉਹ ਸ਼ਨੀਵਾਰ ਅੱਜ ਤੱਕ ਉਹ ਸੈਟਰਡੇ ਹੀ ਨਹੀਂ ਆਇਆ। ਮਹਾਰਾਜ ਨੇ ਨੇੜੇ ਹੋ ਕੇ ਸੁਣਿਆ, 1 ਤੋਂ ਬਾਅਦ 2, 2 ਤੋਂ ਬਾਅਦ 4, 4 ਤੋਂ ਬਾਅਦ 20, ਫਿਰ 50, ਫਿਰ 100। ਸੋ ਕਹਿਣ ਤੋਂ ਮੇਰਾ ਭਾਵ ਇਹ ਹੈ, ਔਰ ਜੋ ਕਠਿਨਾਈਆਂ ਅਸੀਂ ਸਹੀਆਂ ਸਟਾਰਟਿੰਗ ਦੇ ਵਿੱਚ, ਜਦੋਂ ਭਾਜੀ ਇੱਕ ਪਿੰਡਾਂ ਤੋਂ ਉੱਠ ਕੇ ਹਾਈ ਕੋਰਟ ਵਰਗੀ ਜਗ੍ਹਾ ਤੇ ਖੜਨਾ, ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰਾ ਫਸਟ ਡੇ ਸੀ, ਮੈਂ ਆਪਣੇ ਸੀਨੀਅਰ ਦੇ ਨਾਲ ਖੜਾ ਭਾਜੀ, ਮੈਂ ਜੱਜ ਵੱਲ ਦੇਖ ਨਹੀਂ ਸੀ ਰਿਹਾ, ਮੈਂ ਪਿੱਛੇ ਖੜਾ ਸੀ ਤੇ ਲੱਤਾਂ ਮੇਰੀਆਂ ਸ਼ਿਵਰ ਕਰ ਰਹੀਆਂ ਸੀ, ਕੰਬਦੀਆਂ ਸੀ। ਸੋ ਇਹ ਸਮਾਂ ਲੱਗਦਾ ਮਨ ਨੂੰ ਤਗੜਾ ਕਰਕੇ ਰੱਖਿਆ, ਡਿਟਰਮੀਨੇਸ਼ਨ ਸੀ ਵੀ ਯਾਰ ਨਹੀਂ
ਕੁਝ ਕਰਨਾ ਹੈ। ਕੁਝ ਕਰਨਾ ਹੈ ਇੱਕ ਲਾਈਫ ਬੜੀ ਦੇ ਬੜੀ ਵਿੱਚ। ਅਹਿਮ ਚੀਜ਼ ਹੈ ਬਾਈ ਹੁਣਾਂ ਤੋਂ ਮੈਂ ਜ਼ਰੂਰ ਪੁੱਛਾਂਗਾ, ਜਿਸ ਤਰੀਕੇ ਨਾਲ ਬਾਈ ਹੁਣੀ ਵੀ ਜ਼ਿਕਰ ਕਰ ਰਹੇ ਸੀਗੇ ਕਿ ਇੱਕ ਬੜੀ ਅਹਿਮ ਚੀਜ਼ ਰਹਿੰਦੀ ਹੈ ਇਸ ਪੂਰੇ ਸਫ਼ਰ ਦੇ ਵਿੱਚ, ਜਦੋਂ ਅਸੀਂ ਕਿਸੇ ਨਵੀਂ ਚੀਜ਼ ਦੀ ਸ਼ੁਰੂਆਤ ਕਰਨੀ ਹੁੰਦੀ ਹੈ, ਉੱਥੇ ਦੇ ਲੋਕਾਂ ਦੀ ਮੋਨੋਪੋਲੀ ਬਣੀ ਹੁੰਦੀ ਹੈ। ਉਹ ਕਦੇ ਵੀ ਨਵੀਂ ਚੀਜ਼ ਜਿਹੜੀ ਹੈ, ਨਵਾਂ ਬੰਦਾ ਆਉਂਦਾ ਉਹਨੂੰ ਐਗਜ਼ਿਸਟ ਨਹੀਂ ਕਰਨ ਦਿੰਦੇ, ਜਾਂ ਉਹਦੇ ਮੂਹਰੇ ਔਕੜਾਂ ਇਦਾਂ ਦੀਆਂ ਪੈਦਾ ਕਰ ਦਿੰਦੇ ਨੇ ਕਿ ਬੰਦਾ ਸੋਚਦਾ ਵੀ ਮੈਂ ਗਲਤ ਕਦਮ ਤਾਂ ਨਹੀਂ ਚੁੱਕ ਲਿਆ। ਵੀ ਜਦੋਂ ਤੁਸੀਂ ਵਕਾਲਤ ਵਾਲੇ ਪਾਸੇ ਗਏ, ਜਿਵੇਂ ਬਾਈ ਹੁਣੀ ਦੱਸਦੇ ਸੀਗੇ ਕਿ ਲੱਤਾਂ ਸ਼ਿਵਰ ਕਰ ਰਹੀਆਂ ਸੀ, ਜਾਂ ਉੱਥੇ ਦੇ ਮਾਹੌਲ ਹੀ ਅਲੱਗ ਤਰੀਕੇ ਦਾ ਹੁੰਦਾ ਕਿ ਜੱਜ ਦੇ ਮੂਹਰੇ ਦਲੀਲਾਂ ਪੇਸ਼ ਕਰਨੀਆਂ, ਹਨਾ, ਤਾਂ ਉਹ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਢਾਲਿਆ, ਜਾਂ ਉੱਥੇ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਇਹ ਅਸੈਪਟੈਂਸ ਕਰਵਾਈ ਕਿ ਹਾਂ ਅਸੀਂ ਹੈਗੇ ਹਾਂ, ਅਸੀਂ ਐਗਜ਼ਿਸਟ ਕਰਾਂਗੇ, ਜੋ ਮਰਜ਼ੀ ਕਰ ਲਓ। ਦੇਖੋ ਭੋਗਲ ਸਾਹਿਬ, ਮੈਂ ਇਸ ਗੱਲ ਦਾ ਜਵਾਬ ਇਸ ਤਰੀਕੇ ਨਾਲ ਦਵਾਂਗਾ ਵੀ ਕੁਝ ਲੋਕ ਉਹ ਨੇ ਜਿਹੜੇ ਸਾਡੇ ਤੋਂ 20 ਸਾਲ 30 ਸਾਲ 40 ਸਾਲ ਪੇਸ਼ੇ 'ਚ ਸੀਨੀਅਰ ਨੇ। ਹੁਣ ਜਿਨ੍ਹਾਂ ਸਾਡੇ ਤੋਂ ਪਹਿਲਾਂ ਇੱਕ ਲੌਂਗ ਪੈਸੇਜ ਆਫ ਟਾਈਮ ਉਸ ਪ੍ਰੋਫੈਸ਼ਨ ਨੂੰ ਦਿੱਤਾ ਹੈ, ਜਿਹੜੇ ਸਾਡੇ ਮਾਣਯੋਗ ਸੀਨੀਅਰਸ ਨੇ, ਦੇਖੋ ਉਹ ਕੋਈ ਨੋ ਡਾਊਟ ਕਿ ਉਹ ਐਸਟੈਬਲਿਸ਼ ਲੌਬੀ ਉੱਥੇ ਹੈਗੀ ਹੈ। ਉਹ ਭਾਵੇਂ ਮੈਂ ਕੱਲੀ ਆਪਣੀ ਮਾਣਯੋਗ ਚੰਡੀਗੜ੍ਹ ਹਾਈ ਕੋਰਟ ਦੀ ਗੱਲ ਨਹੀਂ ਕਰਦਾ, ਉਹ ਥਰੂ ਆਊਟ ਸਾਰੀ ਜਿੱਥੇ ਵੀ ਹਾਈ ਕੋਰਟਸ ਨੇ, ਜਾਂ ਸਾਰੇ ਪ੍ਰੋਫੈਸ਼ਨ, ਭਾਵੇਂ ਤੁਹਾਡਾ ਵੀ ਹੈ। ਜੀ ਜੀ। ਇਹ ਵੀ ਮੈਨੂੰ ਲੱਗਦਾ ਵੀ ਠੀਕ ਹੈ ਵੀ ਸਾਡੇ ਵਾਲੇ ਪ੍ਰੋਫੈਸ਼ਨ ਦੇ ਵਿੱਚ ਮੈਨੂੰ ਜੋ ਲੱਗਦਾ ਹੈ, ਜੋ ਬੇਸਿਕ ਸਿਖਾਇਆ ਜਾਂਦਾ ਹੈ, ਉਹ ਇਹ ਸਿਖਾਇਆ ਜਾਂਦਾ ਵੀ ਤੁਸੀਂ ਪੇਸ਼ੈਂਸ ਨਾ ਗਵਾਓ ਆਪਣਾ। ਜੇ ਕਹਿੰਦੇ ਨਹੀਂ ਵੀ ਹਾਲਾਤ ਇਹੋ ਜਿਹੇ ਨੇ ਵੀ ਜਿਵੇਂ ਉੱਪਰ ਪੱਖਾ ਨਹੀਂ ਚੱਲਦਾ, ਮੈਨੂੰ ਯਾਦ ਹੈ ਕੱਲ ਪਰਸੋਂ ਹੀ ਅਸੀਂ ਕਿਤੇ ਬੈਠੇ ਤੇ ਉੱਥੇ ਲਾਈਟ ਚਲੇਗੀ, ਮੈਨੂੰ ਉਹ ਇੱਕ ਲੜਕਾ ਟਾਈਪਿੰਗ ਵਾਲਾ ਸੀ, ਕਹਿੰਦਾ ਸਰ ਤੁਸੀਂ ਏਸੀ ਵਾਲੇ ਕਮਰੇ ਚਲੇ ਜਾਓ, ਤੁਸੀਂ ਬਾਹਰ ਜਾ ਕੇ ਗੱਡੀ 'ਚ ਬੈਠ ਜਾਓ। ਮੈਂ ਕਿਹਾ ਯਾਰ ਤੁਸੀਂ ਗੱਲ ਤਾਂ ਠੀਕ ਕੀਤੀ ਹੈ, ਪਰ ਮੈਂ ਕਿਹਾ ਮੈਨੂੰ ਇਹ ਲੱਗਦਾ ਵੀ ਮੈਂ ਹੁਣ ਦਾ ਬੈਠਾ ਬਿਨਾਂ ਪੱਖੇ ਤੋਂ, ਭਾਵੇਂ ਮੈਨੂੰ ਸ਼ਾਮ ਤੱਕ ਬਿਨਾਂ ਪੱਖੇ ਤੋਂ ਇੱਥੇ ਬਿਠਾ ਲਿਆ। ਸੋ ਮੈਨੂੰ ਇਹ ਲੱਗਦਾ ਵੀ ਸਟਰਗਲ ਜਿਹੜੀ ਸੀ ਉਹ ਕਰਨੀ ਪਈ। ਮਤਲਬ ਉੱਥੇ ਜਿਹੜੇ ਸਾਡੇ ਹਾਈ ਕੋਰਟ ਦੇ ਵਿੱਚ ਮਤਲਬ ਜਿਹੜੇ ਸਭ ਤੋਂ ਵੱਡਾ ਜਿਹੜਾ ਹੈ, ਦੇਖੋ ਇੱਕ ਤਾਂ ਕਮਾਂਡ ਇਨ ਲੈਂਗੁਏਜ ਜਿਹੜੀ ਹੈ, ਕਿਉਂਕਿ ਦੇਖੋ ਬ੍ਰਦਰ ਨੇ ਗੱਲ ਇਹ ਕੀਤੀ ਹੈ, ਬਿਲਕੁਲ ਜਾਇਜ਼ ਗੱਲ ਹੈ, ਮੈਂ ਇਸ ਗੱਲ ਨਾਲ ਬਿਲਕੁਲ 100% ਕਨਵਿੰਸਡ ਹਾਂ ਕਿ ਤੁਹਾਡੀ ਅਸੀਂ ਦੇਖੋ ਬੈਕਗਰਾਊਂਡ ਰੂਰਲ ਨੇ। ਫਤਿਹਗੜ੍ਹ ਸਾਹਿਬ ਜਿਹੜਾ ਹੈ ਇਹ 92 ਦੇ ਵਿੱਚ ਜ਼ਿਲ੍ਹਾ ਬਣਿਆ, ਸੋ ਜਦੋਂ ਤੁਹਾਡੀ ਬੈਕਗਰਾਊਂਡ ਜਿਹੜੀ ਹੈ ਉਹ ਰੂਰਲ ਹੈ, ਤਾਂ ਉੱਥੇ ਜਾ ਕੇ ਤੁਹਾਡੀ ਕਮਾਂਡ, ਕਿਉਂਕਿ ਸਾਰਾ ਤੁਹਾਡੀ ਜਿਹੜੀ ਤੁਸੀਂ ਕਹ ਲਓ ਕਨਵਰਸ ਕਰਨਾ ਤੁਸੀਂ, ਉਹ ਸਾਰਾ ਇੰਗਲਿਸ਼ 'ਚ ਕਰਨਾ ਹੈ। ਔਰ ਦੂਜੀ ਗੱਲ ਇਹ ਵੀ ਹੈ ਕਿ ਜਦੋਂ ਤੁਹਾਡੇ ਕੋਲ ਕੋਈ ਮੈਟਰਸ ਇਸ ਤਰੀਕੇ ਦੇ ਸੈਂਸਿਟਿਵ ਹੁੰਦੇ ਨੇ, ਤਾਂ ਨੋ ਡਾਊਟ ਮੈਨੂੰ ਲੱਗਦਾ ਵੀ ਪ੍ਰੈਸ਼ਰ ਭੋਗਲ ਸਾਹਿਬ ਪੈਂਦਾ ਹੈ। ਔਰ ਇੱਕ ਮੈਨੂੰ ਲੱਗਦਾ ਵੀ ਜਿਵੇਂ ਮੈਨੂੰ ਲੱਗਦਾ ਵੀ ਇੱਕ ਸਿੰਪਲ ਕੇਸ ਤਾਂ ਨਹੀਂ, ਖੈਰ ਕੇਸ ਸਾਰੇ ਇੱਕੋ ਦਰਜੇ ਦੇ ਨੇ, ਕੁਛ ਕੇਸ ਉਹ ਨੇ ਜਿਹੜੇ ਥੋੜੇ ਜਿਹੇ ਹਾਈ ਪ੍ਰੋਫਾਈਲ ਨੇ, ਮੀਡੀਆ ਰਿਲੇਟਡ ਨੇ। ਸੋ ਬੰਦੇ ਦੇ ਦਿਮਾਗ 'ਚ ਇੱਕ ਗੱਲ ਜ਼ਰੂਰ, ਆਪਾਂ ਸਾਰੇ ਆਪਾਂ ਹਿਊਮਨ ਬੀਇੰਗ ਆ, ਬੰਦੇ ਨੂੰ ਲੱਗਦਾ ਯਾਰ ਵੀ ਜੇ ਤਾਂ ਅੱਜ ਅਸੀਂ ਇਸ ਕੇਸ ਦੇ ਵਿੱਚ ਜਿੱਤ ਕੇ ਅਸੀਂ ਜਾਂਦੇ ਹਾਂ, ਤਾਂ ਬਾਹਰ ਆਲਰੇਡੀ ਮੀਡੀਆ ਖੜਾ ਹੈ, ਉਹਨਾਂ ਨੇ ਪੁੱਛਣਾ, ਤਾਂ ਫਿਰ ਉਹ ਬਿਹਤਰ ਰਹੇਗਾ। ਜੇ ਅਸੀਂ ਦੇਖੋ ਜਿੱਤਣਾ ਤੇ ਲੂਜ਼ ਕਰਨਾ ਦੋਵੇਂ, ਮੈਂ ਸਮਝਦਾ ਵੀ ਇੱਕ ਸਿੱਕੇ ਦੇ ਦੋ ਪਹਿਲੂ ਨੇ, ਇੱਕ ਸਿੱਕੇ ਦੇ ਦੋ ਪਹਿਲੂ ਨੇ। ਠੀਕ ਹੈ ਜੀ। ਸੋ ਇਹ ਵੀ ਗੱਲ ਹੈ ਵੀ ਜਦੋਂ ਆਪਾਂ ਜਿੱਤ ਕੇ ਜਾਂਦੇ ਹਾਂ, ਮੈਂ ਇੱਕ ਵਾਰੀ ਬੜੇ ਵੱਡੇ ਮਹਾਂਪੁਰਸ਼ ਸੀਗੇ, ਅਸੀਂ ਸੰਤ ਢੰਡਰੀਆਂ ਵਾਲੇ ਦੀ ਮੈਂ ਗੱਲ ਕਰਦਾ, ਅਸੀਂ ਕਿਤੇ ਬੈਠੇ ਤੇ ਉੱਥੇ ਮੈਨੂੰ ਉਹਨਾਂ ਨੇ ਇੱਕ ਗੱਲ ਬੜੀ ਵਧੀਆ ਦੱਸੀ। ਉਹ ਕਹਿੰਦੇ ਯਾਰ ਵੀ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਵੀ ਆਪਾਂ ਜਿੱਤ ਕੇ ਹੀ ਮੀਡੀਆ ਨੂੰ ਐਡਰੈਸ ਕਰਾਂਗੇ? ਤੁਹਾਨੂੰ ਇਹ ਵੀ ਚਾਹੀਦਾ ਜਿਸ ਦਿਨ ਤੁਸੀਂ ਹਾਰੇ ਹੋ ਉਸ ਦਿਨ ਵੀ ਤੁਸੀਂ ਜਾ ਕੇ ਉੱਥੇ ਐਡਰੈਸ ਕਰੋ, ਤੁਸੀਂ ਦੱਸੋ ਵੀ ਹਾਂਜੀ ਅੱਜ ਅਸੀਂ ਇਸ ਕਰਕੇ ਅਸੀਂ ਹਾਰ ਕੇ ਨਿਕਲੇ ਹਾਂ। ਸੋ ਇਹਦੇ 'ਚ ਵੀ ਇਹ ਸਾਡਾ ਪਾਰਟ ਆਫ ਪ੍ਰੈਕਟਿਸ ਹੈ। ਕੇਸ ਜਿੱਤੇ ਵੀ ਜਾਂਦੇ ਨੇ, ਕੇਸ ਹਾਰੇ ਵੀ ਜਾਂਦੇ। ਬਿਲਕੁਲ, ਜਿੱਤ ਤੇ ਹਾਰ ਜ਼ਿੰਦਗੀ ਦਾ ਹਿੱਸਾ ਹੈਗਾ ਜੀ। ਇੱਕ ਮੈਦਾਨ ਦੇ ਵਿੱਚ ਅਸੀਂ ਗਏ ਹਾਂ ਤਾਂ ਜਿੱਤ ਵੀ ਹੋਣੀ ਹੈ, ਇੱਕ ਬੰਦੇ ਦੀ ਹਾਰ ਵੀ ਹੋਣੀ ਹੈ। ਜਦੋਂ ਦੋ ਪਹਿਲਵਾਨ ਭਿੜਦੇ ਨੇ ਤਾਂ ਇੱਕ ਨੂੰ ਤਾਂ ਹਾਰ ਸਾਹਮਣੇ ਆਉਣਾ ਹੀ ਪੈਣਾ ਹੈਗਾ। ਇਹ ਪਤਾ ਕੀ ਹੈ ਭੋਗਲ ਸਾਹਿਬ, ਤੁਹਾਡੀ ਮੇਰੀ ਗੱਲ ਵਿੱਚ ਰਹਿ ਜਣੀ ਹੈ। ਮੈਨੂੰ ਇੱਕ ਗੱਲ ਲੱਗਦੀ ਹੈ ਵੀ ਜਿਹੜੀ ਕਮਿਟਮੈਂਟ ਹੈ ਨਾ, ਜਿਹੜੀਆਂ ਤੁਹਾਡੀਆਂ ਤੁਸੀਂ ਕਹ ਲਓ ਵੀ ਪ੍ਰੋਫੈਸ਼ਨ ਦੇ ਵਿੱਚ ਜਿਹੜੀਆਂ ਸਾਡੀਆਂ ਕਮਿਟਮੈਂਟਸ ਨੇ, ਉਹ ਸਾਡੀਆਂ ਬੜੀਆਂ ਜ਼ਰੂਰੀ ਨੇ। ਪਰ ਉਸ ਤੋਂ ਪਹਿਲਾਂ ਜ਼ਰੂਰੀ ਕੀ ਹੈ? ਹੁਣ ਮੈਂ ਤੇ ਬ੍ਰਦਰ ਵੀ ਇਸ ਗੱਲ ਦੀ ਗਵਾਹੀ ਭਰਨਗੇ। ਸਾਡੇ ਘਰੇ ਮੈਂ ਅੱਜ ਤੱਕ ਜੇ ਮੇਰੇ ਫਾਦਰ ਸਾਹਿਬ ਦਾ ਫੋਨ ਆਇਆ ਜਾਂ ਮੇਰੇ ਮਦਰ ਦਾ ਆਇਆ ਜਾਂ ਘਰ 'ਚ ਕਿਸੇ ਮੈਂਬਰ ਦਾ ਫੋਨ ਆਇਆ, ਤਾਂ ਮੈਂ ਕਦੀ ਇਹ ਚੀਜ਼ਾਂ ਹਾਈਡ ਨਹੀਂ ਕੀਤੀਆਂ। ਜੇ ਮੈਂ ਚੰਡੀਗੜ੍ਹ ਬੈਠਾ ਤਾਂ ਮੈਂ ਲੋਕੇਸ਼ਨ ਚੰਡੀਗੜ੍ਹ ਦੀ ਦੱਸੀ ਹੈ, ਜੇ ਮੈਂ ਮੋਹਾਲੀ ਬੈਠਾ ਮੋਹਾਲੀ ਦੇ, ਜਲੰਧਰ ਹੁਸ਼ਿਆਰਪੁਰ ਦੀ ਤਾਂ ਲੋਕੇਸ਼ਨ ਜਲੰਧਰ ਹੁਸ਼ਿਆਰਪੁਰ ਦੀ। ਸੋ ਮੈਨੂੰ ਇਹ ਲੱਗਦਾ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਟਰਾਂਸਪੇਰੈਂਟ ਹੋਣਾ ਪਏਗਾ। ਔਰ ਮੈਨੂੰ ਲੱਗਦਾ ਵੀ ਜਿਵੇਂ ਇੱਕ ਕਹਿੰਦੇ ਨੇ ਇੱਕ ਫਰੈਂਡਲੀ ਘਰ ਦੇ ਵਿੱਚ ਮਾਹੌਲ ਉਹ ਬੜਾ ਜ਼ਰੂਰੀ ਹੈ। ਹੈਲਦੀ ਤੁਹਾਡਾ ਮਾਹੌਲ ਜਿਹੜਾ, ਮੈਂ ਇਹਨੂੰ ਕੰਸੀਡਰ ਕਰਾਂਗਾ। ਮੈਂ ਗੱਲ ਕਰਦਾ ਕਿ ਸਾਡੇ ਫਾਦਰ ਸਾਹਿਬ ਨੇ ਜਿੰਨਾ ਟਾਈਮ ਤੱਕ ਜੌਬ ਕੀਤੀ, ਮੈਂ ਭੋਗਲ ਸਾਹਿਬ ਮੈਂ ਠੋਕ ਕੇ ਗੱਲ ਕਹਿਣਾ ਕਿ ਉਹ ਇੱਕ ਮੋਸਟ ਇਮਾਨਦਾਰ ਅਫਸਰ ਜਿਹੜੇ ਸੀ, ਜਿਨ੍ਹਾਂ ਨੇ ਸਾਰੇ ਟੈਨਿਓਰ ਦੇ ਵਿੱਚ ਇੱਕ ਸਿੰਗਲ ਦਾਗ ਨਹੀਂ ਰੱਖਣ ਦਿੱਤਾ। ਤੇ ਉਹਨਾਂ ਨੇ ਸਾਨੂੰ ਸਿਖਾਇਆ ਕਿ 2003 ਦੇ ਵਿੱਚ ਰਿਟਾਇਰਮੈਂਟ ਹੁੰਦੀ ਹੈ, ਇਹ ਪੇ ਕਮਿਸ਼ਨ ਹੋਣ ਲੱਗੇ ਨੇ, ਹੁਣ ਤਨਖਾਹਾਂ ਵਧੀਆਂ ਨੇ। ਸੋ ਡਿਪਟੀ ਇਕਨੋਮਿਕ ਐਡਵਾਈਜ਼ਰ ਰਿਟਾਇਰ ਹੁੰਦੇ ਨੇ ਜੀ, ਤੇ ਉਹਨਾਂ ਨੇ ਸਿਖਾਇਆ ਕਿ ਜੋ ਪੂੰਜੀ ਉਹਨਾਂ ਨੂੰ ਸਰਕਾਰ ਦਿੰਦੀ ਸੀ, ਉਹ ਆਪਣੀ ਉਸ ਤਨਖਾਹ ਚੋਂ ਮੈਨੂੰ ਲੱਗਦਾ ਵੀ ਇੱਕ ਮਹੀਨੇ 'ਚ 150-200 ਕੱਪ ਉਦੋਂ ਚਾਹ ਪਿਆਉਂਦੇ ਸੀ, ਤੇ ਘਰ 'ਚ ਲਿਆ ਕੇ ਜਿਹੜੀ ਬਚਿਆ ਮਾਇਆ ਹੁੰਦੀ ਸੀ ਜਾਂ ਆਪਾਂ ਉਹਨਾਂ ਦੀ ਜੋ ਉਹਨਾਂ ਨੂੰ ਮਿਲਦੀ ਸੀ,
ਉਹ ਘਰ 'ਚ ਲਿਆ ਕੇ ਸਾਨੂੰ ਦੱਸ ਦਿੰਦੇ ਸੀ ਤੇ ਕਹਿੰਦੇ ਸੀ ਵੀ ਬੇਟਾ ਆਪਣੇ ਕੋਲ ਇੰਨੇ ਕੁ ਪੈਸੇ ਨਹੀਂ, ਆਪਾਂ ਸਾਰਿਆਂ ਨੇ ਹੁਣ ਇਸੇ ਪੈਸੇ 'ਚ ਹੀ ਗੁਜ਼ਾਰਾ ਕਰਨਾ। ਸੋ ਮੈਨੂੰ ਲੱਗਦਾ ਵੀ ਜਿਹੜੇ ਉਹ ਸੰਸਕਾਰ ਸੀਗੇ ਉਹ ਮੈਨੂੰ ਲੱਗਦਾ ਵੀ ਅੱਜ ਤੱਕ ਸਾਡੇ ਜਿਹੜੇ ਨੇ ਉਹ ਸਾਡੇ ਇੱਥੇ ਮੈਂ ਜ਼ਰੂਰ ਪੁੱਛਣਾ ਚਾਹਾਂਗਾ, ਬੜੀ ਇੰਪੋਰਟੈਂਟ ਗੱਲ ਕਹੀ ਕਿ ਘਰ ਦੇ ਵਿੱਚੋਂ ਹੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ, ਜਿੱਦਾਂ ਦਾ ਮਾਹੌਲ ਹੋਊਗਾ ਉਦਾਂ ਦੀਆਂ ਅਸੀਂ ਚੀਜ਼ਾਂ ਸਿੱਖਾਂਗੇ। ਪਰ ਜਦੋਂ ਵਕਾਲਤ ਵਾਲੇ ਪਾਸੇ ਆ ਗਏ, ਉੱਥੇ ਆਪਣੇ ਤਰੀਕੇ ਦੇ ਲੋਕ, ਉਹਨਾਂ ਦੀ ਪਹਿਲਾਂ ਹੀ ਮੋਨੋਪੋਲੀ ਜਾਂ ਉਹਨਾਂ ਦੇ ਸੀਨੀਅਰਿਟੀ, ਆਪਾਂ ਉਹਨਾਂ ਦਾ ਸਤਿਕਾਰ ਵੀ ਕਰਨਾ ਹੈਗਾ, ਪਰ ਨਾਲ ਦੀ ਨਾਲ ਸਾਡੇ ਤੋਂ ਕੇਸ ਚੰਗਾ ਕੋਈ ਆ ਜਾਵੇ। ਇਦਾਂ ਦਾ ਪਹਿਲਾ ਕਿਹੜਾ ਕੇਸ ਸੀਗਾ ਜਿਹੜਾ ਤੁਹਾਨੂੰ ਲੱਗਾ ਕਿ ਇਸ ਕੇਸ ਦੇ ਕਰਕੇ ਘੁੰਮਣ ਭਰਾਵਾਂ ਦੀ ਪਹਿਚਾਣ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਬਣੀ? ਭਾਜੀ ਮੈਂ ਤੁਹਾਨੂੰ ਤੁਹਾਡਾ ਵਧੀਆ ਸਵਾਲ ਹੈ। ਸਾਡੇ ਕੋਲ 2011 ਦੇ ਵਿੱਚ PCS ਅਫਸਰਾਂ ਦਾ ਕੇਸ ਆਇਆ, ਰਿਟ ਪਾਈ ਅਸੀਂ, ਬਹੁਤ ਵੱਡਾ ਕੇਸ ਸੀ, ਉਹ ਅਸੀਂ ਅਲਟੀਮੇਟਲੀ ਜਿੱਤਿਆ। ਫਿਰ 2012-13 ਚ ਇੱਕ ਵੱਡਾ ਕੇਸ NRI ਡਾਕਟਰ ਦਾ ਆਇਆ, ਉਹ ਜਿੱਤਿਆ। ਪਰ ਕ੍ਰਿਮੀਨਲ ਦੇ ਵਿੱਚ ਭਾਜੀ 2000 ਇੱਕ ਬਕੂਆ ਹੈਗਾ 16 ਦਾ, ਮੇਰੀ ਪ੍ਰੈਕਟਿਸ ਸਾਰੀ 7-8 ਸਾਲ ਦੀ। ਇੱਕ ਵੱਡਾ ਕੇਸ ਪੰਜਾਬ ਦਾ ਮਰਡਰ ਲੁਧਿਆਣੇ ਹੁੰਦਾ, ਮੈਂ ਅੱਜ ਨਾਮ ਨਹੀਂ ਲਊਂਗਾ ਕਿਉਂਕਿ ਉਹ ਬੜਾ ਕੰਟਰੋਵਰਸ਼ੀਅਲ ਹੈ। ਉਹ ਕੇਸ ਦਾ ਮੈਨੂੰ ਰਾਤ ਨੂੰ ਫੋਨ ਆਇਆ, ਭਾਜੀ 7-8 ਸਾਲ ਦੀ ਪ੍ਰੈਕਟਿਸ ਹੈ। ਸੋ ਉਸ ਰਾਤ ਮੈਂ ਸਾਰੀ ਰਾਤ ਨਹੀਂ ਸੁੱਤਾ ਵੀ ਯਾਰ ਐਡਾ ਵੱਡਾ ਕੇਸ ਆਪਾਂ ਹੈਂਡਲ ਕਰ ਲਾਂਗੇ। ਆਪਣੇ ਮਨ 'ਚ ਬੰਦਾ ਸੋਚਦਾ, ਪਰ ਉਹਨਾਂ ਨੇ ਕੌਨਫੀਡੈਂਸ ਸਾਡੇ ਤੇ ਜਤਾਇਆ, ਸਾਨੂੰ ਲੱਗਿਆ ਵੀ ਹਾਂ ਵੀ ਆਪਾਂ ਕਰ ਲਾਂਗੇ। 2 ਦਿਨ ਬਾਅਦ ਮੇਰੇ ਮਦਰ ਵੀ ਕਿਤੇ ਨਾ ਕਿਤੇ ਇਸ ਚੀਜ਼ ਲਈ ਅਪੋਜ਼ ਕਰਦੇ ਰਹੇ ਵੀ ਨਾ ਕਰੋ, ਕਿਉਂਕਿ ਬਹੁਤ ਵੱਡੇ ਕੇਸਾਂ ਦੇ ਵਿੱਚ ਮਾਂ ਹਮੇਸ਼ਾ ਡਰਦੀ ਹੈ, ਨਾ ਜੁੜੇ ਹੁੰਦੇ ਨੇ ਲੋਕਾਂ। ਸੋ ਅਸੀਂ ਫਿਰ ਵੀ ਕਿਤੇ ਨਾ ਕਿਤੇ ਸ਼ੀਸ਼ੇ ਦੇ ਵਿੱਚ ਮੈਂ ਖੜਿਆ, ਮੈਂ ਆਪਣੀ ਫੋਟੋ ਦੇਖੀ, ਪਰ ਮੇਰੇ ਮਨ ਨੇ ਆਵਾਜ਼ ਦਿੱਤੀ ਕਿ ਯਾਰ ਕਰਾਂਗੇ, ਵੱਡੇ ਵੀ ਕਰਾਂਗੇ ਤੇ ਟਕਾ ਕੇ ਕਰਾਂਗੇ। ਭਾਜੀ ਉਹ ਕੇਸ ਅਸੀਂ ਡਟ ਕੇ ਕੀਤੇ। ਫਿਰ ਉਸ ਤੋਂ ਬਾਅਦ ਕਰਦੇ ਇੱਕ ਬੜੀ ਸਿਚੁਏਸ਼ਨ ਉਸ ਕੇਸ 'ਚ ਇਦਾਂ ਦੀ ਆਈ ਵੀ ਮੈਂ ਇਸ ਲੋਨ 'ਚ ਸੈਰ ਕਰ ਰਿਹਾ ਸੀ। ਬਸ ਇਸ ਸਮੇਂ ਤੋਂ ਕੋਈ ਅੱਧਾ ਪੌਣਾ ਘੰਟਾ ਤੁਸੀਂ ਭੁੱਗਲ ਸਾਹਿਬ ਹੋਰ ਲਾ ਲਓ, ਮਦਰ ਮੇਰੇ ਉੱਥੇ ਬੈਠੇ ਨੇ ਤੇ ਸੈਰ ਕਰਦੇ 7-7:30 ਦਾ ਟਾਈਮ ਹੋਏਗਾ ਜੀ, ਤੇ ਮੈਨੂੰ ਇਦਾਂ ਲੱਗਿਆ ਕਿ ਮੈਂ ਇੱਥੇ ਜਾ ਰਿਹਾ ਤੇ ਗੋਲੀ ਚੱਲੀ ਹੈ ਆ ਸਾਹਮਣੇ ਪਿੱਛੋਂ। ਮੈਂ ਇੱਕਦਮ ਜਦੋਂ ਗੋਲੀ ਚੱਲਦੀ ਹੈ ਭਾਜੀ, ਮੈਂ ਇੱਕਦਮ ਜਿੱਦਾਂ ਬੋਡੀ ਮੇਰੀ ਰਿਐਕਟ ਕਰਦੀ ਹੈ, ਮੈਂ ਇੱਕਦਮ ਥੱਲੇ ਡਿੱਗ ਗਿਆ। ਮਦਰ ਨੂੰ ਮੈਂ ਕਿਹਾ ਮੈਂ ਅੰਦਰ ਵੜ ਜਾਓ, ਉਹ ਅੰਦਰ ਵੜ ਗਏ ਨੇ। ਅਸੀਂ ਉਹ ਉੱਥੋਂ ਭੱਜ ਕੇ ਮੈਂ ਥੱਲੇ ਜਿੱਦਾਂ ਆਪਾਂ ਕੁਣੀਆਂ ਦੇ ਭਾਰ, ਮੈਂ ਖੈਂਦਾ ਮੈਂ ਅੰਦਰ ਵੜ ਗਿਆ। ਸੋ ਨਾਲ ਦੀ ਨਾਲ ਬ੍ਰਦਰ ਨੂੰ ਫੋਨ ਕੀਤਾ ਵੀ ਯਾਰ ਇਦਾਂ ਕਰਕੇ ਆਹ ਗੱਲ ਹੋ ਗਈ ਹੈ। ਨੋ ਡਾਊਟ ਉਦੋਂ ਸਾਡੇ ਕੋਲ ਪੰਜਾਬ ਸਰਕਾਰ ਦੀ ਸਿਕਿਉਰਿਟੀ ਸੀ ਜੀ, ਕਿਉਂਕਿ ਹਾਈ ਪ੍ਰੋਫਾਈਲ ਕੇਸਿਸ ਜਦੋਂ ਅਸੀਂ ਵੱਡੇ ਲੈਵਲ ਤੇ ਕਰਦੇ ਹਾਂ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਵੀ ਹਾਂ ਇਹਨਾਂ ਦੀ ਸਿਕਿਉਰਿਟੀ ਥ੍ਰੈਟਸ ਹੈਗੇ ਨੇ। ਸਭ ਕੁਝ ਹੁੰਦੇ ਦੇ ਬਾਵਜੂਦ ਮੇਰੀ ਲਾਈਫ ਦੇ ਵਿੱਚ ਉਹ ਰਾਤ ਮੈਨੂੰ ਲੱਗਦਾ ਵੀ ਅਗਲੇ ਦਿਨ ਸਾਡੀ ਉਸ ਪੇਸ਼ੀ ਸੀ, ਬੜੀ ਇੰਪੋਰਟੈਂਟ ਪੇਸ਼ੀ ਸੀ। ਸਾਰੀ ਰਾਤ ਮੈਂ ਤੇ ਬ੍ਰਦਰ ਨਹੀਂ ਸੁੱਤੇ। ਜਿੱਦਾਂ ਇੱਕ ਵਕੀਲ ਨੂੰ ਆਪਾਂ ਫਿਲਮਾਂ 'ਚ ਦੇਖਦੇ ਹਾਂ ਵੀ ਉਹਦੇ ਤੇ ਯਾਰ ਜਿੱਦਾਂ ਅਟੈਕ ਹੋ ਗਿਆ ਜਾਂ ਇੱਕ ਪਾਰਟੀ ਉਹਨੂੰ ਡਰਾਉਂਦੀ ਏ, ਉਹਨੂੰ ਧਮਕਾਉਂਦੀ ਹੈ, ਇਹ ਰਿਐਲਿਟੀ ਹੈ ਬ੍ਰਦਰ, ਮੈਂ ਦੇਖਿਆ। ਸੋ ਉਸ ਤੋਂ ਬਾਅਦ ਇਦਾਂ ਦੇ ਇਨਸੀਡੈਂਟ ਹੁੰਦੇ ਰਹੇ। ਫਿਰ ਅਸੀਂ ਇੱਕ ਕੇਸ ਮੋਹਾਲੀ 'ਚ ਕੀਤਾ 2018-19 'ਚ। ਉਸ ਇਨਸੀਡੈਂਟ ਦਾ ਵੀ ਬਹੁਤ ਸਾਡੀ ਲਾਈਫ ਦੇ ਵਿੱਚ ਬ੍ਰਦਰ ਦੱਸਣਗੇ, ਕਿਉਂਕਿ ਮੈਂ ਚਾਹੁੰਦਾ ਵਾਂ ਕਿਉਂਕਿ ਬ੍ਰਦਰ ਜ਼ਿਆਦਾ ਬੈਟਰ ਤਰੀਕੇ ਨਾਲ, ਕਿਉਂਕਿ ਅਸੀਂ ਦੋਨਾਂ ਨੇ ਇਕੱਠਿਆਂ ਨੇ ਸਫ਼ਰ ਜਦੋਂ ਕੱਢਿਆ। ਬਿਲਕੁਲ, ਇਹ ਮੈਨੂੰ ਲੱਗਦਾ ਇਹ ਬੜੀ ਅਹਿਮ ਚੀਜ਼ ਇਹਨਾਂ ਨੇ ਕਹੀ ਕਿ ਫਿਲਮਾਂ ਦੇ ਵਿੱਚ ਜਿੱਦਾਂ ਦਿਖਾਉਂਦੇ ਆ ਕਿ ਜਦੋਂ ਕੋਈ ਹਾਈ ਪ੍ਰੋਫਾਈਲ ਕੇਸ ਹੁੰਦਾ ਜਿਹਦੇ ਵਿੱਚ ਪੋਲੀਟੀਸ਼ੀਅਨ ਵੀ ਜੁੜੇ ਹੁੰਦੇ ਨੇ, ਵੱਡੇ ਲੋਕ ਨਾਮ ਜਿਹੜੇ ਹੁੰਦੇ ਨੇ ਉਹ ਜੁੜੇ ਹੁੰਦੇ ਨੇ, ਤਾਂ ਹੋਰ ਤਰੀਕੇ ਅਪਣਾਏ ਜਾਂਦੇ। ਪਹਿਲਾਂ ਪਹੁੰਚ ਕੀਤੀ ਜਾਂਦੀ ਕਿ ਪੈਸੇ ਲੈ ਕੇ ਬਹਿ ਜਾਓ, ਕੇਸ ਬੰਦ ਕਰ ਦਿਓ। ਫਿਰ ਜੇ ਬੰਦਾ ਆਪਣੀ ਇਮਾਨਦਾਰੀ ਤੇ ਟਿਕਿਆ ਰਹਿੰਦਾ ਫਿਰ ਅਟੈਕ ਹੋਣ ਦੀਆਂ ਗੱਲਾਂ। ਇਹ ਬੜੀ ਅਹਿਮ ਚੀਜ਼ ਹੈ ਕਿ ਵਕਾਲਤ ਕਰਦੇ ਜ਼ਿੰਦਗੀ ਦੇ ਉੱਪਰ ਕਿਸ ਤਰੀਕੇ ਨਾਲ ਬਣ ਜਾਂਦੀ ਹੈ, ਤੇ ਉਸ ਤੋਂ ਬਾਅਦ ਕਦੇ ਬੰਦਾ ਇਹ ਵੀ ਸੋਚਦਾ ਕਿ ਛੱਡ ਦਈ ਯਾਰ, ਕਿੱਧਰਲੇ ਪਾਸੇ ਆ ਗਏ ਅਸੀਂ। ਦੇਖੋ ਮੈਨੂੰ ਇਹ ਲੱਗਦਾ ਹੈ ਭੁੱਗਲ ਸਾਹਿਬ ਕਿ ਪੇਸ਼ੇ ਵਜੋਂ ਜਿਵੇਂ ਵਕੀਲ ਆ ਸੀ, ਤਾਂ ਵਕੀਲ ਦਾ ਐਜ਼ ਪਰ ਪ੍ਰੋਫੈਸ਼ਨ ਕਮਿਟਮੈਂਟ ਹੈਗੀ ਕਿ ਉਹ ਬੈਸਟ ਆਪਣੇ ਕਲਾਇੰਟ ਦਾ ਕਰਕੇ ਦੇਵੇ। ਹੁਣ ਜੇਕਰ ਮਾਮਲਾ ਹਾਈ ਸਟੇਕ ਇਨਵੋਲਵ ਹੈ ਤਾਂ ਉਹਦੇ 'ਚ ਉਹਨਾਂ ਨੂੰ ਇਹ ਲੱਗਦਾ ਹੈ ਕਿ ਯਾਰ ਕਿਤੇ ਨਾ ਕਿਤੇ ਜਿਹੜਾ ਮੈਸੇਜ ਜਾ ਰਿਹਾ ਹੈ ਉਹਨਾਂ ਤੱਕ ਉਹ ਇਹ ਪਹੁੰਚਦਾ ਕਿ ਸ਼ਾਇਦ ਜਿਹੜਾ ਲਾਇਰ ਹੈ ਉਹਨੇ ਸਾਰਾ ਬੀੜਾ ਆਪਣੇ ਮੋਢਿਆਂ ਤੇ ਚੁੱਕ ਲਿਆ, ਤੇ ਇਹਦੇ 'ਚ ਮੈਂ ਕੋਈ ਨੋ ਡਾਊਟ ਕਿ ਸਾਰਾ ਬੀੜਾ ਆਲਮੋਸਟ ਮੋਢਿਆਂ ਤੇ ਲਾਇਰ ਦੀ ਹੈ, ਕਿਉਂਕਿ ਲਾਇਰ ਨੇ ਤੁਹਾਨੂੰ ਲੀਗਲੀ ਗਾਈਡ ਵੀ ਕਰਨਾ। ਹੁਣ ਉੱਥੇ ਆ ਕੇ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਯਾਰ ਉਸ ਪਾਰਟੀ ਨੂੰ ਤਾਂ ਨਹੀਂ ਸੀ, ਪਰ ਲਾਇਰਸ ਨੇ ਮਾਮਲਾ ਲੈ ਕੇ ਅੱਛੇ ਟਰੈਕ ਤੇ ਪੁੱਟ ਅਪ ਕਰ ਲਿਆ। ਸੋ ਉੱਥੇ ਆ ਕੇ ਫਿਰ ਉਹਨਾਂ ਨੂੰ ਐ ਲੱਗਦਾ ਕਿ ਜੇਕਰ ਕਿਸੇ ਨਾ ਕਿਸੇ ਤਰੀਕੇ ਆਪਾਂ ਇਹਨਾਂ ਨੂੰ ਥ੍ਰੈਟ ਕਰੀਏ, ਕੋਈ ਫੈਮਿਲੀ ਰਿਲੇਟਡ ਆਪਾਂ ਥ੍ਰੈਟ ਪਹੁੰਚਾਈਏ,
ਜਾਂ ਆਪਾਂ ਕੋਈ ਇਹਨਾਂ ਨੂੰ ਕੋਈ ਨਾ ਕੋਈ ਇਹੋ ਜਿਹੀ ਸੈਟਬੈਕ ਦਈਏ ਜਿਹਦੇ ਨਾਲ ਇਹ ਆਪ ਹੀ ਇਹਦੇ ਤੋਂ ਪਿੱਛੇ ਚਲੇ ਜਾਣ। ਸੋ ਉੱਥੇ ਆ ਕੇ ਉਹ ਸਾਰੇ ਜਿਹੜੀਆਂ ਚੀਜ਼ਾਂ ਨੇ ਅਡਾਪਟ ਕਰਦੇ ਨੇ ਜੋ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ। ਹੁਣ ਮੈਂ ਤੁਹਾਨੂੰ ਇੱਕ ਇਨਸੀਡੈਂਸ ਜਿਹੜਾ ਬ੍ਰਦਰ ਨੇ ਵਿੱਚ ਛੱਡਿਆ, ਜਿਹਨਾਂ ਨੇ ਮੇਰੇ ਤੇ ਗੱਲ ਦੱਸੀ ਵੀ ਇਹ ਸਾਰਾ ਇਹਨੂੰ ਦੱਸਣਗੇ, ਉਹ ਇਹ ਹੋਇਆ ਕਿ ਤੁਹਾਡੇ ਵੀ ਯਾਦ ਹੋਣਾ ਇੱਕ ਸਿੰਗਰ ਆਏ ਬਾਹਰੋਂ ਐਲੀ ਮੰਗਰ। ਤੁਸੀਂ ਇਹ ਦੇਖੋ ਕਿ ਸਿੰਗਰ ਆਏ, ਚਲੋ ਉਹ ਨੋ ਡਾਊਟ ਉਹਨਾਂ ਦੇ ਉੱਪਰ ਇੱਕ FIR ਵੀ ਦਰਜ ਹੋਇਆ। ਚਲੋ ਮੈਂ ਕੇਸ ਤੇ ਤਾਂ ਜਾਣਾ ਨਹੀਂ ਕਿਉਂਕਿ ਉਹ ਮੈਨੂੰ ਲੱਗਦਾ ਨਹੀਂ ਸਹੀ ਹੋਏਗਾ, ਮੈਂ ਉਹਦੀ ਤੇ ਗੱਲ ਦੱਸਣੀ ਚਾਹੂੰਗਾ। ਚਲੋ ਉਹ ਜੋ ਵੀ ਹੋਇਆ, ਅਸੀਂ ਉਹਦੇ ਤੇ ਇੱਕ ਪੁਲਿਸ ਨੇ ਜੋ ਲੌਲੈਸਨੈਸ ਕਰਕੇ ਦਿਖਾਈ, ਚਲੋ ਮੈਂ ਐਪਰੀਸ਼ੀਏਟ ਤਾਂ ਨਹੀਂ ਕਰਦਾ, ਅਸੀਂ ਉਹ ਸਾਰੀ ਚੀਜ਼ਾਂ ਪੁੱਟ ਅਪ ਕਰਦੇ ਹਾਂ। ਪਬਲਿਕ ਡੋਮੇਨ ਦੇ ਵਿੱਚ ਹੈਗਾ ਮਾਮਲਾ, Exactly। ਕਿਉਂਕਿ ਜਿਸ ਤਰੀਕੇ ਨਾਲ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ, ਫਿਰ ਸਮਾਂ ਨਿਰਧਾਰਿਤ ਹੁੰਦਾ, ਫਿਰ ਉਸ ਤੋਂ ਬਾਅਦ ਪੁਲਿਸ ਐਲੀ ਮੰਗੜ ਨੂੰ ਚੱਕ ਕੇ ਲੈ ਜਾਂਦੀ ਹੈ, ਫਿਰ ਉਸ ਦੇ ਨਾਲ 3rd ਡਿਗਰੀ ਟਾਰਚਰ ਹੁੰਦਾ। ਇਹ ਸਾਰੇ ਲੋਕਾਂ ਨੂੰ ਇਹ ਚੀਜ਼ ਦਾ ਪਤਾ ਹੈਗਾ, ਉਹ ਕੇਸ ਤੁਹਾਡੇ ਕੋਲ ਆਉਂਦਾ, ਫਿਰ ਉਹਦੇ ਚ ਅਸੀਂ ਐਵੀਡੈਂਸ ਇਸ ਤਰੀਕੇ ਦਾ ਭੋਗਲ ਸਾਹਿਬ ਕ੍ਰੀਏਟ ਕਰ ਲਿਆ ਕਿ ਪੁਲਿਸ ਨੂੰ ਵੀ ਉੱਪਰਲੀ ਜਿਹੜੀ ਸੀ ਹਰਾਰਕੀ, ਜਿਹੜੀ ਪੁਲਿਸ ਦੀ ਉੱਪਰਲੀ ਹਰਾਰਕੀ ਮੈਂ ਕਹਾਂਗਾ, ਉੱਥੇ ਤੱਕ ਇਹ ਖਬਰ ਗਈ ਕਿ ਲਾਇਰਸ ਨੇ ਜਿਹੜਾ ਮੈਟਰ ਉਹ ਇਸ ਤਰੀਕੇ ਦਾ ਮੈਡੀਕਲ ਜਾਂ ਨੂੰ ਇਸ ਤਰੀਕੇ ਦਾ ਸਾਰਾ ਨੂੰ ਮਤਲਬ ਉਹਨੂੰ ਬੰਨ ਲਿਆ ਵੀ ਕੱਲ ਨੂੰ ਕਿਤੇ ਨਾ ਕਿਤੇ ਅਸੀਂ ਸਾਰੇ ਇਹਦੇ ਚ ਸਫੋਕੇਟ ਹੋਵਾਂਗੇ। ਹੁਣ ਉਹ ਕਰਦੇ ਕੀ ਨੇ? ਉਹ ਕਰਦੇ ਨੇ ਕਿ ਮੈਂ ਬ੍ਰਦਰ ਤੇ ਉਹ ਐਲੀ ਮੰਗਟ, ਇੱਕ ਹਰਮਨ ਵਾਲੀਆ ਇੱਥੋਂ ਖੰਨੇ ਤੋਂ, ਉਹਦੇ ਨਾਲ ਵੀ ਟਾਰਚਰ ਹੋਇਆ ਸੀ। ਅਸੀਂ 4 ਜਣਿਆਂ ਨੇ, ਕਿਉਂਕਿ ਮੀਡੀਆ ਦਾ ਮਾਮਲਾ ਸੀ, ਮੀਡੀਆ ਨੇ DGP ਆਫਿਸ ਦੇ ਬਾਹਰ ਅਸੀਂ ਇੱਕ ਪ੍ਰੈਸ ਕਾਨਫਰੰਸ ਹੀ ਕਰਦੇ ਹਾਂ। ਸ਼ਾਰਟ ਜੀ ਗੱਲ ਮੈਂ ਦੱਸਦਾ, ਅਸੀਂ ਦੇਖੋ ਮਾਮਲੇ 'ਚ 2016 'ਚ ਇੱਕ ਵੱਡੇ ਮਾਮਲੇ 'ਚ ਪੰਜਾਬ ਪੁਲਿਸ ਆਪ ਸਿਕਿਉਰਿਟੀ ਸਾਨੂੰ ਦੋਵਾਂ ਭਰਾਵਾਂ ਨੂੰ ਦਿੰਦੀ ਹੈ ਜੀ। ਹੁਣ 2019 'ਚ ਅਸੀਂ ਜਦੋਂ ਉਹ ਮਾਮਲਾ ਕਰਕੇ ਹਜੇ ਅਸੀਂ ਮੋਹਾਲੀ 'ਚ ਹੀ ਹਾਂ, ਤਾਂ ਸਾਨੂੰ ਜਿਹੜਾ ਸਾਡੇ ਇੰਚਾਰਜ ਸੀ ਡਿਊਟੀ ਦਾ, ਉਹ ਆ ਕੇ ਮੈਨੂੰ ਤੇ ਬ੍ਰਦਰ ਨੂੰ ਇਨਫੋਰਮ ਕਰਦਾ ਹੈ ਕਿ ਜੀ ਸਾਨੂੰ ਸਾਡੇ ਸੀਨੀਅਰ ਅਫਸਰਾਂ ਦਾ ਫੋਨ ਆਇਆ ਹੈ 4 ਸਾਲਾਂ ਬਾਅਦ। ਹਜੇ ਉਹ ਕੇਸ ਬਹੁਤ ਹਜੇ ਉਹਦੇ ਹਾਈ ਰਿਸਕ ਤੇ ਚੱਲ ਰਿਹਾ ਹੈ। 4 ਸਾਲਾਂ ਬਾਅਦ ਸਾਨੂੰ ਫੋਨ ਆਉਂਦਾ ਕਿ ਜੀ ਅਸੀਂ 6 ਬੰਦੇ, ਉਦੋਂ ਸਾਡੇ ਕੋਲ ਪੰਜਾਬ ਪੁਲਿਸ ਦੇ ਸੀਗੇ, ਸਾਨੂੰ ਕਹਿੰਦੇ ਕਿ ਜੀ ਸਾਨੂੰ ਇਮੀਡੀਏਟਲੀ 6 ਬੰਦਿਆਂ ਨੂੰ ਕਿਹਾ ਕਿ ਤੁਸੀਂ ਇਮੀਡੀਏਟਲੀ ਜਿੱਥੇ ਅਦਰਵਾਈਜ਼ ਇੱਕ ਰੂਲ ਆਫ ਲਾਅ ਹੈ, ਨੋਟੀਫਿਕੇਸ਼ਨ ਆਉਂਦੀ ਹੈ, ਇੱਕ ਰੂਲ ਆਫ ਲਾਅ ਹੈ ਕਿ ਜਿਹੜੇ ਪ੍ਰੋਟੈਕਟੀ ਦੇ ਕੋਲ ਸਿਕਿਉਰਿਟੀ ਹੋਏਗੀ, ਜਿਸ ਦਿਨ ਆਪਾਂ ਉਹਨੂੰ ਵਿਡਰਾਅ ਕਰਨਾ ਹੈ, ਉਹ ਐਟਲੀਸਟ ਇੱਕ ਕਟਸੀ ਹੁੰਦੀ ਹੈ ਕਿ ਤੁਸੀਂ ਉਹਨੂੰ ਉਹਦੇ ਘਰ ਤੱਕ ਪਹੁੰਚਾ ਕੇ ਫਿਰ ਤੁਸੀਂ ਵਾਪਸ ਆਉਣਾ ਹੈ। ਪਰ ਸਾਡੇ ਵਾਲੇ ਕੇਸ ਦੇ ਵਿੱਚ ਇਹ ਫੋਨ ਆਇਆ ਹੈ ਕਿ ਜਿੱਥੇ ਬੈਠੇ ਨੇ ਇਹਨਾਂ ਨੂੰ ਉੱਥੇ ਛੱਡ ਕੇ ਤੁਸੀਂ ਇਮੀਡੀਏਟਲੀ ਆਪਣੀਆਂ ਵਾਪਸੀਆਂ ਪਾਓ। ਸੋ ਮੈਨੂੰ ਇਹ ਲੱਗਦਾ ਵੀ ਇਨਸੀਡੈਂਸ ਇਸ ਤਰੀਕੇ ਦਾ ਸੀ। ਮੈਂ ਭੋਗਲ ਸਾਹਿਬ ਤੁਹਾਡੇ ਇਸ ਚੈਨਲ ਦੇ ਰਾਹੀਂ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਮੈਨੂੰ ਲੱਗਦਾ ਵੀ ਮੈਨੂੰ ਤੇ ਬ੍ਰਦਰ ਨੂੰ 1-2 ਦਿਨ, ਮੈਂ ਤਾਂ ਨਹੀਂ ਕਹਿੰਦਾ ਕਿਉਂਕਿ ਮੈਂ ਕਦੀ ਵੀ ਕੋਈ ਇਸ ਤਰੀਕੇ ਦਾ ਆਪਣੇ ਆਪ ਨੂੰ VIP ਨਹੀਂ ਸਮਝਿਆ। ਸਾਡੇ ਫਾਦਰ ਸਾਹਿਬ ਜਿਹੜੇ ਸੀਗੇ ਉਹ ਬੜੇ ਸੈਂਸਿਟਿਵ ਤੇ ਬੜੇ ਸਿੰਪਲ ਪਰਸਨ ਸੀ। ਨਹੀਂ, ਤੁਹਾਡੇ ਮਾਮਲਿਆਂ ਦੇ ਵਿੱਚ ਤਾਂ ਸਿੱਧੀ ਜੀ ਗੱਲ ਹੈ ਕਿ ਜਦੋਂ ਇਦਾਂ ਦੇ ਹਾਈ ਪ੍ਰੋਫਾਈਲ ਮਾਮਲੇ ਕਰਦੇ ਆ ਤਾਂ ਅਦਾਲਤ ਵੀ ਫਰਜ਼ ਸਮਝਦੀ ਹੈ ਕਿ ਬੰਦੇ ਨੂੰ ਸਿਕਿਉਰਿਟੀ ਚਾਹੀਦੀ ਹੈ। ਬੰਦੇ ਨੂੰ ਸਿਕਿਉਰਿਟੀ ਦਿਵੋ। ਹੁੰਦਾ ਕੀ ਹੈ ਕਿ ਜੀ ਉਹਨਾਂ ਨੇ ਦੱਸਿਆ ਵੀ ਆਪਾਂ ਬੇਟੇ ਗਰਾਊਂਡਡ ਰਹਿਣਾ। ਮੈਂ ਕਦੀ ਉਸ ਸਿਕਿਉਰਿਟੀ ਨੂੰ ਮਿਸਯੂਟਿਲਾਈਜ਼ ਨਹੀਂ ਸੀ ਕੀਤਾ, ਪਰ ਮੈਨੂੰ ਵੀ ਲੱਗਦਾ ਸੀ ਵੀ ਯਾਰ ਕਿਤੇ ਨਾ ਕਿਤੇ ਇਹੋ ਜਿਹੇ ਮੈਟਰ ਤਾਂ ਸਾਡੇ ਕੋਲ ਆ ਗਏ ਨੇ ਵੀ ਜਿੱਥੇ ਮੈਨੂੰ ਲੱਗਦਾ ਸੀ ਵੀ ਜੇ ਅਸੀਂ ਦੋਵੇਂ ਭਰਾ ਜਾਂਦੇ ਹਾਂ ਤਾਂ ਕੁਛ ਨਾ ਕੁਛ ਸਾਡਾ ਦੋਵਾਂ ਭਰਾਵਾਂ ਚੋਂ ਜੇ ਇੱਕ ਭਰਾ ਦਾ ਵੀ ਨੁਕਸਾਨ ਹੋ ਗਿਆ ਤਾਂ ਦੂਜਾ ਬ੍ਰਦਰ ਜਿਹੜਾ ਉਹ ਆਪਣੇ ਆਪ ਹੀ ਪਿੱਛੇ ਹੋ ਜਾਏਗਾ, ਵਿਡਰਾਅ ਕਰ ਜਾਏਗਾ ਆਪਣਾ ਵਕਾਲਤਨਾਮਾ। ਸੋ ਕਰਦੇ ਕੀ ਨੇ ਕਿ ਉਹ ਸਿਕਿਉਰਿਟੀ ਵਿਡਰਾਅ ਕਰਦੇ ਨੇ ਜੀ। ਉਸ ਤੋਂ ਬਾਅਦ 1.5 ਮਹੀਨਾ ਬ੍ਰਦਰ ਇਸ ਗੱਲ ਦੇ ਗਵਾਹ ਨੇ ਕਿ ਮੈਨੂੰ ਲੱਗਦਾ ਵੀ ਮੈਂ ਉੱਥੇ 42 ਦੇ ਵਿੱਚ ਉੱਥੇ ਸਾਡੇ ਕੋਲ ਰੈਜ਼ੀਡੈਂਸ ਮੈਨੂੰ ਸਰਕਾਰ ਨੇ ਸਾਨੂੰ ਦਿੱਤਾ ਹੈ, ਕਾਫੀ IAS IPS ਆਫੀਸਰ ਰੈਜ਼ੀਡੈਂਸ ਹੈ ਜੀ। ਸੋ ਮੈਂ ਉੱਥੇ ਰਿਹਾਇਸ਼ ਉੱਥੇ ਕਰ ਲੈਣਾ, ਬ੍ਰਦਰ ਪੇਰੈਂਟਸ ਇੱਥੇ ਸੀਗੇ, ਸੋ ਉਹਨੂੰ ਆਉਣਾ ਹੀ ਪੈਣਾ ਸੀ। ਸੋ ਮੈਨੂੰ ਇਹ ਲੱਗਦਾ ਵੀ ਅਸੀਂ ਫਿਰ ਦੋਵਾਂ ਭਰਾਵਾਂ ਨੇ ਕੀਤਾ ਕੀ ਅਗਲੇ ਦਿਨ, ਅਸੀਂ ਇਹ ਨਹੀਂ ਕੀਤਾ ਯਾਰ ਵੀ ਅਸੀਂ ਅਗਲੇ ਦਿਨ ਘਰ ਬਹਿ ਗਏ, ਨਹੀਂ, ਅਸੀਂ ਦੋਵਾਂ ਭਰਾਵਾਂ ਨੇ ਜ਼ਿੰਦਗੀ 'ਚ ਸਹੁੰ ਖਾਧੀ ਏ ਵੀ ਆਪਾਂ ਛੇਤੀ ਦੇ ਕੇ ਕਦੀ ਲੀਵ ਨਹੀਂ ਕਰਨਾ। ਮੈਂ ਸਵੇਰੇ ਗੱਡੀ ਚੁੱਕ ਕੇ ਮੈਂ ਕੋਰਟ 'ਚ ਪਹੁੰਚਿਆ ਤੇ ਮੈਂ ਤੈਅ ਕਰ ਲਿਆ ਵੀ ਅੱਜ ਤੋਂ ਬਾਅਦ ਜਿਹੜੀ ਕੋਈ ਕੈਬ ਮਿਲਦੀ ਏ ਉੱਥੇ ਉਬਰ ਵਗੈਰਾ ਵੀ ਮੈਂ ਉਹਦੇ ਰਾਹੀਂ ਆ ਜਾਵਾਂਗਾ। ਬ੍ਰਦਰ ਨੂੰ ਮੈਂ ਕਿਹਾ ਵੀ ਸਾਡੇ ਨਾਲ ਕੋਈ ਚੰਗੇ ਤੁਸੀਂ ਭਰਾ ਕਹਿ ਲਓ, ਕਮਲ ਬਾਜਵੇਰੀ ਸੀਗੇ ਸਾਰੇ, ਸ਼ਿਵਰਾਜ ਦਾਊ ਮਾਜਰਾ, ਚੰਨੀ ਹੈ ਵਿਚਾਰਾ, ਉਹ ਸਾਡਾ ਉਹਦਾ ਸਵਰਗਾਂ 'ਚ ਵਾਸਾ ਹੋਵੇ। ਕੁਛ ਭਰਾ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਆ ਕੇ ਸਾਡੀ ਹਿੱਕ ਡਾ ਕੇ ਕਿਹਾ ਵੀ ਬਾਈ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ। ਸੋ ਮੈਨੂੰ ਇਹ ਲੱਗਦਾ ਵੀ ਉਹ 1.5 ਮਹੀਨਾ ਤੇ ਫਿਰ ਜਿਹੜਾ ਇਹਨਾਂ ਨੇ ਸਾਨੂੰ ਟੌਰਚਰ ਕੀਤਾ ਉਹ ਤੁਹਾਨੂੰ ਬ੍ਰਦਰ ਦੱਸਣਗੇ। ਸੀਨੀਅਰ ਅਫਸਰਾਂ ਨੇ ਸਾਨੂੰ ਇਹ ਗੱਲ ਕਹੀ ਜਦੋਂ ਅਸੀਂ ਕਿਹਾ ਕਿ ਜੀ ਸਾਡਾ ਇਹ ਦੱਸੋ ਸਾਡਾ ਗੁਨਾਹ ਕੀ ਹੈਗਾ। ਸਾਡਾ ਇਹ ਗੁਨਾਹ ਹੈ ਵੀ ਜੇ ਅਸੀਂ ਕੋਈ ਕੇਸ ਚੰਗੇ ਤਰੀਕੇ ਨਾਲ ਪੁੱਟ ਅਪ ਕਰਤਾ। ਸੋ ਉਹਨਾਂ ਨੇ ਵੱਡੇ ਅਫਸਰਾਂ ਨੇ ਜਿਹੜਾ ਸਾਨੂੰ ਟੌਰਚਰ ਕੀਤਾ ਔਰ ਸਾਨੂੰ ਫੇਸ ਟੂ ਫੇਸ ਬੈਠ ਕੇ ਇਹ ਗੱਲ ਕਹੀ ਕਿ ਜੀ ਅਸੀਂ ਤਾਂ ਬੜੇ ਮਾੜੇ ਆ ਤੁਹਾਡੇ ਲਈ। ਦੇਖੋ ਜਿਹੜਾ ਸਾਡਾ ਆਰਟੀਕਲ 21 ਨੇ, ਰਾਈਟ ਟੂ ਪ੍ਰੋਟੈਕਟ ਟੂ ਲਾਈਫ ਐਂਡ ਲਿਬਰਟੀ, ਉਹ ਤਾਂ ਯਾਰ ਮੈਂ ਵੀ, ਤੁਸੀਂ ਨਾ ਸਮਝੋ ਵੀ ਮੈਂ ਇੱਕ ਲਾਇਰ ਹਾਂ, ਤੁਸੀਂ ਸਮਝ ਲਓ ਇੱਕ ਆਮ ਬੰਦਾ। ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਤੁਸੀਂ ਸਿਸਟਮ ਦੀ ਕਮੀ ਦੱਸਦੇ ਹੋ, ਸਿਸਟਮ ਸੁਧਰਨ ਦੀ ਥਾਂ ਤੁਹਾਡੇ 'ਚ ਕਮੀਆਂ ਲੱਭਣ ਲੱਗ ਪੈਂਦਾ। ਫਿਰ ਭੋਗਲ ਸਾਹਿਬ ਬੜੀ ਮੈਂ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਣਾ, ਮੈਂ ਦੱਸੂਗਾ, ਮੈਂ ਅੱਜ ਹਾਈਡ ਨਹੀਂ ਕਰੂੰਗਾ। ਇੱਕ ADGP ਸਿਕਿਉਰਿਟੀ, ਮੈਂ ਤੇ ਉਹ ਸਾਹਮਣੇ ਬੈਠੇ ਹਾਂ, ਮੈਨੂੰ ਕਹਿੰਦਾ ਕਿ ਮੈਂ ਆਪਕੋ आधी तनख्वाह लगा दूंगा, फुल लगा दूंगा गनमैन्स की।
ਮੈਂ ਕਿਹਾ ਜੀ ਤੁਹਾਡੇ ਨਾਲ ਗਨਮੈਨ ਕਿੰਨੇ ਨੇ? ਕਹਿੰਦਾ ਜੀ ਮੇਰੀ ਛੋੜੋ। ਮੈਂ ਕਿਹਾ ਜੀ ਐਸਐਸਪੀ ਨਾਲ? ਮੈਂ ਕਿਹਾ ਜੀ ਆਪਾਂ ਕਾਨੂੰਨ ਮੈਂ ਪੜ੍ਹਿਆ, ਇੱਕੋ ਦਾਇਰੇ 'ਚ। ਸੋ ਅਲਟੀਮੇਟਲੀ ਮੈਂ ਉੱਥੋਂ ਉੱਠ ਕੇ ਆ ਗਿਆ, ਰਿਟ ਪਾਈ ਤੇ ਰਿਟ ਪਾ ਕੇ ਹਾਈ ਕੋਰਟ ਤੋਂ ਅਸੀਂ ਜੋ ਸਾਡੀ ਸਿਕਿਉਰਿਟੀ ਵਿਡਰੋ ਕੀਤੀ ਸੀ ਉਹ ਅੱਜ ਸਾਡੇ ਨਾਲ ਏ ਬਹਾਲ ਹੋਈ। ਜਸਟਿਸ ਬੇਦੀ ਆਰਡਰ ਕਰਕੇ ਗਏ ਆ ਹੁਣ। ਸੋ ਅਸੀਂ ਆਪਣੇ ਲਈ ਉਹ ਜਿੱਤ ਸਾਡੇ ਲਈ ਵੱਡੀ ਜਿੱਤ ਸੀ। ਸੋ ਲੜਾਈ ਅਸੀਂ ਲੜੀ। ਸੋ ਕਹਿਣ ਤੋਂ ਮੇਰਾ ਭਾਵ ਹੈ ਕਿ ਭਾਜੀ ਪ੍ਰੋਫੈਸ਼ਨ ਦੇ ਵਿੱਚ ਅਸੀਂ ਬੜੇ ਕੇਸ ਕਰਦੇ ਹਾਂ, ਸਮ ਟਾਈਮ ਪ੍ਰੈਸ਼ਰ 'ਚ ਆ ਜਾਂਦੇ ਹਾਂ। ਮਾਰਨਿੰਗ ਜਦੋਂ ਸਾਡੀਆਂ ਪੇਸ਼ੀਆਂ ਹੁੰਦੀਆਂ ਨੇ, ਮੈਂ ਦੇਖਦਾ ਮੈਨੂੰ ਖਾਣਾ ਚੰਗਾ ਨਹੀਂ ਲੱਗਦਾ, ਸਮ ਟਾਈਮ ਵੋਮਿਟ ਟਾਈਪ ਫੀਲਿੰਗ ਵੀ ਆਉਂਦੀ ਹੈ ਜਦੋਂ ਹਾਈ ਪ੍ਰੋਫਾਈਲ ਕੇਸ ਆ ਜਾਂਦੇ ਨੇ, ਬੀਪੀ ਵੀ ਸ਼ੂਟ ਕਰਦੇ ਨੇ। ਸੋ ਇਟਸ ਅ ਪਾਰਟ ਆਫ ਪ੍ਰੋਫੈਸ਼ਨ। ਜੇ ਪੇਨ ਲਵਾਂਗੇ ਤਾਂ ਹੀ ਭਾਜੀ ਕਿਤੇ ਨਾ ਕਿਤੇ ਕਲਾਇੰਟ ਨੂੰ ਜਸਟਿਸ ਮਿਲਦਾ ਹੈ। ਸੋ ਚਲੋ ਇਹ ਮੈਂ ਇਸ ਚੀਜ਼ ਬਾਰੇ ਨਹੀਂ, ਪ੍ਰੋਫੈਸ਼ਨ ਦੇ ਵਿੱਚ ਸਰ ਅਸੀਂ ਹਜੇ ਨੌਵਾਂ 'ਚ, ਉਸਤਾਦ ਸਾਡੇ ਉੱਪਰ ਤੋਂ ਉੱਪਰ ਬੈਠੇ ਨੇ, ਅਸੀਂ ਆਪਣੇ ਰੋਲ ਮਾਡਲ ਅਸੀਂ ਉੱਥੇ ਰੋਜ਼ ਸਿੱਖਦੇ ਹਾਂ। ਸੋ ਮੈਂ ਪ੍ਰੋਫੈਸ਼ਨ ਦੇ ਵਿੱਚ ਤਾਂ ਅਜੇ ਕਹੂੰਗਾ ਕਿ ਅਸੀਂ ਅਜੇ ਨੌਵਾਂ 'ਚ ਹਾਂ। ਮੈਂ ਭੁੱਗਲ ਸਾਹਿਬ ਇੱਕ ਗੱਲ ਦੱਸਣੀ ਚਾਹੁੰਦਾ ਕਿ ਪ੍ਰੋਫੈਸ਼ਨਲ ਕਮਿਟਮੈਂਟ ਇੱਕ ਵਰਡ ਮੈਂ ਯੂਜ਼ ਕਰਦਾ। ਤੁਸੀਂ ਇਹ ਦੇਖੋ ਕਿ ਇਸੇ 28 ਦਸੰਬਰ ਨੂੰ ਸਾਨੂੰ ਵੋਕੇਸ਼ਨਸ ਹੁੰਦੀਆਂ ਨੇ ਹਾਈ ਕੋਰਟ 'ਚ 23 ਦਸੰਬਰ ਨੂੰ, ਤੇ ਤੁਸੀਂ ਕਹ ਲਓ ਵੀ 23 ਨੂੰ ਅਸੀਂ ਪਿੰਡ ਇੱਥੇ ਆਪਣੇ ਫਾਰਮ ਹਾਊਸ ਤੇ ਕੁਛ ਥੋੜਾ ਬਹੁਤਾ ਅਸੀਂ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰਵਾ ਲਿਆ, ਕਿਉਂਕਿ ਮੇਰੀ ਆਦਤ ਹੈ ਵੀ ਛੁੱਟੀਆਂ ਦੇ ਦਿਨਾਂ ਦੇ ਵਿੱਚ ਜਿਹੜੇ ਕੋਈ ਕੰਮ ਰਹਿੰਦੇ ਨੇ ਕਰ ਲਓ। ਤੇ ਮੈਨੂੰ ਯਾਦ ਹੈ ਠੰਡ ਜਿਹੀ ਵਾਲਾ ਮਾਹੌਲ ਸੀ, ਤੇ ਮੈਨੂੰ ਇੱਕ ਫੋਨ ਆਉਂਦਾ ਤੇ ਮੈਨੂੰ ਕਹਿੰਦੇ ਕਿ ਜੀ ਮੈਂ ਸੰਦੀਪ ਸਿੰਘ ਸਣੀ ਗੱਲ ਕਰਦਾ। ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਲੱਗਿਆ। ਉਹ ਕਹਿੰਦੇ ਜੀ ਮੈਂ ਉਹ ਸੁਧੀਰ ਸੂਰੀ ਮਾਮਲੇ 'ਚੋਂ ਗੱਲ ਕਰ ਰਿਹਾ, ਜਾਂ ਉਹਦਾ ਫੈਮਿਲੀ ਵੀ ਨਾਲ ਸੀਗੀ ਕਾਨਫਰੰਸ 'ਤੇ। ਉਹ ਕਹਿੰਦੇ ਜੀ ਕਿ ਤੁਸੀਂ ਸਾਡਾ ਕੇਸ ਲੜ ਦਿਓ, ਮੇਰਾ ਰਿਪਰੈਜ਼ੈਂਟ ਕਰ ਦਿਓ। ਤੇ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ, ਮੈਂ ਕਿਹਾ ਜੀ ਸਾਡੇ ਬੜੇ ਸੀਨੀਅਰ ਮੋਸਟ ਨੇ ਜਿਹੜੇ ਆਲਰੇਡੀ ਲਾਇਰਸ ਨੇ, ਉਹ ਬੜੀ 11 ਬੰਦਿਆਂ ਦੀ ਲਿਸਟ ਮੈਂ ਆਪ ਵੀ ਦੇਖੀ ਸੀ। ਉਹ ਕਹਿੰਦੇ ਵੀ ਨਹੀਂ ਸਰ, ਵੀ ਅਸੀਂ ਚਾਹੁੰਦੇ ਹਾਂ ਤੁਸੀਂ ਵੀ ਲੜ ਦਿਓ, ਤੁਸੀਂ ਅੱਗੇ ਹੋ ਕੇ ਲੜ ਦਿਓ। ਮੈਂ ਕਿਹਾ ਜੀ ਕੋਈ ਗੱਲ ਨਹੀਂ। ਚਲੋ ਅਸੀਂ ਇੱਥੇ ਆਏ ਤੇ ਮੇਰੇ ਫਾਦਰ ਸਾਹਿਬ, ਮੈਨੂੰ ਯਾਦ ਹੈ ਉਹਨਾਂ ਦਿਨਾਂ 'ਚ ਥੋੜੇ ਬਿਮਾਰ ਚੱਲ ਰਹੀ ਸੀ, ਅਸੀਂ ਉਹਨਾਂ ਨਾਲ ਆ ਕੇ ਗੱਲ ਕੀਤੀ। ਉਹ ਕਹਿੰਦੇ ਵੀ ਬੇਟਾ ਵੀ ਕੋਈ ਗੱਲ ਨਹੀਂ, ਵੀ ਕੌਮ ਦਾ ਕੰਮ ਹੈ, ਜਾਂ ਤੁਸੀਂ ਕਹ ਲਓ ਵੀ ਤੁਸੀਂ ਲੜੋ ਕੇਸ, ਤੁਹਾਡਾ ਕੰਮ ਲਾਇਰਸ ਦਾ ਹੈ। ਜੇਕਰ ਤੁਹਾਨੂੰ ਕੋਈ ਬੰਦਾ ਕਹਿੰਦਾ ਕਿ ਤੁਸੀਂ ਉਹਨੂੰ ਰਿਪਰੈਜ਼ੈਂਟ ਕਰੋ ਐਜ਼ ਪਰ ਯੂਅਰ ਪ੍ਰੋਫੈਸ਼ਨਲ ਜਿਹੜੇ ਐਥਿਕਸ ਨੇ, ਉਹ ਤੁਹਾਨੂੰ ਇਹ ਕਹਿੰਦੇ ਨੇ ਕਿ ਤੁਸੀਂ ਲੜੋ। ਹੁਣ ਪ੍ਰੋਫੈਸ਼ਨਲ ਕਮਿਟਮੈਂਟ ਦੀ ਗੱਲ ਤੇ ਆ ਜਾਂਦੇ ਹਾਂ। 28 ਦਸੰਬਰ ਨੂੰ ਅਸੀਂ, ਮੈਂ ਬ੍ਰਦਰ, ਸਾਡੇ ਨਾਲ ਸਾਡੀ ਲੀਗਲ ਟੀਮ, ਕਮਲ ਕੈਦੀਏ, ਸ਼ਿਵਰਾਜ, ਪ੍ਰੀਤਿੰਦਰ ਮਾਨ, ਵਿਰਕ ਸਾਹਿਬ ਨੇ, ਅਸੀਂ ਸਾਰੇ ਗੱਡੀਆਂ ਦੇ ਵਿੱਚ ਅਸੀਂ ਜਾਂਦੇ ਹਾਂ ਅੰਮ੍ਰਿਤਸਰ ਉਸੇ ਮਾਮਲੇ 'ਚ, ਹੈ ਨਾ। ਉੱਥੇ ਜਾਂਦੇ ਹਾਂ ਜੀ। ਉੱਥੇ 4 ਵਜੇ ਮੈਨੂੰ ਮੇਰੇ ਬੇਟੇ ਦਾ ਫੋਨ ਹੁੰਦਾ ਹੈ, ਕਹਿੰਦਾ ਵੀ ਇਮੀਡੀਏਟਲੀ ਚਲੋ ਅਸੀਂ ਸਾਰਾ ਕੇਸ ਵੀ ਦੇਖਿਆ ਵੀ ਇਹਨੂੰ ਕਿਸ ਤਰੀਕੇ ਨਾਲ ਅਸੀਂ ਲੜਨਾ ਹੈ ਜਾਂ ਇਹਨੂੰ ਕਿਸ ਪਾਸੇ ਨੂੰ ਲੈ ਕੇ ਜਾਣਾ ਹੈ, ਸਾਰੀ ਡਿਸਕਸ਼ਨ ਹੋਈ ਜਾਂ ਸਾਰਾ ਕੋਰਟਸ ਦੇ ਵਿੱਚ ਉਹਦਾ ਦੇਖਿਆ। ਇਮੀਡੀਏਟਲੀ ਉਹਦਾ ਫੋਨ ਹੁੰਦਾ ਵੀ ਪਾਪਾ ਫਟਾਫਟ ਘਰ ਆ ਜਾਓ, ਵੀ ਦਾਦੂ ਪਾਪਾ ਸੌਂ ਗਏ। ਸੋ ਉਸ ਦਿਨ ਸਾਡੇ ਫਾਦਰ ਸਾਹਿਬ ਸਾਡੇ ਹੱਥੋਂ ਸਮਝ ਲਓ ਵੀ ਨਿਕਲ ਗਏ। ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਬੜੀ ਦੁਖਦ ਘਟਨਾ ਹੁੰਦੀ ਹੈ ਕਿ ਤੁਸੀਂ ਆਪਣੇ ਪ੍ਰੋਫੈਸ਼ਨ ਨਾਲ ਕਮਿਟਮੈਂਟ ਵੀ ਕਰ ਰਹੇ ਹੋ। ਸੋ ਮੈਨੂੰ ਪਤਾ ਹੈ ਵੀ ਭਗਤ ਸਾਹਿਬ ਜਦੋਂ ਅਸੀਂ ਉੱਥੋਂ ਅੰਮ੍ਰਿਤਸਰੋਂ ਚੱਲੇ ਆ ਜੀ, ਨਾ ਜਲੰਧਰ ਆਵੇ, ਜਲੰਧਰ ਤੋਂ ਜੇ ਆਈਏ ਤਾਂ ਰੋਪੜ ਨਾ ਆਵੇ, ਰੋਪੜ ਤੋਂ ਆਈਏ ਤਾਂ ਸਾਡਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਨਾ ਆਵੇ। ਸੋ ਮੈਨੂੰ ਲੱਗਦਾ ਵੀ ਜਿਹੜੀਆਂ ਕਮਿਟਮੈਂਟਸ ਵਿਦ ਰਿਗਾਰਡ ਟੂ ਯੂਅਰ ਪ੍ਰੋਫੈਸ਼ਨ ਨੇ, ਸੋ ਉਹ ਅਸੀਂ ਬਖੂਬੀ ਅਸੀਂ ਉਹ ਨਹੀਂ ਕਦੀ ਪਿੱਛੇ ਪਾਈਆਂ ਜੀ। ਅਸੀਂ ਪ੍ਰੈਫਰੈਂਸ ਦਿੱਤੀ ਹੈ ਵੀ ਜਿੱਥੇ ਕਿਤੇ ਕਿਸੇ ਨਾਲ ਸਟੈਂਡ ਲੈ ਲਿਆ। ਮੈਂ ਵੀ ਗੱਲ ਕਹਿਣੀ ਚਾਹੁੰਦਾ, ਮੈਂ ਨਾਮ ਨਹੀਂ ਲਵਾਂਗਾ, ਬੜੇ ਵੱਡੇ ਨਾਮੀ ਪੋਲੀਟੀਕਲ ਬੰਦੇ ਨੇ ਜਿਨ੍ਹਾਂ ਨੇ ਕਈ ਵਾਰੀ ਮੈਨੂੰ ਤੇ ਬ੍ਰਦਰ ਨੂੰ ਫੋਨ ਕਰਕੇ ਸਿੱਧੇ ਤੌਰ ਤੇ ਇੱਥੋਂ ਤੱਕ ਕਿਹਾ ਯਾਰ ਫਾਈਲ ਛੱਡ ਦਿਓ। ਕਈ ਵਾਰੀ ਬੜੇ ਵੱਡੇ ਉਹ ਲੋਕ ਵੀ ਨੇ, ਆਪ ਇਸ ਫਾਈਲ ਸੇ ਪਿੱਛੇ ਹੋ ਜਾਓ, ਆਪਕਾ ਕਿਆ ਇੰਟਰਸਟ ਹੈ ਇਸमें। ਦੇਖੋ ਮੈਨੂੰ ਸਿੰਪਲ ਜੀ ਗੱਲ ਹੈ ਭੁੱਗਲ ਸਾਹਿਬ, ਜਦੋਂ ਅਸੀਂ ਲਾਇਰ ਬਣਦੇ ਹਾਂ, ਇੱਕ ਲਾਇਰ ਜਦੋਂ ਓਥ ਲੈਂਦਾ ਤਾਂ ਉਹਦੀ ਓਥ ਇਹ ਹੁੰਦੀ ਹੈ ਕਿ ਮੈਂ ਜਿਹੜੇ ਕੇਸ 'ਚ ਮੈਨੂੰ ਕੋਈ ਅਪੁਆਇੰਟ ਕਰੇਗਾ ਮੈਂ ਉਹਦੇ 'ਚ ਉਹਨੂੰ ਇਨਸਾਫ ਦਵਾਂਗਾ। ਸੋ ਮੈਂ ਕੱਲ ਪਰਸੋਂ ਇਹਦੇ ਬ੍ਰਦਰ ਨਾਲ ਗੱਲ ਕਰਦਾ ਸੀ, ਕਈ ਕੇਸ ਬੇਅਦਬੀ ਰਿਲੇਟਡ ਲੜੇ। ਹੁਣ ਸਾਡੇ ਗੁਰੂ ਸਾਹਿਬ ਤੋਂ ਉੱਪਰ ਕੌਣ ਹੈ? ਗੁਰੂ ਸਾਹਿਬ ਦੇ ਨਾਲ ਜੇਕਰ ਕੋਈ ਬੇਅਦਬੀ ਕਰਦਾ ਹੈ, ਕਈ ਵਾਰੀ ਡਿਸਕਸ਼ਨਸ ਹੋਈਆਂ ਕਿ ਕਿਉਂ ਇਹਦੇ 'ਚ 3 ਸਾਲ ਦਾ ਪ੍ਰੋਵੀਜ਼ਨ ਹੈ। ਹੁਣ ਕਿਤੇ ਨਾ ਕਿਤੇ ਮੇਰੇ ਬ੍ਰਦਰ ਦੇ ਨਾਲ ਅੱਜ ਹੀ ਡਿਸਕਸ਼ਨ ਚੱਲਦੀ ਸੀ ਵੀ ਜਦੋਂ ਹਰਮੰਦਰ ਸਾਹਿਬ 'ਚ ਬੇਅਦਬੀ ਹੁੰਦੀ ਹੈ ਤਾਂ ਤੁਸੀਂ ਕਹਿ ਲਓ ਵੀ ਚਲੋ ਜੋ ਉੱਥੇ ਕਤਲੇਆਮ ਹੋਇਆ ਉਹ ਇੱਕ ਵੱਖਰਾ ਪਾਰਟ ਹੈ, ਪਰ ਮੈਂ ਤੇ ਬ੍ਰਦਰ ਦੇ ਅੱਜ ਵੀ ਕਿਤੇ ਨਾ ਕਿਤੇ ਜਹਿਨ 'ਚ ਚੱਲਿਆ ਜਾਂਦਾ ਹੈ ਕਿ ਉੱਥੇ ਸਿੱਧੇ ਤੌਰ ਦੇ ਉੱਪਰ ਹਰਮੰਦਰ ਸਾਹਿਬ ਤੋਪਾਂ ਨਾਲ ਅਟੈਕ ਕੀਤਾ। ਉਸ ਸਮੇਂ ਦੇ ਹੁਕਮਰਾਨਾਂ ਨੇ ਅਲਾਓ ਕੀਤਾ ਵੀ ਬੂਟਾਂ ਸਮੇਤ ਅੰਦਰ ਜਾਓ। ਸੋ ਮੇਰਾ ਇਹ ਹੈਗਾ ਕਿ ਜੇਕਰ ਮੈਨੂੰ ਰਿਕਾਰਡ ਸ਼ੋਅ ਕਰ ਦੇਣ, ਅਸੀਂ ਇਹਦੇ ਤੇ ਪੂਰਾ ਡੀਪਲੀ ਸਟੱਡੀ ਕਰਦੇ ਹਾਂ ਤੇ ਸਾਡੀ ਸਾਰੀ ਟੀਮ ਡੀਪ ਸਟੱਡੀ ਕਰਦੀ ਹੈ ਵੀ, ਪਰ ਮੈਨੂੰ ਅੱਜ ਤੱਕ ਇੱਕ ਪਰਚਾ ਵੀ ਨਹੀਂ ਲੱਭਿਆ ਜਿਹੜਾ ਇਹ ਪ੍ਰੂਵ ਕਰ ਦੇਵੇ ਕਿ ਬੇਅਦਬੀ ਸੰਬੰਧੀ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਸਰਵਉੱਚ ਸਥਾਨ
ਜਿੱਥੇ ਇਸ ਲੈਵਲ ਦੀ ਬੇਅਦਬੀ ਹੋਈ, ਜੋ ਕਤਲੇਆਮ ਹੋਇਆ ਵੱਖਰਾ ਮਾਮਲਾ ਹੈ। ਸੋ ਜਿੱਥੇ ਬੇਅਦਬੀ ਹੋਈ ਉਸ ਰਿਲੇਟਡ ਇੱਕ FIR ਵੀ ਰਿਵੀਲ ਨਹੀਂ ਹੋ ਰਹੀ। ਔਰ ਦੂਜੀ ਗੱਲ, ਜਿਹੜੇ 84 ਚ ਦੰਗੇ ਹੋਏ, ਅੱਜ ਤੱਕ ਮੈਨੂੰ ਤੇ ਬ੍ਰਦਰ ਨੂੰ, ਮੈਨੂੰ ਹਜੇ ਪਿਛਲੇ ਮਹੀਨੇ ਮੈਨੂੰ ਲੱਗਦਾ 10 ਫੋਨ ਕਾਲਸ ਆਏ ਨੇ ਜਿਨ੍ਹਾਂ ਨੇ ਲੋਕਾਂ ਨੇ ਕਿਹਾ ਵੀ ਭਾਜੀ ਅਸੀਂ ਤਾਂ ਥੱਕ ਗਏ, ਅਸੀਂ ਘਰ ਬਹਿ ਗਏ। ਕੁਛ ਕਹਿੰਦੇ ਜੀ ਅਸੀਂ ਛੱਡਾ ਕੇ ਆਪਣੇ ਕੈਨੇਡਾ ਪਹੁੰਚ ਗਏ, ਕੋਈ ਅਮਰੀਕਾ ਪਹੁੰਚ ਗਏ, ਕੋਈ ਯੂਰਪ ਪਹੁੰਚ ਗਏ। ਸੋ ਇਨਸਾਫ ਜਿਹੜਾ ਹੈ ਉਹਦੇ ਲਈ ਦਰ ਦੀਆਂ ਠੋਕਰਾਂ ਖਾ ਰਹੇ ਨੇ। ਪਰ ਉਹ ਹੁਣ ਉਹ ਵਿਚਾਰੇ ਇੱਕ ਉਮੀਦ ਜਿਹੜੀ ਨੇ ਉਹ ਸਾਡੇ ਚੋਂ ਦੇਖਦੇ ਨੇ। ਪਰ ਮੈਨੂੰ ਤੇ ਬ੍ਰਦਰ ਨੂੰ, ਅਸੀਂ ਸਾਰੀ ਟੀਮ ਬੈਠ ਕੇ ਅਸੀਂ ਇਹ ਜ਼ਰੂਰ ਭੋਗਲ ਸਾਹਿਬ ਸੋਚ ਲਿਆ ਵੀ ਠੀਕ ਹੈ ਯਾਰ, ਅਸੀਂ ਮੈਨੂੰ ਕੋਈ ਤਨਖਾਹ ਨਹੀਂ ਲੱਗੀ, 2 ਪੈਸੇ ਵੇਖੋ ਘਰ ਦੇ ਵਿੱਚ ਛੋਟੇ ਬੱਚੇ ਨੇ, ਸਾਨੂੰ ਇਹ ਵੀ ਪਤਾ ਵੀ ਪ੍ਰੋਫੈਸ਼ਨਲੀ ਸਾਨੂੰ 2 ਪੈਸੇ ਕਮਾਣੇ ਵੀ ਪੈਣੇ ਨੇ। ਹਾਂ, ਜਿੱਥੇ ਕਿਤੇ ਗੱਲ ਸਿੱਖ ਕੌਮ ਦੀ ਹੈ ਜਾਂ ਉਹ ਲੋਕ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਜਾਂ ਉਹ ਪਰਿਵਾਰ ਜਿਹੜੇ ਸਾਡੇ ਪਰਿਵਾਰ ਸੀ, ਜਿਵੇਂ ਮੈਂ ਤੁਹਾਨੂੰ ਖੁਦ ਆਪਣੇ ਨਾਨਕੇ ਪਰਿਵਾਰ ਦੀ ਗੱਲ ਦੱਸੀ। ਸੋ ਉਹ ਚੀਜ਼ਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਰਾਤ ਤੱਕ ਜੈਂਚ ਚੱਲਦੀਆਂ ਹੀ ਰਹਿੰਦੀਆਂ ਨੇ। ਬਿਲਕੁਲ, ਸੋ ਉਹ ਇਨਸਾਫ ਜਿਹੜਾ ਹੈ ਤੁਹਾਡੀ ਜ਼ਿੰਮੇਵਾਰੀ ਵੀ ਤੈਅ ਕਰਦੀਆਂ ਰਹਿੰਦੀਆਂ ਉਹ ਹਾਂਜੀ। ਚੀਜ਼ਾਂ ਕਿ ਵੀ ਅਸੀਂ ਜੇ ਸਾਨੂੰ ਰੱਬ ਨੇ ਇੱਥੇ ਤੱਕ ਪਹੁੰਚਾਇਆ ਹੈਗਾ ਤਾਂ ਅਸੀਂ ਇਹ ਚੀਜ਼ਾਂ ਵੀ ਨਾਲ ਦੀ ਨਾਲ ਕਰਦੇ ਚੱਲੀਏ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਤੁਹਾਡੀ ਜ਼ਿੰਦਗੀ ਦੇ ਨਾਲ, ਬਹੁਤ ਸਾਰੇ ਕੇਸ ਉਸ ਤੋਂ ਬਾਅਦ ਹੋਰ ਵੀ ਤੁਹਾਡੇ ਕੋਲ ਆਏ। ਕੁਝ ਨਾਮ ਜਿਹੜੇ ਕਲਾਕਾਰਾਂ ਦੇ ਨੇ ਉਹ ਕੇਸ ਵੀ ਤੁਸੀਂ ਲੜ ਰਹੇ ਹੋ, ਕੁਝ ਮਾਮਲਿਆਂ ਦੇ ਵਿੱਚ ਧਾਰਮਿਕ ਮਸਲਿਆਂ ਦੇ ਵਿੱਚ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੋ। ਪਰ ਨਾਲ ਦੀ ਨਾਲ ਹੁਣ ਥੋੜ੍ਹਾ ਜਿਹਾ ਕਿਉਂਕਿ ਮਾਹੌਲ ਕਾਫੀ ਟੈਂਸ ਹੋ ਗਿਆ, ਕਿਉਂਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਯਾਦ ਕਰ ਲਈਆਂ, ਉੱਪਰ ਥੱਲੇ ਬਹੁਤ ਸਾਰਾ ਕੁਝ ਹੋਇਆ ਹੈਗਾ। ਪਰ ਹੁਣ ਆਪਾਂ ਨਾਲ ਦੀ ਨਾਲ ਗੱਲ ਕਰਦੇ ਥੋੜ੍ਹਾ ਜਿਹਾ ਮਾਹੌਲ ਨੂੰ ਹਲਕਾ ਕਰਦੇ ਤੁਹਾਡੀ ਜ਼ਿੰਦਗੀ ਦੀਆਂ ਥੋੜ੍ਹੀਆਂ ਜਿਹੀਆਂ ਲਾਈਟ ਜਿਹੀਆਂ ਗੱਲਾਂ ਕਰ ਲਈਏ। ਘੁੰਮਣ ਭਰਾਵਾਂ ਨੂੰ ਸ਼ੌਂਕ ਕੀ ਹੈਗੇ ਨੇ? ਸ਼ੌਂਕ ਦੇ ਤੌਰ 'ਤੇ ਕੀ ਕੁਝ ਕਰਦੇ ਹੋ? ਜਿੱਦਾਂ ਬਾਈ ਹੁਣੀ ਦੱਸ ਰਹੇ ਸੀ ਵੀ ਜਦੋਂ ਮੌਕਾ ਮਿਲ ਜਾਵੇ ਤੇ ਘਰ ਦਾ ਕੋਈ ਕੰਮ ਰਹਿੰਦਾ ਉਹ ਕਰ ਲਿਆ, ਪਰ ਨਾਲ ਦੀ ਨਾਲ ਜ਼ਿੰਦਗੀ ਦੇ ਵਿੱਚ ਇਹ ਵੀ ਹੁੰਦਾ ਨਾ ਕਿ ਅਸੀਂ ਕੁਝ ਸ਼ੌਂਕ ਵੀ ਰੱਖੇ ਹੁੰਦੇ। ਸ਼ੌਂਕ ਕਿਹੜੇ ਹੈਗੇ ਤੁਹਾਨੂੰ? ਸ਼ੌਂਕ ਤੁਸੀਂ ਇਹ ਕਹਿ ਲਓ ਕਿ ਫਾਰਮਿੰਗ ਜਿਹੜੀ ਹੈ ਖੂਨ 'ਚ ਹੈ। ਅਸੀਂ ਟਰੈਕਟਰ ਅੱਜ ਕੱਲ੍ਹ ਵੀ ਬ੍ਰਦਰ ਨੇ ਚਲਾਇਆ, ਮੈਂ ਕਿਹਾ 5-7 ਕਿੱਲੇ ਵਾਹੀ ਨੇ। ਜਦੋਂ ਟਾਈਮ ਮਿਲ ਜਾਵੇ ਅਸੀਂ ਆਪਣੇ ਖੇਤਾਂ ਚਲੇ ਜਾਣਾ। ਸਭ ਤੋਂ ਵੱਡਾ ਮਨ 'ਚ ਇਹ ਹੈ ਕਿ ਸੰਦੇ ਚੰਗੇ ਹੋਣ, ਟਰੈਕਟਰ ਅਸੀਂ ਨਵੇਂ ਤੋਂ ਨਵੇਂ ਰੱਖਣੇ ਨੇ। ਠੀਕ ਹੈ ਜੀ। ਸੋ ਮੇਰੇ ਮਨ ਦੇ ਵਿੱਚ ਹਮੇਸ਼ਾ ਇਹ ਹੁੰਦਾ ਹੈ ਕਿ ਖੇਤੀਬਾੜੀ ਜਿਹੜੀ ਹੈ ਉਹ ਸ਼ੌਂਕ ਨਾਲ ਕਰਨੀ ਹੈ। ਸੋ ਇਸ ਪ੍ਰਾਇਓਰਟੀ ਹੈ। ਫਿਰ ਸੈਕਿੰਡ ਸਾਨੂੰ ਸ਼ੌਂਕ ਹੈ ਦੋਨਾਂ ਭਰਾਵਾਂ ਨੂੰ ਆਪਣੇ ਘਰ ਦੇ ਵਿੱਚ, ਜਿੱਦਾਂ ਗਾਰਡਨਿੰਗ ਹੈ, ਲੌਨਸ ਨੇ, ਸਾਡੇ ਘਰ ਦੇ ਵਿੱਚ ਘਰ ਨੂੰ ਸਜਾਉਣਾ, ਇਹ ਵੀ ਭਾਜੀ ਸਾਡਾ ਪੂਰਾ, ਇਹ ਮੇਰੇ 'ਚ ਨਹੀਂ, ਸਾਡਾ ਖਾਨਦਾਨੀ ਸ਼ੌਂਕ ਹੈ, ਸਾਡੇ ਫਾਦਰ ਸਾਹਿਬ ਨੂੰ, ਸਾਡੇ ਪੜਦਾਦਿਆਂ ਨੂੰ। ਸੋ ਬਾਕੀ ਤਾਂ ਇਹੀ ਕਵਾਂਗੇ ਜੀ ਕਿ ਜੇ ਸਮਾਂ ਕਿਤੇ ਮਿਲ ਜਾਵੇ ਫਿਰ ਸਾਡੇ ਜਿਹੜੇ ਭਰਾ ਨੇ, ਸਾਡੇ ਯਾਰ ਦੋਸਤ ਨੇ, ਉਹਨਾਂ ਦੇ ਨਾਲ ਸਮਾਂ ਬਿਤਾਉਣਾ, ਮਤਲਬ ਕਿਤੇ ਨਾ ਕਿਤੇ ਫੈਮਿਲੀ ਨੂੰ ਵੀ ਅਸੀਂ ਸੋਚਦੇ ਹਾਂ। ਸੋ ਪਰਮਾਤਮਾ ਨੇ ਇੱਕ ਲਾਲ ਮੈਨੂੰ ਦਿੱਤਾ ਹੈ, ਇੱਕ ਬ੍ਰਦਰ ਦੇ ਕੋਲ ਹੈ। ਸੋ ਉਹਨਾਂ ਨਾਲ, ਬੱਚਿਆਂ ਨਾਲ ਸਾਨੂੰ ਇਹ ਹੁੰਦਾ ਕਿ ਮੈਕਸਿਮਮ ਟਾਈਮ ਜਿਹੜਾ ਉਹ ਸਪੈਂਡ ਕੀਤਾ ਜਾਵੇ। ਮੈਂ ਤੁਹਾਡੇ ਨਾਲ ਚੈਨਲ ਰਾਹੀਂ ਅੱਜ ਇੱਕ ਗੱਲ ਜ਼ਰੂਰ ਕਹੂੰਗਾ ਕਿ ਯਾਰ ਸਾਡੇ ਘਰ ਦੇ ਵਿੱਚ ਭਾਜੀ ਜੇ ਅੱਜ ਅਸੀਂ ਜਿੱਥੇ ਖੜੇ ਹਾਂ ਇਹ ਤਾਂ ਹੈ ਜੇ ਅਸੀਂ ਭਾਜੀ, ਅੱਜ ਮੇਰੇ ਵਿਆਹ ਨੂੰ 12-13 ਸਾਲ ਹੋ ਗਏ, ਸਾਡੇ ਸੁੱਖ ਨਾਲ ਮੈਂ ਕਹਿੰਦਾ ਪਰਮਾਤਮਾ ਦੀ ਰਹਿਮਤ ਹੈ, ਸਾਡੇ ਫਾਦਰ ਸਾਹਿਬ ਦੀਆਂ ਬਲੈਸਿੰਗਸ ਕਹਿ ਲਓ, ਮਦਰ ਦੀਆਂ ਕਹਿ ਲਓ, ਭਾਜੀ ਸਾਡੀਆਂ ਵਾਈਫਸ ਨੇ ਅੱਜ ਤੱਕ ਕਦੀ ਵੀ ਉਹ ਇੱਕ ਦੂਜੇ ਨੂੰ ਨਹੀਂ ਕਿਹਾ। ਸੋ ਆਮ ਘਰਾਂ ਦੇ ਵਿੱਚ ਹੁੰਦਾ ਵੀ ਵਿਆਹ ਹੋ ਗਏ ਤੇ ਮੁੰਡੇ ਅੱਡ ਨੇ। ਨਹੀਂ, ਬਿਲਕੁਲ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਜ਼ਿਕਰ ਕੀਤਾ ਨਾ ਕਿ ਪਰਸ ਅੱਜ ਵੀ ਇੱਕ ਹੈਗਾ ਤੇ ਲੜਾਈ ਉੱਥੇ ਹੀ ਅੱਧੀ ਖਤਮ ਹੋ ਜਾਂਦੀ। ਭਾਜੀ ਜੇ ਬ੍ਰਦਰ ਚਲੇ ਗਏ ਨੇ ਵਾਈਫ ਦੇ ਨਾਲ, ਕਾਰਡ ਇਹਨਾਂ ਦੇ ਕਾਰਡ ਵੀ ਇੱਕੋ ਹੀ ਹੈ, ਭਾਵੇਂ 50,000 ਦੀ ਸ਼ਾਪਿੰਗ ਹੈ, 5,000 ਦੀ ਕਰਕੇ ਆਇਆ, 500 ਦੀ ਕਰਕੇ ਆਇਆ, ਮੈਂ ਅੱਜ ਤੱਕ ਨਹੀਂ ਚੈੱਕ ਕਰਤਾ। ਜੇ ਮੈਂ ਗਿਆ ਤੇ ਮੈਂ ਭਾਜੀ ਜੋ ਮਰਜ਼ੀ ਕਰਾਂ, ਇਹਨਾਂ ਨੇ ਨਹੀਂ ਕਰਨਾ। ਮਤਲਬ ਜਿਹੜਾ ਸਟੈਂਡ ਬ੍ਰਦਰ ਨੇ ਲੈ ਲਿਆ, ਸਿਰ ਮੱਥੇ ਪ੍ਰਵਾਨ, ਉਹ ਭਾਵੇਂ ਮੈਨੂੰ ਅੰਦਰੋਂ ਲੱਗਦਾ ਕਿਤੇ ਵੀ ਯਾਰ ਇਹ ਹੋ ਸਕਦਾ ਠੀਕ ਨਾ ਹੋਵੇ, ਪਰ ਜਿਹੜਾ ਭਰਾ ਨੇ ਲੈ ਲਿਆ ਆਪਾਂ ਪੂਰਾ ਫਿੱਕ ਠਾਣ ਕੇ ਨਾਲ ਖੜੇ ਹਾਂ। ਭੋਗਲ ਸਾਹਿਬ, ਮੈਨੂੰ ਇੱਕ ਚੀਜ਼ ਲੱਗਦੀ ਹੈ ਕਿ ਮੈਂ ਇੱਕ ਮੈਸੇਜ ਵੀ ਮੈਂ ਜ਼ਰੂਰ ਦੇਣਾ ਚਾਹੁੰਦਾ ਸਾਰਿਆਂ ਨੂੰ। ਮੈਨੂੰ ਇਹ ਲੱਗਦਾ ਕਿ ਜਿਵੇਂ ਸਾਡੇ ਫਾਦਰ ਸੀਗੇ, ਚਲੋ ਹੁਣ ਵਾਹਿਗੁਰੂ ਉਹਨਾਂ ਨੂੰ ਸਵਰਗਾਂ ਦੇ ਵਿੱਚ ਉਹਨਾਂ ਦਾ ਵਾਸਾ ਹੋਵੇ, ਜਾਂ ਮਦਰ ਨੇ, ਹਨਾ, ਉਹਨਾਂ ਨੇ ਮੈਨੂੰ ਲੱਗਦਾ ਵੀ ਇੱਕ ਚੀਜ਼ ਜ਼ਰੂਰ ਸਿਖਾਈ, ਘਰ ਦੇ ਵਿੱਚ ਰਹਿ ਕੇ ਸਿੱਖਣ ਦਾ ਮੌਕਾ ਬਣਿਆ। ਉਹ ਇਹ ਬਣਿਆ ਵੀ ਜਦੋਂ ਆਪਾਂ ਇਕੱਠ 'ਚ ਰਹਿੰਦੇ ਆ ਨਾ, ਤਾਂ ਮੈਨੂੰ ਲੱਗਦਾ ਵੀ ਜੇ ਅੱਜ ਸਾਨੂੰ ਦੋਵਾਂ ਭਰਾਵਾਂ ਨੂੰ, ਚਲੋ ਕਈ ਵਾਰੀ ਉਦੋਂ ਸ਼ਾਇਦ ਇਹ ਲੱਗਿਆ ਜਦੋਂ ਗੱਲ ਵਿਆਹਾਂ ਦੀ ਚੱਲੀ ਵੀ ਚਲੋ ਯਾਰ ਇੱਕ ਭਰਾ ਇੱਥੇ ਸੈਟਲ ਹੋ ਜਾਏਗਾ, ਇੱਕ ਭਰਾ ਬਾਹਰ, ਮੇਰੇ ਸਿਸਟਰ ਅਮਰੀਕਾ ਸੀ, ਛੋਟੇ ਜਿਹੜੇ ਮਾਨ ਸਾਹਿਬ ਨੇ ਉਹ ਕੈਨੇਡਾ ਸੀ, ਵੀ ਇੱਕ ਬ੍ਰਦਰ ਬਾਹਰ ਚਲੇ ਜਾਏਗਾ। ਸੋ ਮੈਨੂੰ ਇਹ ਲੱਗਦਾ ਵੀ ਜੇ ਕਿਤੇ ਅਸੀਂ ਦੋਵੇਂ ਭਰਾ ਪਾਟ ਜਾਂਦੇ ਤਾਂ ਸ਼ਾਇਦ ਕਿ ਮੈਂ 100% ਕਹਿ ਸਕਦਾ ਕਿ ਅੱਜ ਜੋ ਮਤਲਬ ਜੋ ਬਣਿਆ ਜਾਂ ਜੋ ਪਿਆਰ ਦੇ ਰਹੇ ਨੇ, ਜੋ ਸਾਨੂੰ ਸਾਡੇ ਸੰਗਤ ਵੱਲੋਂ ਮਿਲਿਆ ਜਾਂ ਭਰਾਵਾਂ ਚੋਂ ਮਿਲਿਆ, ਸ਼ਾਇਦ ਇਹ ਗੱਲ ਨਹੀਂ ਸੀ ਬਣੀ। ਔਰ ਦੂਜੀ ਗੱਲ, ਮੈਨੂੰ ਇਹ ਲੱਗਦਾ ਵੀ ਜਿਹੜੀ ਮੈਂ ਗੱਲ ਕਹਿੰਦਾ ਨਾ ਵੀ ਇੱਕ ਮੈਸੇਜ ਦੇਣ ਵਾਲੀ ਜਿਹੜੀ ਗੱਲ ਹੈ, ਉਹ ਇਹ ਹੈ ਕਿ ਜਿੱਥੇ ਮੰਨ ਲਓ ਹੁਣ ਸਾਡੇ ਦੋਵੇਂ ਭਰਾ ਅਸੀਂ ਇਕੱਠੇ ਆ, ਪਰਿਵਾਰ ਦੇ ਵਿੱਚ ਛੋਟੇ ਬੱਚੇ ਨੇ, ਉਹ ਆਪਸ 'ਚ ਤਿੰਨੇ ਭੈਣ ਭਰਾ
ਉਹ ਇਹ ਦੇਖਦੇ ਨੇ ਯਾਰ ਵੀ ਆਪਸ 'ਚ ਇੱਕ ਦੂਜੇ ਦੀ ਅੰਡਰਸਟੈਂਡਿੰਗ ਵੀ ਜੇ ਉਹਨੇ ਚੀਜ਼ ਕਰ ਲਈ ਉਹਨੇ। ਔਰ ਜਿਹੜੀ ਸਭ ਤੋਂ ਵੱਡੀ ਗੱਲ ਏ ਜੋ ਮੈਨੂੰ ਲੱਗਦੀ ਭੁੱਗਲ ਸਾਹਿਬ, ਉਹ ਇਹ ਲੱਗਦਾ ਵੀ ਸਾਂਝੇ ਪਰਿਵਾਰਾਂ 'ਚ ਜਿਗਰੇ ਵੱਡੇ ਰੱਖਣ ਦੀ ਲੋੜ ਏ। ਜੇ ਕਈ ਵਾਰੀ ਅਸੀਂ ਪਤਾ ਹੀ ਕਰਦੇ ਹਾਂ, ਛੋਟੀ ਸੋਚ ਪਿੱਛੇ ਪੈ ਜਾਂਦੇ ਆ, ਉਹ ਯਾਰ ਉਹਨੇ ਐਂ ਕਰ ਲਿਆ ਮੈਂ ਐਂ ਕਰਨਾ। ਸੋ ਮੈਨੂੰ ਇਹ ਲੱਗਦਾ ਵੀ ਇਹਨਾਂ ਚੀਜ਼ਾਂ ਤੋਂ ਭੁੱਗਲ ਸਾਹਿਬ ਉੱਠਣ ਦੀ ਲੋੜ ਏ। ਔਰ ਮੈਨੂੰ ਲੱਗਦਾ ਆਪਾਂ ਨੂੰ ਦੇਖੋ ਟ੍ਰੈਂਡ ਕੀ ਚੱਲੀ ਜਾਂਦਾ ਹੈ, ਮੇਰੇ ਕੋਲ ਬੜੀਆਂ ਐਗਜ਼ਾਮਪਲਾਂ ਨੇ। ਟ੍ਰੈਂਡ ਇਹ ਚੱਲੀ ਜਾਂਦਾ ਹੈ ਪੰਜਾਬ 'ਚ, ਜਾਂ ਤੁਸੀਂ ਕਹ ਲਓ ਅਸੀਂ ਆਪਣਿਆਂ ਤੋਂ ਪਰਾਂ ਹੋ ਕੇ ਨਾ ਅਸੀਂ ਕਹਿੰਦੇ ਹਾਂ ਦੂਰ ਦੂਰ ਭੱਜੇ ਫਿਰਦੇ ਹਾਂ। ਨਿਊਕਲੀਅਰ ਫੈਮਲੀਆਂ ਹੋ ਗਈਆਂ। ਭਾਜੀ ਇੱਕ ਛੋਟੀ ਜਿਹੀ ਗੱਲ, ਬ੍ਰਦਰ ਦੀ ਗੱਲ ਮੈਂ ਵੱਡੀ ਕਰ ਦਿੰਦਾ। ਮੈਂ ਤੇ ਬ੍ਰਦਰ ਨੇ, ਤੁਸੀਂ ਇਸ ਚੀਜ਼ ਲਈ ਮੈਨੂੰ ਕਹੋਗੇ ਕਿ ਘੁੰਮਣ ਸਾਹਿਬ ਅਸੀਂ ਖੁਸ਼ਕਿਸਮਤ ਹਾਂ। ਭਾਜੀ ਮੈਂ ਤੇ ਬ੍ਰਦਰ ਨੇ ਆਪਣੇ ਪੇਰੈਂਟਸ ਨਾਲ ਸਵੇਰ ਦਾ ਸਵੇਰ ਘੰਟਾ ਲਾਣਾ ਹੀ ਲਾਣਾ, ਤੇ ਸ਼ਾਮ ਨੂੰ ਜਿੰਨਾ ਸਮਾਂ ਮਿਲ ਗਿਆ ਅਸੀਂ ਬਹਿਣਾ। ਆਪਾਂ ਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਆਪਣੇ ਪੇਰੈਂਟਸ ਨੂੰ ਭਾਜੀ ਰੱਜ ਕੇ ਪਿਆਰ ਕੀਤਾ, ਸਤਿਕਾਰ ਕੀਤਾ, ਰਿਸਪੈਕਟ ਕੀਤੀ, ਉਹਨਾਂ ਦੇ ਕਹਿਣੇ ਚੋਂ ਬਾਹਰ ਨਹੀਂ ਚੱਲੇ। ਅੱਜ ਸਾਡੇ ਫਾਦਰ ਸਾਹਿਬ ਨੂੰ 6 ਮਹੀਨੇ ਹੋ ਗਏ ਨੇ ਗਿਆ ਨੂੰ। ਬੜੀਆਂ ਪ੍ਰੋਬਲਮਸ ਆਉਂਦੀਆਂ ਨੇ, ਤੁਹਾਨੂੰ ਪਤਾ ਘਰ ਭਰਿਆ ਸੀ ਉਹਨਾਂ ਨਾਲ, ਪਰ ਘਰ ਦੇ ਵਿੱਚ ਜੋ ਉਹਨਾਂ ਨੇ ਸਿਖਾਇਆ ਸਾਨੂੰ ਗਿਲਾ ਇਸ ਕਰਕੇ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਪਲ ਪਲ ਸਮਾਂ ਦਿੱਤਾ ਹੈ। ਜੇ ਸਮਾਂ ਨਾ ਦਿੰਦੇ ਮਨ 'ਚ ਕਿਤੇ ਨਾ ਕਿਤੇ ਸੀ ਵੀ ਯਾਰ ਪਾਪਾ ਨੂੰ ਸਮਾਂ ਨਹੀਂ ਦੇ ਸਕਦੇ। ਸਮਾਂ ਦੇ ਲੈਂਦੇ। ਸੋ ਮੈਂ ਆਪਣੇ ਯੂਥ ਨੂੰ ਵੀ ਕਹਾਂਗਾ ਕਿ ਮਿੱਤਰੋ ਤੁਹਾਡੇ ਕੋਲ ਜਿਹਦੇ ਕੋਲ ਅੱਜ ਪੇਰੈਂਟਸ ਨੇ, ਇਹ ਉਹ ਗਹਿਣਾ ਹੈ ਆਪਾਂ ਨੂੰ ਕਦੇ ਨਹੀਂ ਲੱਭੂਗਾ। ਰੱਜ ਕੇ ਸਮਾਂ ਬਿਤਾਓ। ਮੈਂ ਨਹੀਂ ਕਹਿੰਦਾ ਯਾਰਾਂ ਦੋਸਤਾਂ ਨਾਲ ਵੀ ਕਰੋ, ਪਰ ਪੇਰੈਂਟਸ ਦਾ ਵੇਖੋ ਮੱਥੇ ਟੇਕੀ ਜਾਓ, ਹੋਰ ਪਾਸੇ ਪੁੰਨ ਕਰੋ, ਕੋਈ ਫਾਇਦਾ ਨਹੀਂ। ਮਾਂ ਪਿਓ ਦੇ ਲੱਤਾਂ ਕੁੱਟੋ, ਸਤਿਕਾਰ ਕਰੋ, ਉਹਨਾਂ ਨੂੰ ਪੁੱਛੋ। ਮੈਂ ਮੇਰੀ ਐਂਡ ਦੇ ਵਿੱਚ ਇੱਕ ਗੱਲ ਜ਼ਰੂਰ ਕਹਾਂਗਾ, ਬ੍ਰਦਰ ਨੇ ਜਿਵੇਂ ਸ਼ੌਂਕ ਦੱਸਿਆ ਵੀ ਵਾਹੀ ਦਾ ਸ਼ੌਂਕ ਏ, ਤੇ ਮੈਂ ਕਿਉਂਕਿ ਸ਼ੌਂਕ ਤਾਂ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਭਾਵੇਂ ਟਵਿੰਸਾਂ ਜਾਂ ਦੋਵੇਂ ਭਰਾ, ਸਹੀ ਵੀ ਸ਼ੌਂਕ ਇੱਕੋ ਜਿਹੇ ਹੋਣ। ਸੋ ਮੇਰਾ ਜਿਹੜਾ ਸ਼ੌਂਕ ਹੈ ਜੀ, ਮੈਨੂੰ ਸ਼ੌਂਕ ਹੈਗਾ ਕਾਰਾਂ ਦਾ, ਜਾਂ ਤੁਸੀਂ ਕਹ ਲਓ ਵੀ ਜਿਵੇਂ ਜਿਹੜੀਆਂ XUV ਵੱਡੀਆਂ ਗੱਡੀਆਂ ਨੇ, ਜਿਵੇਂ ਫੋਰਚੂਨਰਸ ਕਹਿ ਲਈ ਆਪਾਂ। ਫਿਰ ਉਸ ਤੋਂ ਬਾਅਦ ਬੰਦੇ ਨੂੰ ਆਫ ਰੋਡਿੰਗ ਦਾ ਵੀ ਸ਼ੌਂਕ ਹੁੰਦਾ ਥੋੜਾ ਜਿਹਾ। ਸੋ ਮੈਂ ਸਮਝਦਾ ਵੀ ਉਹ ਸ਼ੌਂਕ ਹੈਗਾ। ਕੁਛ ਹੁਣ ਮੈਨੂੰ ਨਵੇਂ ਮੈਂ ਸਮਝਦਾ ਵੀ ਜਿਵੇਂ ਹੁਣ ਬੱਚੇ ਨੇ, ਕੁਛ ਸ਼ੌਂਕ ਬੱਚਿਆਂ ਮੁਤਾਬਕ। ਹੁਣ ਅਸੀਂ ਇੱਥੇ 6-7 ਏਕੜ ਦੇ ਵਿੱਚ ਸਾਡੇ ਨਾਲ ਇੱਕ ਹਾਰਸ ਰਾਈਡਿੰਗ ਕਲੱਬ ਬਣਿਆ, ਸੋ ਉਧਰ ਵੀ ਅਸੀਂ ਜਾਣ ਦਾ ਰੁਝਾਨ ਬਣਾਇਆ ਹੋਇਆ, ਠੀਕ ਹੈ। ਤੀਜਾ ਸਾਡੇ ਨਾਲ ਜਿਵੇਂ ਕਮਲਰੀ ਨੇ, ਸ਼ਿਵਰਾਜਰੀ, ਸਾਰੇ ਉਹਨਾਂ ਨੂੰ ਇਹਦਾ ਹਥਿਆਰਾਂ ਦਾ ਬੜਾ ਚੰਗਾ ਸ਼ੌਂਕ ਹੈ, ਕਿਉਂਕਿ ਇਹ ਫੇਰ ਉਹ ਪੰਜਾਬੀ ਖੂਨ ਆਪਣਾ ਜਾਂਦਾ ਨਹੀਂ। ਸੋ ਉਹ ਜਿਹੜੀਆਂ ਚੀਜ਼ਾਂ ਨੇ, ਹੁਣ ਥੋੜਾ ਅਸੀਂ ਉਧਰਲੇ ਪਾਸੇ ਵੀ, ਮਤਲਬ ਮੈਨੂੰ ਇਹ ਲੱਗਦਾ ਹੈ ਵੀ ਜਿਵੇਂ ਹੁਣ ਪੰਜਾਬ ਦੇ ਵਿੱਚ ਰਹਿੰਦੇ ਆ, ਤਾਂ ਇਹ ਮੈਂ ਕੋਈ ਇਹਦੇ ਵਿੱਚ ਦੋ ਰਾਏ ਨਹੀਂ, ਕਿਉਂਕਿ ਜਿਹੜਾ ਸ਼ੌਂਕ ਹਥਿਆਰਾਂ ਦਾ ਹੈ, ਠੀਕ ਹੈ, ਮੈਂ ਇਸ ਗੱਲ ਨਾਲ ਇਤਫਾਕ ਰੱਖਦਾ ਕਿ ਗਲੋਰੀਫਿਕੇਸ਼ਨ ਗਲਤ ਹੈ, ਪਰ ਜਿਹੜੀ ਡਿਫੈਂਸ ਹੈ ਇਹ ਤਾਂ ਸਾਨੂੰ ਸਾਡੇ ਗੁਰੂ ਵੀ ਕਹਿ ਕੇ ਗਏ ਧਰਮ 'ਚ ਵੀ ਇਹ ਜ਼ਰੂਰੀ ਹੈ। ਸੋ ਮੇਰਾ ਇਹ ਹੈਗਾ ਕਿ ਇੱਕ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਸਾਡਾ ਭਰਾਵਾਂ ਦਾ ਆਪਸ 'ਚ ਇਹ ਚੀਜ਼ ਬਣੀ ਰਵੇ, ਵਾਹਿਗੁਰੂ ਚੜ੍ਹਦੀ ਕਲਾ ਦਵੇ, ਦਲੇਰੀ ਦਵੇ, ਤੇ ਮੈਂ ਕਹਿੰਦਾ ਵੀ ਜਿੱਦਣ ਚੜ੍ਹਾਈ ਕਰੀਏ ਉਦਣ ਵੀ ਭਾਵੇਂ ਇਕੱਠੇ ਹੀ ਕਰਕੇ ਜਾਈਏ। ਇਹ ਬੜੀ ਵੱਡੀ ਗੱਲ ਇਹਨਾਂ ਨੇ ਕਹਿਤੀ ਕਿ ਇਤਫਾਕ ਅੱਜ ਕੱਲ ਭਰਾਵਾਂ ਦੇ ਵਿੱਚ ਇੰਨਾ ਨਹੀਂ ਰਿਹਾ, ਕਿ ਬੜੀ ਚਿੰਤਾ ਦੀ ਗੱਲ ਹੋ ਜਾਂਦੀ। ਬੜੀ ਅਖੀਰ ਤੇ ਕਿਉਂਕਿ ਤੁਸੀਂ ਖੇਤੀ ਦਾ ਜ਼ਿਕਰ ਕਰ ਰਹੇ ਸੀ, ਖੇਤੀ ਫਿਰ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ ਤੁਸੀਂ? ਖੇਤੀ ਬੜੇ ਲੋਕੀ ਕਹਿੰਦੇ ਨੇ ਛੱਡ ਦਿਓ, ਪਰ ਸਾਡੇ ਤੋਂ ਛੱਡੀ ਨਹੀਂ ਜਾਂਦੀ, ਕਿਉਂਕਿ ਸਾਨੂੰ ਇਹ ਲੱਗਦਾ ਵੀ ਇਹ ਉਹ ਚੀਜ਼ ਹੈ ਵੀ ਖੇਤਾਂ 'ਚ ਵੜ ਕੇ ਜਿੱਦਾਂ ਇੱਕ ਸ਼ਾਂਤੀ ਆਉਂਦੀ ਹੈ। ਭਾਜੀ ਅੱਜ ਵੀ ਮੇਰੀਆਂ ਮੋਟਰਾਂ ਤੇ ਜਾ ਕੇ ਦੇਖੋ। ਮੈਂ ਵੈਸੇ ਇਹ ਸਵਾਲ ਤਾਂ ਕੀਤਾ ਕਿ ਤੁਸੀਂ ਰੈਗੂਲਰ ਖੇਤੀ ਕਰ ਰਹੇ ਹੋ ਜਾਂ ਕੁਝ ਡਿਫਰੈਂਟ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹੋ? ਅਸੀਂ ਰੈਗੂਲਰ ਕਰ ਰਹੇ ਹਾਂ ਜੀ। ਸਾਡੇ ਮੋਟਰਾਂ ਜਿੰਨੇ ਸਾਡੇ ਖੇਤ ਨੇ ਜੀ, ਸਭ ਅਸੀਂ ਪੇਂਟ ਕਰਾਤੀਆਂ ਨੇ, ਸ਼ੌਂਕ ਨਾਲ ਕਰਾਣੀਆਂ ਨੇ। ਐਕਤੀ ਸਾਰੀ ਅਸੀਂ ਬਾਸਮਤੀ ਲਾ ਰਹੇ ਹਾਂ, ਅੱਡ ਲਾ ਰਹੇ ਹਾਂ। ਸੋ 10-10 ਕਿੱਲਿਆਂ ਦੀ ਪਲੋਟਿੰਗ ਕੀਤੀ ਗਈ ਹੈ। ਸੋ ਉਹ ਪਨੀਰੀਆਂ ਬੀਜੀ ਜਾ ਰਹੀਆਂ ਨੇ, ਅਸੀਂ ਸਾਰੀ ਮੋਨੀਟਰਿੰਗ ਕਰ ਰਹੇ ਹਾਂ। ਸੋ ਬਾਕੀ ਬੰਦੇ ਵਧੀਆ ਨੇ ਜੀ ਨਾਲ। ਇੱਕ ਭੋਗਲ ਸਾਹਿਬ ਮੈਂ ਜ਼ਰੂਰ ਤੁਹਾਨੂੰ ਦੱਸਾਂਗਾ, ਖੇਤੀ ਨਹੀਂ ਛੱਡਾਂਗੇ ਜੀ। ਗੱਲ ਦੇ ਵਿੱਚ ਗੱਲ ਚੇਤੇ ਆ ਗਈ ਵੀ ਸਾਡੀ ਜਿਹੜੀ ਸਰ ਲਾਇਰਸ ਦੀ ਲਾਈਫ ਹੈ ਨਾ, ਉਹ ਬੜੀ ਟਫ। ਮੈਨੂੰ ਇਹ ਲੱਗਦਾ ਵੀ ਜਿਵੇਂ ਹੁਣ ਲਾਈਕ ਸਵੇਰੇ ਕੋਈ ਵੱਡੇ ਕੇਸ ਜਾਂ ਕਿਸੇ ਕੇਸ 'ਚ ਆਰਗੂਮੈਂਟ, ਤੇ ਰਾਤ ਸਾਰੀ ਨੀਂਦ ਨਹੀਂ ਆਉਣੀ ਤਾਂ ਸਾਰੀ ਬਿਲਕੁਲ ਸਾਹਿਬ ਇਹੀ ਤੁਸੀਂ ਮੇਰੀ ਜ਼ੁਬਾਨ ਜਿਹੜੀ ਕਹਿੰਦੇ ਤੁਸੀਂ ਉਹ ਤੁਹਾਡੀ ਗੱਲ ਤੇ ਵਰਡਸ ਤੁਹਾਡੀ ਜ਼ੁਬਾਨ ਤੇ ਆ ਗਏ। ਸੋ ਸਾਡੇ ਕੀ ਲੱਗਦਾ ਹੈ ਵੀ ਕਿਤੇ ਨਾ ਕਿਤੇ ਪੁਆਇੰਟ ਬੰਦੇ ਨੂੰ ਆਪਣੇ ਜਹਿਨ 'ਚ ਚੱਲੀ ਜਾਂਦਾ ਹੈ ਵੀ ਆਪਾਂ ਇੱਥੇ ਫਸਦੇ ਹਾਂ। ਸੋ ਉਹ ਜੇ ਮੈਂ ਦੇਖਿਆ ਵੀ ਰਾਤ ਨੂੰ ਕਿਤੇ 1 ਵਜੇ ਮੈਂ ਭਾਵੇਂ ਬਾਥਰੂਮ ਦੇ ਪਰਪਸ ਲਈ ਉੱਠਿਆ, ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਨੂੰ ਉਦੋਂ ਪੁਆਇੰਟ ਦਾ ਮੈਨੂੰ ਸੋਲੂਸ਼ਨ ਮਿਲ ਜਾਣਾ ਹੈ। ਮਤਲਬ ਇਹ ਹੁਣ ਇਹ ਵਾਹਿਗੁਰੂ ਜਾਣਦਾ ਹੈ ਵੀ ਉਹਨੇ ਕਦੋਂ ਤੁਹਾਡੇ ਉਹ ਰੱਬੀ ਰੂਪ ਬਣ ਕੇ ਤੁਹਾਡੇ ਜਹਿਨ, ਤੁਹਾਡੇ ਦਿਮਾਗ 'ਚ ਕੋਈ ਗੱਲ ਵੜਨੀ ਹੈ ਜਿਹੜਾ ਤੁਹਾਨੂੰ ਲੱਗੇਗਾ ਯਾਰ ਵੀ ਇਹ ਤਾਂ ਆਪਾਂ ਹੁਣ ਤੱਕ ਗਲਤ ਐਂਗਲ ਨਾਲ ਸੋਚ ਰਹੇ ਸੀ, ਅਸਲ ਐਂਗਲ ਤੇ ਤਾਂ ਇਹ ਬਣਦਾ ਹੈ। ਹਾਂ, ਮੈਨੂੰ ਇੱਕ ਗੱਲ ਲੱਗਦੀ ਹੈ ਕਿ ਜੋ ਮੇਰੇ ਦਿਲ 'ਚ ਜਹਿਨ 'ਚ 24 ਘੰਟੇ ਚੱਲਦਾ ਨਾ ਜੀ, ਉਹ ਇਹ ਜ਼ਰੂਰ ਚੱਲਦਾ ਹੈ ਵੀ ਯਾਰ ਜਿੱਥੇ ਸਾਡੀ, ਮੈਂ ਪਹਿਲਾਂ ਗੱਲ ਆਪਣੀ ਕੌਮ ਦੀ ਕਰਾਂਗਾ, ਕਹਿੰਦੇ ਕਿ ਜਿਹੜਾ ਬੰਦਾ ਆਪਣੇ ਕੌਮ ਦਾ ਪੱਕਾ ਨਹੀਂ ਨਾ, ਉਹ ਬੰਦਾ ਫਿਰ ਕਿਸੇ ਲਈ ਵੀ ਨਹੀਂ ਹੈਗਾ। ਸੋ ਮੈਨੂੰ ਇਹ ਜਹਿਨ 'ਚ ਜ਼ਰੂਰ ਚੱਲੀ ਜਾਂਦਾ ਹੈ
ਜਿੱਥੇ ਮੈਨੂੰ ਫੋਨ ਆਉਂਦੇ ਨੇ, ਜਿੱਥੇ ਉਹ ਬੀਬੀਆਂ, ਉਹ ਭੈਣਾਂ, ਉਹ ਰੋਂਦੇ ਨੇ, ਲੋਕ ਕਰਲਾਉਂਦੇ ਨੇ, ਜਿੱਥੇ ਕਹਿੰਦੇ ਨੇ ਕਿ ਜੀ ਇੰਨੇ ਸਾਲ ਨਿਕਲ ਗਏ, ਸਾਨੂੰ ਡੈੱਡ ਬੋਡੀ ਤੱਕ ਨਹੀਂ ਮਿਲੀ। ਮੇਰੇ ਆਪਣੇ ਮਾਮਾ ਜੀ ਦੇ ਬੇਟੇ, ਜਿੱਥੇ ਗੱਲ ਸਟਾਰਟਿੰਗ ਕੀਤੀ ਸੀ, ਅੱਜ ਤੱਕ ਸਾਨੂੰ ਉਹਨਾਂ ਦੀ ਡੈੱਡ ਬੋਡੀ ਨਹੀਂ ਮਿਲੀ। ਸੋ ਮੇਰੇ ਜਹਿਨ 'ਚ ਇਹ ਜ਼ਰੂਰ ਭੁੱਗਲ ਸਾਹਿਬ 24 ਘੰਟੇ, ਜਿਹਨੂੰ ਕਹਿੰਦੇ ਨੇ ਇੱਕ ਧੁਖੀ ਜਾਂਦੀ ਹੈ ਕਿ ਯਾਰ ਆਪਾਂ ਐਟਲੀਸਟ ਵਕਾਲਤਾਂ ਕਰਦੇ ਹਾਂ, ਜ਼ਰੂਰੀ ਨੇ, ਪਰ ਕੁਛ ਨਾ ਕੁਛ ਉਹ ਬੰਦੇ ਜਿਨ੍ਹਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ, ਜੇਕਰ ਉਹਨਾਂ ਨੂੰ ਇਨਸਾਫ ਦਵਾ ਦਈਏ, ਚਲੋ ਮੈਂ ਸਾਰਿਆਂ ਦੀ ਤਾਂ ਨਹੀਂ ਕਹਿੰਦਾ, ਪਰ ਜੇ ਕੁਛ ਹਿੱਸੇ ਨੂੰ ਇਨਸਾਫ ਇਸ ਜ਼ਿੰਦਗੀ ਦੇ ਵਿੱਚ ਦਵਾ ਗਏ, ਤਾਂ ਮੈਂ ਸਮਝਾਂਗਾ ਕਿ ਇੱਕ ਵਕਾਲਤ ਜਿਹੜੀ ਸੀ ਉਹ ਸਫਲ ਕਰਕੇ ਅਸੀਂ ਦੋਵੇਂ ਭਰਾ ਬਾਹਰ। ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ। ਮੈਨੂੰ ਲੱਗਦਾ ਕਿ ਹਲੇ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਕਰ ਸਕਦੇ ਹਾਂ, ਤਾਂ ਪਰ ਸਮਾਂ ਸਾਨੂੰ ਉਨੀ ਕੀ ਆਗਿਆ ਦਿੰਦਾ ਹੁੰਦਾ ਕਿ ਜਿੰਨੇ ਕੁ ਦੇ ਵਿੱਚ ਅਸੀਂ ਰਹਿ ਕੇ, ਕਿਉਂਕਿ ਸਮੁੰਦਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਕੁਝ 'ਚ ਪਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਮੈਨੂੰ ਲੱਗਦਾ ਕਿ ਹਲੇ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਜਿਨ੍ਹਾਂ ਤੇ ਵਿਚਾਰ ਕਰ ਸਕਦੇ, ਪਰ ਮੈਨੂੰ ਲੱਗਦਾ ਕਿ ਇੱਥੇ ਕੀ ਸਾਨੂੰ ਵਿਦਾ ਲੈਣੀ ਪਊਗੀ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਇਹ ਸਨ ਘੁੰਮਣ ਬ੍ਰਦਰਸ, ਜਿਨ੍ਹਾਂ ਦੀ ਅੱਜ ਕੱਲ੍ਹ ਚਰਚਾ ਕਾਫੀ ਹੈ। ਬਹੁਤ ਸਾਰੇ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਨਾਮ ਇਹਨਾਂ ਦਾ ਚੱਲਦਾ ਹੈਗਾ, ਜਿਵੇਂ ਇਹਨਾਂ ਨੇ ਵੀ ਜ਼ਿਕਰ ਕੀਤਾ ਕਿ ਕੁਝ ਹਾਈ ਪ੍ਰੋਫਾਈਲ ਕੇਸਿਸ ਜਿਨ੍ਹਾਂ ਦੇ ਵੱਡੇ ਵੱਡੇ ਅਫਸਰਾਂ ਦੀ ਸ਼ਮੂਲੀਅਤ ਸੀਗੀ, ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਕਲਾਕਾਰਾਂ ਦੀ ਸ਼ਮੂਲੀਅਤ ਸੀਗੀ, ਤਾਂ ਉਹਨਾਂ ਨੂੰ ਵੀ ਡੀਲ ਕਰ ਰਹੇ ਨੇ। ਪਰ ਉਸ ਸਫ਼ਰ ਦੇ ਦੌਰਾਨ ਕਿਹੜੀਆਂ ਔਕੜਾਂ ਦਾ ਸਾਹਮਣਾ ਕੀਤਾ, ਕਿਸ ਤਰੀਕੇ ਨਾਲ ਘਰ ਦੇ ਵਿੱਚ ਵੀ ਹਮਲੇ ਹੋਣ ਦੀਆਂ ਜਿਹੜੀਆਂ ਸੰਭਾਵਨਾਵਾਂ ਬਣ ਗਈਆਂ, ਤਾਂ ਇੱਦਾਂ ਦੇ ਹਾਲਾਤਾਂ ਦੇ ਵਿੱਚੋਂ ਲੰਘਦੇ ਹੋਏ ਵੀ ਕਹਿੰਦੇ ਕਿ ਹਾਲੇ ਵੀ ਮਨ ਦੇ ਵਿੱਚ ਇਹ ਗੱਲ ਹੈਗੀ ਆ ਕਿ ਅੱਜ ਵੀ ਜੇ ਕੌਮ ਦੇ ਲੇਖੇ ਕੁਝ ਮਸਲੇ ਹੈਗੇ ਨੇ, ਉਹਨਾਂ ਦੇ ਵਿੱਚ ਅਸੀਂ ਆਪਣੀ ਭੂਮਿਕਾ ਨਿਭਾ ਸਕੀਏ ਤਾਂ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਾਂਗੇ। ਤੇ ਪਰਿਵਾਰ ਦੇ ਵਿੱਚ ਕਿਸ ਤਰੀਕੇ ਨਾਲ ਇਤਫਾਕ ਰੱਖਣਾ ਹੈਗਾ, ਇਹ ਬਹੁਤ ਵੱਡੀ ਗੱਲ ਅੱਜ ਇਹਨਾਂ ਨੇ ਇਸ ਇੰਟਰਵਿਊ ਦੇ ਜ਼ਰੀਏ ਸਾਨੂੰ ਸਿਖਾਈ ਹੈਗੀ, ਕਿਉਂਕਿ ਅੱਜ ਕੱਲ੍ਹ ਨਿਊਕਲੀਅਰ ਪਰਿਵਾਰਾਂ ਦਾ ਦੌਰ ਚੱਲ ਰਿਹਾ ਹੈ। ਉਸ ਦੌਰ ਦੇ ਵਿੱਚ ਇਕੱਠੇ ਕਿਸ ਤਰੀਕੇ ਨਾਲ ਰਹਿਣਾ ਹੈਗਾ, ਇਹ ਵੀ ਇਹਨਾਂ ਨੇ ਸਿਖਾਇਆ ਹੈਗਾ। ਮੈਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੀ ਜ਼ਿੰਦਗੀ ਦੇ ਸਫ਼ਰ ਤੋਂ ਸਿੱਖਣ ਵਾਲੀਆਂ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੀਆਂ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਇਹ ਤੁਹਾਡੇ ਤੋਂ ਅੱਗੇ ਲੈਣੀ ਆ। ਬਹੁਤ ਬਹੁਤ ਧੰਨਵਾਦ।